गो। Ajay Bharti, go ahead. ओके वीडियो कर लो जी ऑन। बाल बहादुर जी वीडियो ऑन कर लो प्लीज। हाँ जी दोस्तों, ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਮੇਰੇ ਨਾਲ ਨੇ ਰਜਿੰਦਰ ਸੇਖੋਂ ਜੀ। ਸੇਖੋਂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਸਾਡੇ ਨਾਲ ਦੋਸਤੋ ਹੋਣਗੇ ਬਲ ਬਹਾਦਰ ਪਾਲ ਜੀ। ਬਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸੋ ਦੋਸਤੋ ਅਸੀਂ ਗੱਲ ਤੋਰਦੇ ਹੋਏ, ਲੜੀ ਤੋਰਦੇ ਹੋਏ ਚਰਚਾ ਪ੍ਰੋਗਰਾਮ ਦੀ ਜੋ ਸਾਡਾ ਅੱਜ ਮੁੱਦਾ ਆ ਕਿਸਾਨੀ ਸੰਘਰਸ਼ ਦੇ ਨਾਲ ਰਿਲੇਟਡ ਹੈ। ਸੋ ਸੇਖੋਂ ਸਾਹਿਬ ਤੁਹਾਡਾ ਪ੍ਰਤੀਕਰਮ ਜਾਣਨਾ ਚਾਹੁੰਦਾ ਜੀ, ਕੀ ਗਤੀਵਿਧੀਆਂ ਆ ਅੱਜ, ਕਰੰਟ ਕੀ ਚੱਲ ਰਿਹਾ ਹੈ? ਕਰੰਟ ਤਾਂ ਹੁਣ ਉੱਥੇ ਚੜ੍ਹਦੀ ਕਲਾ ਜੀ। ਹੁਣ ਕਾਫੀ ਜਿਹੜਾ ਅੱਗੇ ਜਿਵੇਂ ਸੀਗਾ ਬੈਕ ਉਸੇ ਤਰ੍ਹਾਂ ਹੋ ਰਿਹਾ। ਮੈਂ ਕਾਫੀ ਅੱਜ ਵਾਚ ਕਰਦਾ ਸੀ, ਇੱਕ ਦੋ ਪਰਸਨਲ ਬੰਦਿਆਂ ਨਾਲ ਗੱਲ ਵੀ ਹੋਈ ਕਿ ਅੱਜ ਸਵੇਰ ਦੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਹੈ ਮੇਨ ਸਟੇਜ ਜਿਹੜੀ ਸਿੰਘੂ ਬਾਰਡਰ 'ਤੇ ਸਾਡੇ ਜਿਹੜੇ ਬੰਦੇ ਬੈਠੇ ਨੇ, ਸੋ ਵਾਪਸ ਉਸੇ ਤਰ੍ਹਾਂ ਮਾਹੌਲ ਬਣਦਾ ਜਾ ਰਿਹਾ। ਸੋ ਅੱਗੇ ਨਾਲੋਂ ਵੱਧ ਚੜ੍ਹ ਕੇ ਲੋਕਾਂ ਦੇ ਵਿੱਚ ਜਿਹੜਾ ਉਹ ਉਤਸ਼ਾਹ ਦੇਖਣ ਨੂੰ ਮਿਲਦਾ ਵੀ ਕੋਈ ਇੰਨਾ ਥੋੜ੍ਹੇ ਦਿਨ ਚੱਲਿਆ ਜਿਹੜਾ। ਬਾਕੀ ਆ ਸੋਸ਼ਲ ਮੀਡੀਆ ਜਿਹੜਾ ਉਹਦੇ 'ਤੇ ਨਾ ਬਹੁਤਾ ਯਕੀਨ ਕਰੋ, ਗਰਾਊਂਡ ਰਿਐਲਿਟੀ ਥੋੜ੍ਹੀ ਜਿਹੀ ਡਿਫਰੈਂਟ ਹੈ ਇਹਦੇ ਨਾਲ। ਬਿਲਕੁਲ ਬਿਲਕੁਲ ਸੇਖੋਂ ਸਾਹਿਬ, ਜਿਵੇਂ ਤੁਸੀਂ ਦੱਸਿਆ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਦੋਸਤੋ ਜੋ ਅਸੀਂ ਖਬਰਾਂ ਕਈ ਵਾਰ ਦੇਖਦੇ ਹਾਂ, ਕਿਉਂਕਿ ਜ਼ਿਆਦਾਤਰ ਸਾਡੇ ਜੋ ਅਸੀਂ ਬਾਹਰ ਵੀ ਲੋਕ ਬੈਠੇ ਹਾਂ, ਜ਼ਿਆਦਾਤਰ ਸਾਡਾ ਮੀਡੀਆ ਸਟਿਲ ਉਹੀ ਮੀਡੀਆ ਆ ਜਿਹੜਾ ਕਿ ਭਾਰਤ ਸਰਕਾਰ ਦੇ ਵੱਲੋਂ ਕੰਟਰੋਲਡ ਮੀਡੀਆ ਆ। ਸੋ ਸੰਘਰਸ਼ ਦੇ ਵਿੱਚ ਇਸ ਸੰਘਰਸ਼ ਪੂਰੀ ਚੜ੍ਹਦੀ ਕਲਾ ਦੇ ਉੱਤੇ ਆ। ਪਹਿਲਾਂ ਜੋ ਇਸ ਦਾ ਜ਼ਿਆਦਾ ਫੋਕਸ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਸੀਗਾ, ਤੇ ਹੁਣ ਗਾਜੀਪੁਰ ਬਾਰਡਰ ਵੀ ਬਰਾਬਰ ਦੀ ਹੋਇਆ। ਉਸ ਤੋਂ ਬਹੁਤ ਸੰਗਤ ਉੱਥੇ ਵੀ ਬੈਠੀ ਹੋਈ ਆ। ਤੇ ਗਰਾਊਂਡ ਰਿਪੋਰਟਸ ਨੇ ਕਿ ਸੰਘਰਸ਼ ਪਹਿਲਾਂ ਨਾਲੋਂ ਇੱਕ ਉੱਪਰ ਚੱਲ ਗਿਆ ਹੈਗਾ। ਸਿੰਘੂ ਬਾਰਡਰ ਦੇ ਉੱਤੇ ਤੇ ਬਹੁਤ ਜ਼ਿਆਦਾ ਹਰਿਆਣੇ ਤੋਂ ਬਹੁਤ ਜ਼ਿਆਦਾ ਸੰਗਤ ਇਕੱਠ ਹੋ ਗਿਆ ਹੈਗਾ। ਟਿਕਰੀ ਬਾਰਡਰ ਦੇ ਉੱਪਰ ਵੀ ਬਹੁਤ ਜ਼ਿਆਦਾ ਵੱਡਾ ਇਕੱਠ ਹੋ ਗਿਆ, ਤੇ ਨਾਲ ਦੀ ਨਾਲ ਗਾਜੀਪੁਰ ਬਾਰਡਰ ਦੇ ਉੱਤੇ ਜੋ ਸੰਘਰਸ਼ ਨੂੰ ਦਬਾਉਣ ਦੀ ਤੇ ਗੌਰਮੈਂਟ ਨੇ ਚਾਲ ਚੱਲੀ ਸੀਗੀ, ਰਕੇਸ਼ ਟਕੈਤ ਦੇ ਹੰਝੂਆਂ ਦੀ ਬਦੌਲਤ ਕਹਿ ਸਕਦੇ ਹਾਂ, ਗਾਜੀਪੁਰ ਬਾਰਡਰ ਦੇ ਉੱਤੇ ਵੀ ਸਿੰਘੂ ਬਾਰਡਰ ਵਰਗਾ ਹੀ ਨਜ਼ਾਰਾ। ਏਦਾਂ ਨਾ ਵੀ ਇਹ ਕਿਸੇ ਵੀ ਚੀਜ਼ ਨੂੰ ਜਦੋਂ ਤੁਸੀਂ ਦਬਾਉਂਦੇ ਹੋ ਉਹ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀ ਹੈ। ਹੁਣ ਭਾਵੇਂ ਆਪਾਂ ਇੱਕ ਇਹ ਕਹੀ ਜਾਂਦੇ ਹਾਂ ਕਿ ਇਹ ਗੱਲ ਇੱਕ ਪ੍ਰਚਲਿਤ ਹੋ ਗਈ ਕਿ ਟਕੈਤ ਦੇ ਜਿਹੜੇ ਹੰਝੂਆਂ ਨੇ ਉਹਨੂੰ ਐਕਚੁਅਲੀ ਇਹਨੂੰ ਜੇ ਸਹੀ ਮਾਇਨਿਆਂ 'ਚ ਆਪਾਂ ਦੇਖੀਏ ਉਹਨੇ ਇੱਕ ਲੀਡਰਸ਼ਿਪ ਦਿਖਾਈ ਹੈ। ਉਹਨੇ ਇੱਕ ਜਿਹੜਾ ਦਲੇਰ ਲੀਡਰ ਹੁੰਦਾ ਉਹਨੇ ਆਪਣੇ ਲੋਕਾਂ ਲਈ ਲੜਿਆ। ਉਹਨੇ ਕਿਹਾ ਵੀ ਮੈਂ ਰਾਜ ਟੀਵੀ 'ਤੇ ਵੀ ਸੁਣਦਾ ਸੀ, ਕਿਹਾ ਵੀ ਮੈਂ ਆਪਣੇ ਲੋਕਾਂ ਨੂੰ ਇੱਥੇ ਬੁਲਾਇਆ, ਮੇਰੀ ਕਾਲ 'ਤੇ ਆਏ ਨੇ, ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ। ਤੁਸੀਂ ਮੇਰੇ 'ਤੇ 10-20 ਜਿਹੜੇ ਕੇਸ ਪਾਉਣੇ ਨੇ ਉਹ ਹੋਰ ਵੀ ਪਾ ਲਓ, ਤੇ ਪਰ ਜਦੋਂ ਸੰਘਰਸ਼ ਤੁਸੀਂ ਮੇਰੇ ਲੋਕਾਂ ਨੂੰ ਇਹਨਾਂ ਦੀਆਂ ਮੰਗਾਂ ਦੇ ਕੇ ਘਰੇ ਭੇਜ ਦੋਗੇ ਉਦੋਂ ਮੈਂ ਤੁਹਾਡੇ ਕੋਲ ਆ ਜਾਊਂ। ਘਰੇ ਨਹੀਂ ਜਾਂਦਾ, ਜਿਹੜੇ ਕੇਸ ਨੇ ਉਹ ਆਪਾਂ ਬਾਅਦ 'ਚ ਨਜਿੱਠ ਲਾਂਗੇ। ਇਹ ਹੁੰਦੀ ਹੈ ਲੀਡਰਸ਼ਿਪ। ਇਹ ਲੀਡਰ ਸੋ ਉਹ ਜਿਹੜੇ ਹੰਝੂਆਂ ਦੀ ਗੱਲ ਕਰਦੇ ਆ ਆਪਾਂ ਨਾ, ਉਹ ਅੰਦਰੋਂ ਜਦੋਂ ਨਿਕਲਦੇ ਆ, ਉਹ ਜਿਹੜੀ ਦਿਲ ਦੀ ਆਵਾਜ਼ ਆ ਉਹ ਅੱਖਾਂ ਤੇ ਹੀ ਉਹਨਾਂ ਨੇ ਉਹ ਆ ਗਈ। ਮੈਂ ਲਿਖਿਆ ਵੀ ਸੀਗਾ ਵੀ ਉਹ ਹੰਝੂ ਨਹੀਂ ਡਿਗੇ, ਸਰਕਾਰ ਡਿੱਗੀ ਆ ਜ਼ਾਲਮ ਦੀ ਜਿਹੜੀ ਹੈ ਨਾ। ਇਹ ਸਰਕਾਰਾਂ ਜਦੋਂ ਇੱਦਾਂ ਧੱਕਾ ਕਰਦੀਆਂ ਆਪਣੇ ਹੀ ਸਿਟੀਜ਼ਨਸ ਦੇ ਨਾਲ, ਹੈ ਨਾ, ਸੋ ਫਿਰ ਉਹ ਦੇਖ ਲਓ ਵੀ ਲੋਕ ਕਿੱਦਾਂ ਵਹੀਰਾਂ ਘੱਤ ਕੇ ਦੁਬਾਰਾ ਫੇਰ ਆ ਗਏ। ਰਾਤੋਂ ਰਾਤ ਮਤਲਬ ਹੜ੍ਹ ਲਿਆ ਤਾਂ ਉੱਥੇ ਲੋਕਾਂ ਨੇ। ਇਹਨਾਂ ਦੀ ਹਿੰਮਤ ਨਹੀਂ ਪਈ ਇਹਨਾਂ ਨੂੰ ਉੱਥੋਂ ਦੁਬਾਰਾ ਆਪਣੀ ਜਿਹੜੀ ਆ
ਉਹ ਬੁਲਾਉਣੀ ਪਈ ਪੁਲਿਸ ਬੈਕ। ਬਿਲਕੁਲ ਬਿਲਕੁਲ ਸੇਖੋਂ ਸਾਹਿਬ, ਸਹਿਮਤ ਹਾਂ ਜੀ ਤੁਹਾਡੇ ਨਾਲ। ਜਿਵੇਂ ਕਿ ਸੇਖੋਂ ਸਾਹਿਬ ਨੇ ਕਿਹਾ ਕਿ ਇੱਕ ਲੀਡਰਸ਼ਿਪ ਦਾ ਰੋਲ ਨਿਭਾਇਆ ਟਕੈਤ ਸਾਹਿਬ ਨੇ, ਇੱਕ ਜਿਵੇਂ ਸੰਘਰਸ਼ ਨੂੰ ਕਹਿੰਦੇ ਹੁੰਦੇ ਇੱਕ ਨੱਕਾ ਲਾਇਆ ਆ ਗੌਰਮੈਂਟ ਦੇ, ਜੋ ਉਹਨਾਂ ਦਾ ਇੰਨਾ ਦਬਾਅ ਸੀਗਾ 26 ਜਨਵਰੀ ਤੋਂ ਬਾਅਦ। ਉਹ ਟਕੈਤ ਸਾਹਿਬ ਨੇ ਉਸ ਨੂੰ ਮੋੜਾ ਪਾਇਆ ਆ, ਜਿਵੇਂ ਜੋ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ 26 ਜਨਵਰੀ ਨੂੰ ਸੰਗਤ ਗਈ ਸੀਗੀ, ਤੇ ਫਿਰ ਉਸ ਤੋਂ ਬਾਅਦ ਜੋ ਪਰਮਿਸ਼ਨ ਮਿਲੀ 5000 ਟਰੈਕਟਰਸ ਦੀ, ਤਾਂ ਫਿਰ ਜੋ ਇਨਸੀਡੈਂਟ ਹੁੰਦੇ ਆ ਸਭ ਸਾਰਿਆਂ ਨੂੰ ਪਤਾ ਆ। ਤੇ ਉਸ ਤੋਂ ਬਾਅਦ ਇੱਕ ਯੂਥ ਦੇ ਵਿੱਚ ਇੱਕ ਮਾਯੂਸੀ ਹੋ ਗਈ ਸੀਗੀ ਕਿ ਕਹਿੰਦੇ ਹੁੰਦੇ ਆ ਕਿ ਇਕੱਠ ਕਰਨਾ ਸੌਖਾ, ਪਰ ਉਹਨੂੰ ਕਲਾਵੇ 'ਚ ਲੈਣਾ ਸੰਗਤ ਨੂੰ ਤੇ ਜਾਂ ਨੌਜਵਾਨਾਂ ਨੂੰ ਉਹਨਾਂ ਨੂੰ ਕਲਾਵੇ ਦੇ ਵਿੱਚ ਲੈਣਾ ਇੱਕ ਮਜ਼ਬੂਤ ਲੀਡਰ ਨੂੰ, ਉਹਦੀ ਇੱਕ ਗੱਲ ਹੁੰਦੀ ਆ। ਸੋ ਜੋ 26 ਜਨਵਰੀ ਤੋਂ ਬਾਅਦ ਗੌਰਮੈਂਟ ਨੇ ਇੱਕਦਮ ਸਾਡੇ ਸਾਰੇ 37 ਲੀਡਰਾਂ ਦੇ ਉੱਤੇ ਤੇ ਟੋਟਲ ਪਰਚੇ ਦਰਜ ਕੀਤੇ ਸੀਗੇ, ਤੇ ਇੱਕਦਮ ਕਹਿ ਲਓ ਕਿ ਮਾਯੂਸੀ ਸੀ ਲੀਡਰਸ਼ਿਪ ਦੇ ਵਿੱਚ ਵੀ ਤੇ ਸੰਗਤ ਦੇ ਵਿੱਚ ਵੀ। ਤੇ ਉਸ ਚੀਜ਼ ਨੂੰ ਲੈ ਕੇ ਜੋ ਗਵਰਨਮੈਂਟ ਨੇ ਪਹਿਲਾਂ ਟਰਾਈ ਕੀਤੀ ਕਿ ਪਹਿਲਾਂ ਗਾਜੀਪੁਰ ਬਾਰਡਰ ਚੱਕ ਦਈਏ, ਕਿ ਛੋਟੇ ਜਿਹੜੇ ਜਿੱਥੇ ਥੋੜੇ ਇਕੱਠ ਹੈ ਉਹਨਾਂ ਨੂੰ ਆਪਾਂ ਗਵਰਨਮੈਂਟ ਨੂੰ ਨੇ ਜ਼ੋਰ ਲਾਇਆ ਕਿ ਪਹਿਲਾਂ ਉੱਥੋਂ ਸੰਗਤ ਨੂੰ ਹਟਾ ਦਈਏ, ਤੇ ਉਸ ਤੋਂ ਬਾਅਦ ਗਾਜੀਪੁਰ ਬਾਰਡਰ ਤੋਂ ਬਾਅਦ ਜਿਵੇਂ ਟਿਕਰੀ ਬਾਰਡਰ ਤੇ ਲਾਸਟ ਤੇ ਸਿੰਘੂ ਬਾਰਡਰ, ਜਾਂ ਜੋ ਭਾਰਤ ਦਾ ਮੀਡੀਆ ਸੀਗਾ ਉਹਦੇ ਉੱਤੇ ਲਗਾਤਾਰ ਗੱਲ ਚੱਲ ਰਹੀ ਸੀ ਕਿ ਅੰਦੋਲਨ ਖਤਮ ਹੋ ਜਾਏਗਾ ਸ਼ਾਮ ਤੱਕ। ਇਸ ਤੋਂ ਵੱਡੀ ਉਦਾਹਰਨ ਤੁਹਾਨੂੰ ਨਹੀਂ ਮਿਲ ਸਕਦੀ ਕਿ ਇਹਨੂੰ ਗੋਦੀ ਮੀਡੀਆ ਕਿਉਂ ਕਿਹਾ ਜਾਂਦਾ, ਕਿਉਂਕਿ ਅੱਜ ਤੱਕ ਲਾ ਲਓ, ਸਮੇਂ ਚੈਨਲ ਲਾ ਲਓ, ਜਾਂ ਹੋਰ ਜੋ ਵੀ ਉਹਨਾਂ ਦੇ ਚੈਨਲਸ ਆ, ਸਾਰਿਆਂ ਦੇ ਉੱਤੇ ਇੱਕੋ ਹੀ ਚੱਲ ਰਿਹਾ ਸੀਗਾ ਚਰਚਾ ਕਿ ਅੱਜ ਇਹ ਖਤਮ ਹੋ ਜਾਊਗੀ। ਤੇ ਸੇਖੋਂ ਸਾਹਿਬ, ਇੱਕ ਗੱਲ ਹੋਰ, ਜੋ ਲੋਕਾਂ ਦਾ ਰੋਹ ਜਾਂ ਗੁੱਸਾ ਉਮੜਿਆ ਆ, ਕਿਉਂਕਿ ਪੁਲਿਸ ਕਾਰਵਾਈਆਂ ਤਾਂ ਚਲੋ ਸੰਘਰਸ਼ਾਂ ਦੇ ਉੱਤੇ ਹੁੰਦੀਆਂ ਜਾਂ ਬਾਗੀ ਲੋਕਾਂ ਤੇ ਹੁੰਦੀਆਂ ਹੀ ਹੁੰਦੀਆਂ, ਇਸ ਜਗ੍ਹਾ ਦੇ ਉੱਤੇ ਜੋ ਬੀਜੇਪੀ ਦੇ ਵਰਕਰਸ ਜਾਂ ਕਹਿ ਲਓ ਜਾਂ ਗੁੰਡਾ ਅਨਸਰਾਂ ਨੇ ਜੋ ਹਮਲਾ ਕੀਤਾ ਸੀਗਾ, ਤੇ ਜਾਂ ਬੀਜੇਪੀ ਦੇ 2 MLA, ਕਿਉਂਕਿ ਹੁਣ ਅਸੀਂ ਵਰਡ ਬੀਜੇਪੀ ਯੂਜ਼ ਕਰ ਰਹੇ ਹਾਂ, ਤੇ ਬੀਜੇਪੀ ਗਵਰਨਮੈਂਟ ਇੰਡੀਆ ਦੇ ਵਿੱਚ ਇਸ ਵਕਤ ਸਥਾਪਤੀ ਦੇ ਵਿੱਚ ਆ, ਗਵਰਨਮੈਂਟ ਦੇ ਵਿੱਚ ਬੀਜੇਪੀ ਪਾਰਟੀ ਆ, ਤੇ ਉਹਨਾਂ ਨੇ ਜੋ ਧੱਕਾ ਕੀਤਾ ਸੀ ਟਕੈਤ ਸਾਹਿਬ ਦੇ ਨਾਲ, ਉੱਥੇ ਬੀਜੇਪੀ ਦੇ 2 ਲੀਡਰ ਗਏ ਸੀ ਜੋ ਉਹਨਾਂ ਨੂੰ ਉਠਾਉਣ ਦੇ ਲਈ, ਜ਼ਬਰਦਸਤੀ ਦੇ ਲਈ। ਉਸ ਦੇ ਬਾਰੇ ਤੁਸੀਂ 2 ਸ਼ਬਦ ਪਲੀਜ਼। ਦੇਖੋ, ਜਿਹੜੇ ਗਵਰਨਮੈਂਟ ਆਪਾਂ ਇਹ ਕਹਿੰਦੇ ਆ ਨਾ, ਇਹ ਹਰ ਇੱਕ ਹਰਬਾ ਜਰਬਾ ਵਰਤਦੀਆਂ ਹੁੰਦੀਆਂ ਗਵਰਨਮੈਂਟਾਂ। ਉਹ ਕਹਿੰਦੇ ਹੁੰਦੇ ਵੀ ਦੁਸ਼ਮਣ ਬਾਤ ਕਰੇ ਅਨਹੋਣੀ। ਜਦੋਂ ਹੁਣ ਉਹਨਾਂ ਨਾਲ ਆਪਣੀ ਦੁਸ਼ਮਣ ਵਾਲੀ ਗੱਲ ਹੋਈ ਆ, ਉਹ ਹੁਣ ਆਪਣੇ ਆਪ ਨੂੰ ਹਰ ਇੱਕ ਵਰਤਣਗੇ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਹਰੇਕ ਸੰਘਰਸ਼ਾਂ ਦੇ ਵਿੱਚ ਇਦਾਂ ਕਰਦੇ ਆ, ਉਹਨਾਂ ਨੂੰ ਮੂੰਹ ਪਿਆ ਹੋਇਆ। ਉਹ ਜਾਣੇ ਜਾਂਦੇ ਆ ਇਹਨਾਂ ਗੱਲਾਂ ਨਾਲ ਕਿ ਉਹਨਾਂ ਨੇ ਅੱਗੇ ਪਹਿਲਾਂ ਸੰਘਰਸ਼ ਜਿਹੜੇ ਆ ਉਹ ਫੇਲ ਕੀਤੇ ਆ। ਪਰ ਇਹ ਸੰਘਰਸ਼ ਹੈ ਨਾ, ਇਹ ਕਿਸੇ ਇੱਕ ਧਰਮ ਦਾ ਜਾਂ ਇੱਕ ਖਿੱਤੇ ਦਾ ਨਹੀਂ, ਇਹ ਹੁਣ ਪੂਰੇ ਭਾਰਤ ਦਾ ਸੰਘਰਸ਼ ਬਣ ਚੁੱਕਿਆ। ਭਾਰਤ ਨਾਲੋਂ ਵੀ ਇਹ ਦੁਨੀਆ ਭਰ ਦੇ ਵਿੱਚ ਇਹਦੀ ਗੱਲ ਹੁੰਦੀ ਆ, ਘਰ ਘਰ ਇਹਦਾ ਫਿਕਰ ਕੀਤਾ ਜਾਂਦਾ, ਘਰ ਘਰ ਇਹਦੀਆਂ ਅਰਦਾਸਾਂ ਹੁੰਦੀਆਂ ਨੇ। ਇਹਦੇ ਨਾਲ ਬਹੁਤ ਲੋਕ ਜੁੜੇ ਨੇ ਉੱਥੇ, ਤੇ ਜਿੰਨੇ ਵੀ ਧਰਮ ਨੇ, 4 ਧਰਮਾਂ ਦੀਆਂ, ਤਾਂ ਉੱਥੇ ਰੋਜ਼ ਅਰਦਾਸਾਂ ਹੁੰਦੀਆਂ ਨੇ, ਪਾਠ ਹੁੰਦੇ ਨੇ। ਉੱਥੇ ਲੋਕਾਂ ਦੇ ਵਿੱਚ ਜਿਹੜਾ ਇਹ ਹੈ ਨਾ, ਇਹਨੂੰ ਦਬਾਉਣਾ ਬਹੁਤ ਔਖਾ ਹੁੰਦਾ। ਇਹ ਗਲਤੀ ਕਰ ਰਹੇ ਨੇ। ਜਿੰਨੀ ਛੇਤੀ ਇਹਨਾਂ ਨੂੰ ਹੈ ਸੁਣਨੀ ਚਾਹੀਦੀ ਹੈ ਗੱਲ। ਇਹਨਾਂ ਕੋਲ ਤਾਂ ਬਹੁਤ ਵਧੀਆ, ਮੈਂ ਕਹੂੰਗਾ, ਮੌਕਾ ਹੈ ਬੀਜੇਪੀ ਕੋਲ। ਇਹ ਪੰਜਾਬ ਦੇ ਵਿੱਚ ਕਦੇ ਸੋਚ ਵੀ ਨਹੀਂ ਸਕਦੇ ਸੀ ਵੀ ਮਤਲਬ ਇਹਨਾਂ ਦਾ ਕੋਈ ਸੀਟ ਆ ਜਾਵੇ। ਹੁਣ ਇਹਨਾਂ ਕੋਲ ਮੌਕਾ, ਇਹ ਪੰਜਾਬ ਦਾ ਦਿਲ ਜਿੱਤ ਸਕਦੇ ਸੀ। ਇਹ ਕਿੱਡੀ ਕੁ ਗੱਲ ਹੈ। ਕਿਸਾਨ ਕਿਹੜੇ ਕੋਈ ਇਹੋ ਜਿਹੀ ਚੀਜ਼ ਕੋਈ ਇਹਨਾਂ ਤੋਂ ਐਕਸਟਰਾ ਮੰਗ ਰਿਹਾ ਵੀ ਸਾਨੂੰ ਕੋਈ ਚੀਜ਼ ਦਿਓ, ਤਾਂ ਪਹਿਲਾਂ ਇਦਾਂ ਹੀ ਕਹਿ ਰਹੇ ਨਾ ਵੀ ਜਿਵੇਂ ਅਸੀਂ ਪਹਿਲਾਂ ਸੀ, ਸਾਨੂੰ ਉਦਾਂ ਰਹਿਣ ਦਿਓ, ਸਾਨੂੰ ਕੁਛ ਨਹੀਂ ਚਾਹੀਦਾ। ਉਹ ਇਹਨਾਂ ਤੋਂ ਮੰਗ ਨਹੀਂ ਕੁਛ ਰਹੇ, ਉਹ ਇਹ ਜੋ ਦੇ ਰਹੇ ਆ ਉਹ ਲੈ ਨਹੀਂ ਰਹੇ। ਉਹ ਕਹਿੰਦੇ ਸਾਨੂੰ ਨਹੀਂ ਲੋੜ ਇਹਨਾਂ ਚੀਜ਼ਾਂ ਦੀ, ਤੁਸੀਂ ਆਪਣੇ ਕੋਲ ਹੀ ਰੱਖੋ। ਸੋ ਇਹਨਾਂ ਨੂੰ ਥੋੜਾ ਜਿਹਾ ਜਿਗਰਾ ਵੱਡਾ ਕਰਨਾ ਚਾਹੀਦਾ। ਪਰ ਇਹ ਤਾਂ ਕਮਜ਼ੋਰ, ਮੈਂ ਕਹੂੰਗਾ ਵੀ ਕਮਜ਼ੋਰ ਸਰਕਾਰ ਹੈ। ਲੋਕਾਂ ਤੋਂ ਗਲਤੀ ਹੋ ਗਈ, ਇਹਨਾਂ ਨੂੰ ਐਡਾ ਵੱਡਾ ਬਹੁਮਤ ਦੇਤਾ। ਸੋ ਇਹ ਹੁਣ ਆਪਣੇ ਲੋਕਾਂ ਤੇ ਦੇਖੋ ਕਿੱਡੇ ਮਤਲਬ ਕਦੇ ਉਹਨਾਂ ਨੂੰ ਕਿਸੇ ਨਾਲ ਜੋੜ ਦਿੰਦੇ ਆ। ਉਹ ਬਾਰ-ਬਾਰ ਕਹਿੰਦੇ ਆਪਣੀਆਂ ਸਟੇਜਾਂ ਤੋਂ, ਕਦੇ ਉਹਨਾਂ ਨੂੰ ਕਹਿੰਦੇ ਤੁਸੀਂ ਪਾਕਿਸਤਾਨੀ ਹੋ, ਤੁਸੀਂ ਚਾਈਨੀ ਹੋ, ਤੁਸੀਂ ਖਾਲਿਸਤਾਨੀ ਹੋ। ਉਹ ਭਾਈ ਉਹ ਕਿਸਾਨ ਨੇ। ਕਿਸਾਨ ਇਸ ਟਾਈਮ ਪਿਸਿਆ ਪਿਆ, ਈਵਨ ਸਾਰੀ ਦੁਨੀਆ ਦੇ ਵਿੱਚ। ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਇਹ ਕਹਿੰਦੇ ਆ 5-7 ਜਿਹੜਾ ਆਪਣੇ ਪੰਜਾਬ ਦਾ ਜਿਹੜਾ ਮਾਡਲ ਹੈ ਨਾ, ਪੰਜਾਬ ਦਾ 5 ਕਿੱਲਿਆਂ ਵਾਲਾ, ਕੋਈ 7 ਕਿੱਲਿਆਂ ਵਾਲਾ ਵਧੀਆ ਰੋਟੀ ਖਾਂਦਾ ਉੱਥੇ ਬੰਦਾ, ਜੇ ਆਪਣੇ ਖਰਚੇ ਜਿਹੜੇ ਨੇ ਕੰਟਰੋਲ ਰੱਖੇ। ਇੱਥੇ ਮੇਰੇ ਕੋਲੇ 5 ਏਕੜ ਨੇ ਅਮਰੀਕਾ ਦੇ ਵਿੱਚ, ਮੈਂ ਉਹਦੇ ਤੇ ਰੋਟੀ ਨਹੀਂ ਖਾ ਸਕਦਾ। ਮਤਲਬ ਜੇ ਉਹ ਅਮਰੀਕਾ ਵਾਲਾ ਮਾਡਲ ਉੱਥੇ ਲਿਜਾਣਾ ਚਾਹੁੰਦੇ ਆ,
ਉਹ ਫੇਲ ਮਾਡਲ ਨੇ ਜਿਹੜੇ ਉਹ ਪੇਸ਼ ਕਰਦੇ ਆ। ਉਹ ਕਿਸਾਨਾਂ ਨੇ ਸਮਝ ਲਿਆ ਉਹਨੂੰ ਚੀਜ਼ ਨੂੰ, ਉਹਨੂੰ ਸਮਝ ਕੇ ਉਹ ਪੂਰੇ ਭਾਰਤ ਦੇ ਵਿੱਚ ਲੈ ਕੇ ਗਏ ਆਪਣੀ ਗੱਲ, ਤੇ ਸਾਰੇ ਉਹਦੇ ਨਾਲ ਤੁਰ ਪਏ। ਪਰ ਜਿਹੜੀ ਖੇਤੀ ਹੈ ਇਹਦੇ ਨਾਲ ਹਰ ਇੱਕ ਬੰਦਾ ਰਿਲੇਟਡ, ਚਾਹੇ ਉਹਦਾ ਕੋਈ ਵੀ ਉਹ ਹੈ। ਇਸੇ ਕਰਕੇ ਇਹ ਸੰਘਰਸ਼ ਜਿਹੜਾ ਨਾ, ਇਹਨੂੰ ਦਬਾਉਣਾ ਬਹੁਤ ਔਖਾ ਹੈ। ਇਹ ਗਲਤੀ ਕਰ ਰਹੇ ਨੇ, ਇਹਨਾਂ ਤੋਂ ਨਹੀਂ ਦਬਣਾ ਇਹ। ਬਿਲਕੁਲ ਬਿਲकुल ਬਲ ਜੀ, ਜੋ ਇਸ ਵਕਤ ਬੀਜੇਪੀ ਗਲਤੀ ਦਰ ਗਲਤੀ ਕਰ ਰਹੀ ਹੈ, ਕਿਸਾਨਾਂ ਦੀ ਆਵਾਜ਼ ਨੂੰ ਕਹਿ ਲਓ ਜਾਂ ਲੋਕਾਂ ਦੀ ਆਵਾਜ਼ ਨੂੰ ਦਬਾ ਰਹੀ ਆ, ਇਸ ਦੇ ਬਾਰੇ 2 ਸ਼ਬਦ ਪਲੀਜ਼। ਹਾਂਜੀ ਭਾਜੀ, ਇੱਕ ਤੇ ਮੈਂ ਆਪਣੇ ਮੋਦੀ ਸਾਹਿਬ ਨੂੰ ਦੱਸਣਾ ਵੀ ਚਾਹੁੰਦਾ ਵੀ ਕਿਸੇ ਵੀ ਸੰਘਰਸ਼ ਨੂੰ ਜਿਸ ਕਿਸੇ ਨੇ ਵੀ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਨਾ, ਉਹ ਸੰਘਰਸ਼ ਦੁੱਗਣਾ ਚੌਗਣਾ ਹੋ ਕੇ ਉਹ ਸਾਹਮਣੇ ਆਉਂਦਾ ਹੁੰਦਾ। ਕਿਉਂਕਿ ਨਾਲੇ ਸਾਡੇ ਪੰਜਾਬੀਆਂ ਦੀ ਫਿਤਰਤ ਹੈ, ਅਸੀਂ ਉੱਦਾਂ ਦੇ ਭਾਵੇਂ ਕਿਸੇ ਨੂੰ ਕੁਛ ਨਾ ਕਹੀਏ, ਜੇ ਅਗਲਾ ਸਾਨੂੰ ਕਹੇ ਵੀ ਤੈਨੂੰ ਬੋਲਣ ਨਹੀਂ ਦੇਣਾ, ਤੇ ਫਿਰ ਅਸੀਂ ਕਹਿੰਦੇ ਆ ਵੀ ਭਾਈ ਤੈਨੂੰ ਬੋਲ ਕੇ ਦੱਸਦੇ ਆ। ਤੇ ਇਹ ਜਿਹੜਾ ਚੀਜ਼ ਹੈ ਮੋਦੀ ਦੀ ਫਿਲਾਸਫੀ ਜਿਹੜੀ ਹੈ, ਇਹਨੂੰ ਮੇਰਾ ਖਿਆਲ ਆ ਅਜੇ ਤੱਕ ਪੰਜਾਬੀਆਂ ਦੀ ਫਿਲਾਸਫੀ ਸਮਝ ਨਹੀਂ ਆਈ, ਤੇ ਇਦਾਂ ਦੇ ਕੰਮ ਇਹਨੂੰ ਕਰਨੇ ਨਹੀਂ ਚਾਹੀਦੇ। ਮੈਂ ਤਾਂ ਇਹ ਵੀ ਗੱਲ ਕਹਾਂਗਾ ਕਿ ਜਿਹੜਾ 26 ਜਨਵਰੀ ਤੇ ਜੋ ਕੁਛ ਵੀ ਵਾਤਾਵਰਨ ਹੋਇਆ, ਉਹ ਕਿਸੇ ਯੰਗ ਮੁੰਡਿਆਂ ਨੇ, ਤੇ ਉਹ ਮੁੰਡੇ ਸਾਡੇ ਹੀ ਨੇ ਉਹ, ਤੇ ਜੇ ਕੁਛ ਹੋ ਗਿਆ ਉਹ ਕੋਈ ਐਡੀ ਕੋਈ ਗੱਲ ਨਹੀਂ ਹੋਈ। ਇਹ ਝੰਡਾ ਜਦੋਂ ਲੜਾਈਆਂ ਜਿੱਤੀਆਂ ਹੈਗੀਆਂ ਉੱਥੇ ਵੀ, ਉੱਥੇ ਮੈਦਾਨਾਂ ਵਿੱਚ ਵੀ ਸੀਗਾ, ਉਹ ਫੌਜੀ ਜੰਗ ਵਿੱਚ ਵੀ ਸੀਗਾ। ਸੋ ਐਡੀ ਕੋਈ ਵੱਡੀ ਗੱਲ ਨਹੀਂ ਹੋਈ। ਤੇ ਮੈਂ ਬਾਕੀ ਸਾਰਿਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਅੱਗੇ ਤਾਂ ਜਿਹੜੇ ਪੰਜਾਬ ਦੇ ਵਿੱਚ ਲੋਕ ਜਿੱਦ ਗਏ ਆ ਕਿ ਨਹੀਂ ਗਏ, ਜਿਹੜੇ ਨਹੀਂ ਗਏ ਅਜੇ ਤੱਕ, ਉਹ ਇੱਕ ਵਾਰੀ ਜ਼ਰੂਰ ਆਪਣਾ ਉੱਥੇ ਜਾ ਕੇ ਆਪਣਾ ਹਿੱਸਾ ਪਾਉਣ। ਕਿਉਂਕਿ ਪੰਜਾਬ ਦੀ ਇਹ ਜਿਹੜੀ ਸਾਡੀ ਜਿਹੜੀ ਹੈਗੀ ਆ ਇਕਨੋਮੀ, ਇਹ ਸਾਰੀ ਨਿਰਭਰ ਹੀ ਐਗਰੀਕਲਚਰ ਤੇ ਕਰਦੀ ਆ। ਜੇ ਲਾਭ ਬਣ ਗਏ ਤੇ ਫਿਰ ਕਿਸਾਨਾਂ ਦਾ ਸਭ ਤੋਂ ਵੱਧ ਨੁਕਸਾਨ ਹੋਏਗਾ। ਤੇ ਸਾਡੇ 70% ਲੋਕ ਜਿਹੜੇ ਆ ਛੋਟੀ ਕਿਸਾਨੀ ਕਰਦੇ ਆ, ਤੇ ਇਹ ਉਹਨਾਂ ਨੂੰ ਬਚਾਉਣ ਵਾਸਤੇ ਉੱਥੇ ਉਹਨਾਂ ਦਾ ਜਾਣਾ ਬਹੁਤ ਜ਼ਰੂਰੀ ਆ। ਤੇ ਆੜ੍ਹਤੀਆਂ ਦੀ ਵੀ ਹੀ ਜਿਹੜੀ ਰੋਟੀ ਆ, ਉਹ ਵੀ ਇਹਦੇ ਨਾਲ ਸੰਬੰਧਿਤ ਹੈ। ਕਿਉਂਕਿ ਜੇ ਮੰਡੀ ਉਹਨਾਂ ਦੀ ਬਣ ਗਈ ਤੇ ਆੜ੍ਹਤੀਆਂ ਨੇ ਵੀ ਆੜਤ ਜਿਹੜੀ ਆ ਬਿਲਕੁਲ ਬੰਦ ਹੋ ਜਾਏਗੀ। ਸੋ ਸਾਰੇ ਪੰਜਾਬ ਨੂੰ ਹਮਲਾ ਮਾਰਨਾ ਚਾਹੀਦਾ, ਤੇ ਪੰਜਾਬ ਉੱਥੇ ਸਾਰੇ ਜਾ ਕੇ ਇਕੱਠੇ ਹੋਵੋ। ਤੇ ਜਿੰਨੇ ਵੀ ਬਾਰਡਰ ਹੈਗੇ ਆ ਉੱਥੇ ਹੁਣ ਅੱਗੇ ਨਾਲੋਂ ਦੁੱਗਣੇ ਬੰਦੇ ਆ, ਤੇ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਆ ਟਕੈਤ ਸਾਹਿਬ ਤੇ ਬਾਕੀ ਸਾਰੇ ਜਿਹੜੇ ਉੱਥੋਂ ਦੇ ਬੁਲਾਰੇ ਨੇ, ਉਹਨਾਂ ਦੇ ਗੱਲਾਂ ਸੁਣ ਕੇ ਹੀ ਇਹ ਸਾਰੇ ਲੋਕ ਉੱਥੇ ਪੁੱਜ ਰਹੇ ਨੇ। ਮੈਂ ਇੱਕ ਵਾਰੀ ਸਾਰਿਆਂ ਨੂੰ ਫਿਰ ਸੱਦਾ ਦੇਣਾ ਚਾਹੁੰਦਾ ਵੀ ਪੰਜਾਬ ਤੋਂ ਵੀ, ਕਿਉਂਕਿ ਮੈਂ ਪੰਜਾਬੀ ਹਾਂ, ਤੇ ਉਹਨਾਂ ਤੋਂ ਜਿੰਨੇ ਵੀ ਬੰਦੇ ਅਜੇ ਤੱਕ ਨਹੀਂ ਗਏ ਜ਼ਰੂਰ ਜਾ ਕੇ ਆਉਣ ਉੱਥੇ। ਬਿਲਕੁਲ ਜੀ, ਬਹੁਤ ਵਧੀਆ। ਇਹ ਤੁਸੀਂ ਇੱਕ ਨਵਾਂ ਸੁਨੇਹਾ ਸਮੂਹ ਸੰਗਤ ਨੂੰ, ਪੰਜਾਬ ਜਾਂ ਪੰਜਾਬ ਤੋਂ ਬਾਹਰ ਵਸਦੇ ਹਰਿਆਣਾ ਪੰਜਾਬੀ ਸਮੂਹਕ ਭਾਰਤ, ਅਸੀਂ ਸਾਰੇ ਇਹੀ ਆਪਣੇ ਪਲੇਟਫਾਰਮ ਤੋਂ ਬੇਨਤੀ ਕਰਦੇ ਹਾਂ ਜੀ ਕਿ ਵੱਧ ਤੋਂ ਵੱਧ ਲੋਕ ਦੁਬਾਰਾ ਸੰਘਰਸ਼ ਦੇ ਨਾਲ ਜੁੜੋ। ਜੇ ਕੋਈ ਟੁੱਟ ਗਿਆ ਜਾਂ ਰੁੱਸ ਗਿਆ ਜਾਂ ਕਿਸੇ ਪੱਖੋਂ ਉਹ ਘਰੇ ਜਾ ਕੇ ਬੈਠ ਗਏ ਆ ਨਾ, ਘਰੇ ਬੈਠਿਆਂ ਗੱਲ ਨਹੀਂ ਬਣਨੀ, ਕਹਿੰਦੇ ਹੁੰਦੇ ਜੇ ਗਵਾਂਢੀਆਂ ਦੇ ਅੱਗ ਲੱਗੀ ਹੈ ਤੇ ਆਪਣੇ ਵੀ ਉਹ ਆਈ ਲਓ। ਸੋ ਦੋਸਤੋ, ਜਿਵੇਂ ਬਲ ਜੀ ਨੇ ਗੱਲ ਕੀਤੀ ਸੇਖੋਂ ਸਾਹਿਬ ਨੇ ਕਿ ਮੋਦੀ ਗਵਰਨਮੈਂਟ ਦੇ ਕੋਲ ਇੱਕ ਵਧੀਆ ਚਾਂਸ ਸੀਗਾ ਪੰਜਾਬ ਦੇ ਵਿੱਚ ਸਥਾਪਤੀ ਕਰਨ ਦੇ ਲਈ, ਪੰਜਾਬ ਦੇ ਸਿਸਟਮ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ, ਜੇਕਰ ਉਹ ਕਿਸਾਨਾਂ ਦੀ ਗੱਲ ਸੁਣਦੇ। ਤੇ ਪਰ ਹਾਲਾਤ ਅਜਿਹੇ ਆ, ਜੋ ਅੱਜ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ, ਤੇ ਅਨੰਦਪੁਰ ਸਾਹਿਬ ਡਿਸਟ੍ਰਿਕਟ ਦੀ ਨਿਊਜ਼ ਹੈ ਜੀ ਕਿ ਬੀਜੇਪੀ ਕੋਲੇ ਕੈਂਡੀਡੇਟ ਹੀ ਹੈ ਨਹੀਂਗਾ ਕੋਈ। ਇਹ ਜਿਹਨੂੰ ਟਿਕਟ ਦਿੰਦੇ ਆ ਉਹ ਬੰਦਾ ਦੋਨੇ ਹੱਥ ਜੋੜ ਕੇ ਕਹਿੰਦਾ ਕਿ ਭਾਈ ਤੁਸੀਂ ਖੁਦ ਲੜ ਲਓ, ਹੁਣ ਪੰਜਾਬ ਦੇ ਬਾਰੇ ਭੁੱਲ ਜਾਓ। ਜਲਾਲਾਬਾਦ ਜਾਂ ਹੋਰ ਕਈਆਂ ਪੂਰੇ ਪੰਜਾਬ ਦੇ ਵਿੱਚੋਂ ਜਿੱਤਣਾ ਤਾਂ ਦੂਰ ਦੀ ਗੱਲ ਹੈ, ਇਹਨਾਂ ਕੋਲੇ ਅੱਜ ਬੀਜੇਪੀ ਕੋਲੇ ਆਪਣੇ ਨਗਰ ਨਿਗਮਾਂ ਦੇ ਵਿੱਚ ਖੜੇ ਕਰਨ ਦੇ ਲਈ ਕੈਂਡੀਡੇਟ ਵੀ ਨਹੀਂ ਹੈਗੇ। ਸੇਖੋਂ ਸਾਹਿਬ, ਇਸ ਦੇ ਉੱਤੇ ਤੁਸੀਂ ਦੱਸੋ, ਪੰਜਾਬ ਦੀ ਮੌਜੂਦਾ ਜੋ ਰਾਜਨੀਤਿਕ ਹਾਲਾਤ ਅੱਜ ਬੀਜੇਪੀ ਦੇ ਲਈ ਬਣੇ ਆ, ਇਹ ਪੰਜਾਬ ਦੇ ਫਿਊਚਰ ਦੇ ਲਈ ਇਹ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਕਿਸੇ ਟਾਈਮ ਇਹ ਗਲਤੀਆਂ ਹੋਰ ਪਾਰਟੀਆਂ ਨੇ ਵੀ ਪਹਿਲਾਂ ਕੀਤੀਆਂ, ਇਹਨਾਂ ਨੂੰ ਇਹ ਸਬਕ ਸਿੱਖਣਾ ਚਾਹੀਦਾ ਉਹਨਾਂ ਤੋਂ। ਪੂਰੇ ਨੇਸ਼ਨ ਦੇ ਵਿੱਚ ਉਹਨਾਂ ਨੂੰ, ਮਤਲਬ ਉਹਨਾਂ ਦਾ ਬਹੁਤ ਮੰਦਾ ਹਾਲ ਅੱਜ ਦੇਖਿਆ ਜਾਵੇ, ਹੈ ਨਾ। ਇਹ ਪਹਿਲਾਂ ਵਾਲੀਆਂ ਪਾਰਟੀਆਂ ਤੋਂ ਇਹਨਾਂ ਨੇ ਸਿੱਖਿਆ ਨਹੀਂ ਲਈ।
ਹੁਣ ਇਹਨਾਂ ਦੇ ਤੁਸੀਂ ਕੈਂਡੀਡੇਟ ਦੀ ਗੱਲ ਕਰਦੇ ਹੋ, ਮੇਰਾ ਖਿਆਲ ਆ ਵੀ ਉਹ ਘਰੋਂ ਨਿਕਲਣਾ ਉਹਨਾਂ ਦਾ ਲੋਕਾਂ ਨੇ ਬੰਦ ਕੀਤਾ। ਦੇਖੋ ਜਦੋਂ ਪਤਾ ਹੈ ਉਹਨਾਂ ਨੂੰ, ਹੁਣ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਕੈਂਡੀਡੇਟ ਨਾ, ਉਹਨਾਂ ਨੂੰ ਪਤਾ ਸਾਰਾ ਕੁਝ ਇਹ ਗਲਤ ਹੋ ਰਿਹਾ। ਇਹ ਇਹਨਾਂ ਦੀ ਇੱਕ ਨਾ ਈਗੋ ਪ੍ਰੋਬਲਮ ਹੈ। ਇਹਨਾਂ ਨੇ 2-4 ਜਿਹੜੀਆਂ ਗੱਲਾਂ ਪਹਿਲਾਂ ਇਦਾਂ ਕੀਤੀਆਂ ਨਾ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਇਹਨਾਂ ਨੂੰ ਬਹੁਮਤ ਮਿਲਣ ਦਾ ਜਿਹੜਾ ਨਾ ਉਹ ਬਹੁਤ ਵੱਡਾ ਮਿਸਟੇਕ ਸੀਗਾ। ਤੇ ਇਹ ਏਡੇ ਵੱਡੇ ਕੰਟਰੀ ਦੇ ਵਿੱਚ ਪੂਰਨ ਬਹੁਮਤ ਨਹੀਂ ਕਿਸੇ ਵੀ ਪਾਰਟੀ ਨੂੰ ਹੋਣਾ ਚਾਹੀਦਾ। ਇਹ ਬਹੁਤ ਅੱਗੇ ਵਾਸਤੇ ਲੋਕਾਂ ਨੂੰ ਸੋਚਣਾ ਚਾਹੀਦਾ। ਸੋ ਉਹਦਾ ਇਹ ਨਾ ਇਹਨਾਂ ਨੇ ਨਜਾਇਜ਼ ਫਾਇਦਾ ਜਿਹੜਾ ਉਹ ਉਠਾਇਆ। ਸੋ ਪਹਿਲਾਂ ਇਹਨਾਂ ਨੇ ਜਿਵੇਂ ਕਸ਼ਮੀਰ ਦੇ ਵਿੱਚ ਹੋਇਆ, ਸਾਰੇ ਕਿਤੇ ਇਹਨਾਂ ਨੇ ਏਦਾਂ ਕੋਸ਼ਿਸ਼ ਕੀਤੀ। ਪਹਿਲਾਂ ਦਿੱਲੀ ਦੇ ਵਿੱਚ ਮਤਲਬ ਉਸ ਦੇਸ਼ ਦੇ 125 ਕਰੋੜ ਬੰਦਿਆਂ ਤੇ ਜਿਹੜਾ ਬੰਦਾ ਰਾਜ ਕਰ ਰਿਹਾ, ਉਹਦੇ ਤੇ ਇਲਜ਼ਾਮ ਲੱਗੇ ਹੋਏ ਨੇ ਵੀ ਉਹਨੇ ਪਹਿਲਾਂ ਮਨੁੱਖਤਾ ਦਾ ਘਾਣ ਕੀਤਾ ਹੋਇਆ। ਉਹਨੂੰ ਕਿਸੇ ਟਾਈਮ ਇੱਥੇ ਵੀ ਸਾਡੇ ਮਤਲਬ ਬੀਜੇ ਤੇ ਰੋਕ ਲੱਗੀ ਹੋਈ ਸੀ, ਗੁਜਰਾਤ ਦੰਗਿਆਂ ਦਾ ਉਹਦੇ ਤੇ ਦੋਸ਼ ਹੈ। ਸੋ ਚਲੋ ਅਸੀਂ ਉਸ ਪਾਸੇ ਨਾ ਜਾਈਏ, ਪਰ ਜਿਹੜਾ ਨਾ ਪੰਜਾਬ ਥੋੜੀ ਜਿਹੀ ਵੱਖਰੀ ਤਸਵੀਰ ਦੇ ਲੋਕ ਉੱਥੇ ਰਹਿੰਦੇ ਆ। ਇਹ ਤਾਂ ਆਪਸ ਦੇ ਵਿੱਚ ਨਹੀਂ ਕਿਸੇ ਨੂੰ ਬਖਸ਼ਦੇ। ਹੁਣ ਦੇਖੋ ਕੀ ਹਾਲ ਹੋਇਆ ਉੱਥੇ, ਮਤਲਬ ਇਹ ਟੋਲਰੈਂਸ ਹੈ ਨਹੀਂ ਗੀ ਸਾਡੇ। ਮਤਲਬ ਇਹ ਪੰਜਾਬ ਨੇ ਇਹਨੂੰ ਖੜਾ ਕੀਤਾ ਸੰਘਰਸ਼ ਨੂੰ। ਅੱਜ ਭਾਵੇਂ ਯੂਪੀ ਵਾਲੇ ਭਰਾ ਸਾਡੇ ਤਾਂ ਹਰਿਆਣੇ ਵਾਲੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਏ, ਪਰ ਬੀਜੇਪੀ ਨੂੰ ਤੁਸੀਂ ਕੈਂਡੀਡੇਟ ਦੀ ਗੱਲ ਕਰਦੇ ਹੋ, ਮੇਰਾ ਖਿਆਲ ਆ ਵੀ ਇਹਨਾਂ ਨੂੰ ਘਰੋਂ ਲੋਕਾਂ ਨੇ ਨਿਕਲਣਾ ਬੰਦ ਕੀਤਾ ਹੋਇਆ। ਤੇ ਇਹਨਾਂ ਨੂੰ ਆਪ ਸ਼ਰਮ ਆਉਂਦੀ ਹੈ ਵੀ ਅਸੀਂ ਕਿੱਡਾ ਇਹ ਜਿਹੜਾ ਮਤਲਬ ਕਿੱਦਾਂ ਦੀ ਪਾਰਟੀ ਦੇ ਨਾਲ ਜੁੜੇ ਹੋਏ ਆ, ਜਿਹੜੇ ਲੋਕਾਂ ਦੀ ਗੱਲ ਹੀ ਨਹੀਂ ਸੁਣਦੇ। ਬਿਲਕੁਲ ਬਿਲਕੁਲ। ਸੋ ਦੋਸਤੋ, ਜਿਵੇਂ ਹਰੇਕ ਮਿੱਟੀ ਦੀ ਆਪਣੀ ਕਹਿੰਦੇ ਖਾਲਸਤ ਹੁੰਦੀ ਆ ਤੇ ਹਰੇਕ ਜ਼ਮੀਰ ਵਿਕਾਊ ਨਹੀਂ ਹੁੰਦੀ। ਸੋ ਪੰਜਾਬੀਆਂ ਦਾ ਇਤਿਹਾਸ ਹੈ, ਜੇ ਆਪਾਂ ਪੁਰਾਣੀ ਹਿਸਟਰੀ ਚੱਕੀਏ, ਚਾਹੇ ਉਹ ਅਬਦਾਲੀ ਹੋਣ ਤੇ ਚਾਹੇ ਕੋਈ ਮੁਗਲ ਹੋਣ ਤੇ ਚਾਹੇ ਕੋਈ ਅੰਗਰੇਜ਼, ਜਿਵੇਂ ਉਹਨਾਂ ਨੇ ਵੀ ਸਾਰਾ ਇੰਡੀਆ ਜਿੱਤ ਲਿਆ ਸੀ ਤੇ ਐਂਡ ਤੇ ਆ ਕੇ ਪੰਜਾਬ ਖੜ ਗਿਆ ਸੀ। ਤੇ ਜਦੋਂ ਪੰਜਾਬ ਨੂੰ ਉਹਨਾਂ ਨੇ ਫਿਰ ਟੇਕ ਓਵਰ ਕਰਦੇ ਆ ਤੇ ਐਂਡ ਤੇ ਉਹਨਾਂ ਨੂੰ ਪੰਜਾਬੀਆਂ ਨੇ 93% ਆਜ਼ਾਦੀਆਂ ਦੇ ਕੇ ਦੇਸ਼ ਨੂੰ ਵੀ ਆਜ਼ਾਦ ਕਰਵਾਇਆ। ਸੋ ਇਹ ਮੌਜੂਦਾ ਸਰਕਾਰਾਂ, ਜੋ ਚਾਹੇ ਉਹ ਬੀਜੇਪੀ ਦੀ ਹੋਵੇ ਜਾਂ ਇਸ ਤੋਂ ਪਹਿਲਾਂ ਕਾਂਗਰਸ ਦੀ ਸੀਗੀ, ਇਹਨਾਂ ਨੇ ਹਮੇਸ਼ਾ ਪੰਜਾਬੀਆਂ ਨੂੰ ਜਿਵੇਂ ਇੱਕ ਦੂਸਰੇ ਦਰਜੇ ਦੇ ਸ਼ਹਿਰੀ ਦੇ ਤੌਰ ਤੇ ਦੇਖਿਆ, ਕਿਉਂਕਿ ਇਹਨਾਂ ਨੂੰ ਪਤਾ ਆ ਕਿ ਜੇ ਪੰਜਾਬੀਆਂ ਦੀ ਲੀਡਰਸ਼ਿਪ ਅਸੀਂ ਮਕਬੂਲ ਹੁੰਦੀ ਆ ਜਾਂ ਅਸੀਂ ਉਸ ਨੂੰ ਮੰਨਦੇ ਹਾਂ, ਤੇ ਫਿਰ ਜੋ ਭਾਰਤ ਦੇ ਉੱਤੇ ਜੋ ਇਹਨਾਂ ਦਾ ਰਾਜ ਹੈ, ਜੋ ਇੱਕ ਧਾਰਮਿਕ ਤੌਰ ਦੇ ਉੱਤੇ ਕੋਈ ਵੀ ਪਾਰਟੀ ਜੋ ਰਾਜ ਕਰਨਾ ਚਾਹੁੰਦੀ ਆ, ਉਸ ਨੂੰ ਬੜਾ ਵੱਡਾ ਚੈਲੰਜ ਹੈ ਇਹ। ਸੋ ਗੱਲ ਅੱਗੇ ਵਧਾਉਂਦੇ ਆ। ਸੋ ਇਸ ਵਕਤ ਕਿਸਾਨੀ ਸੰਘਰਸ਼ ਵੱਲ ਮੋੜਦੇ ਆ। ਸੋ ਅਗਲੀ ਕਾਲ ਜੋ ਸੰਯੁਕਤ ਮੋਰਚੇ ਦੀ ਹੈ ਜੀ, ਜੋ ਬੁੱਧਵਾਰ ਨੂੰ ਜੋ ਆਪਣੇ ਭਾਰਤ ਦੇ ਹਿਸਾਬ ਦੇ ਨਾਲ ਇੱਕ ਮਹਾ ਪੰਚਾਇਤ ਹੋ ਰਹੀ ਹੈ ਹਰਿਆਣੇ ਦੇ ਵਿੱਚ, ਉਹਨੂੰ ਰਕੇਸ਼ ਟਕੈਤ ਜੀ ਵੀ ਅਟੈਂਡ ਕਰ ਰਹੇ ਆ ਤੇ ਰਾਜੇਵਾਲ ਸਾਹਿਬ, ਹੋ ਸਕਦਾ ਸੰਯੁਕਤ ਮੋਰਚੇ ਦੇ ਵੱਲੋਂ ਰਾਜੇਵਾਲ ਸਾਹਿਬ ਵੀ ਉਹਨਾਂ ਨੂੰ ਕੰਪਨੀ ਕਰਨ। ਤੋ ਸੇਖੋਂ ਸਾਹਿਬ, ਇਹ ਵੱਡੀਆਂ ਜੋ ਮਹਾ ਪੰਚਾਇਤਾਂ ਹੋ ਰਹੀਆਂ ਆ, ਇਹਦਾ ਸੰਘਰਸ਼ ਨੂੰ ਇਹ ਕੀ ਮੋੜ ਦੇਣਗੀਆਂ ਜਾਂ ਇਹਨਾਂ ਦਾ ਕੀ ਯੋਗਦਾਨ ਹੋਊਗਾ ਆਉਣ ਵਾਲੇ ਸੰਘਰਸ਼ ਦੇ ਵਿੱਚ? ਦੇਖੋ, ਹਰਿਆਣੇ ਦੇ ਕੋਲ ਤੇ ਯੂਪੀ ਦੇ ਕੋਲ ਨਾ ਬਹੁਤ ਵਧੀਆ ਉਹਨਾਂ ਨੇ ਸਿਸਟਮ ਆਪਣਾ ਇੱਕ ਬਣਾਇਆ ਹੋਇਆ। ਮਹਾ ਪੰਚਾਇਤ ਆ ਉਹਨਾਂ ਕੋਲੇ ਖਾਪ ਪੰਚਾਇਤ ਆ ਹਰਿਆਣੇ ਦੇ ਕੋਲੇ, ਹਨਾ, ਯੂਪੀ ਦੇ ਕੋਲੇ ਮਹਾ ਪੰਚਾਇਤ ਹੈ। ਇਹਦੇ ਤੋਂ ਸਾਨੂੰ ਇੱਕ ਚੀਜ਼ ਸਿੱਖਣੀ ਵੀ ਚਾਹੀਦੀ ਆ ਵੀ ਜੇ ਅਸੀਂ ਕੋਈ ਇੱਕ ਆਵਾਜ਼ ਮਾਰਦੇ ਆ, ਉਹਦੇ ਥੱਲੇ ਇਕੱਠੇ ਹੋ ਜਾਂਦੇ ਆ। ਤੇ ਕੱਲ ਮੈਂ ਸੁਣਦਾ ਸੀ ਉੱਥੋਂ, ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਫੈਸਲਾ ਲਵਾਂਗੇ, ਅਸੀਂ ਪੰਚਾਇਤੀ ਫੈਸਲਾ ਲਵਾਂਗੇ, ਈਵਨ ਉਹ ਗੋਤਾਂ ਦੇ ਆਧਾਰ ਤੇ ਵੀ। ਉਹ ਕਹਿੰਦੇ ਵੀ ਸਾਡੇ, ਉਹਨਾਂ ਨੇ ਉੱਥੇ ਗੋਤ ਦਾ ਨਾਮ ਲਿਆ ਆਪਣੇ ਦਾ, ਵੀ ਸਾਡੇ ਇੱਥੇ 15 ਪਿੰਡ ਨੇ, ਸਾਡੇ 53 ਪਿੰਡ ਉਹ ਸਾਡੇ ਗੋਤੀਆਂ ਦੇ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਾਂਗੇ, ਜੇ ਉਹਨਾਂ ਦੇ ਵਿੱਚੋਂ ਕੋਈ ਵੀ ਤੁਹਾਡੀ ਮਦਦ ਨਹੀਂ ਕਰਦਾ, ਕਿਸਾਨ ਸੰਘਰਸ਼ ਦੇ ਨਾਲ ਨਹੀਂ ਤੁਰਦਾ, ਅਸੀਂ ਉਹਦੇ ਖਿਲਾਫ ਫੈਸਲਾ ਲਵਾਂਗੇ ਤੇ ਸਖਤ ਫੈਸਲਾ ਲਵਾਂਗੇ। ਸੋ ਸਾਨੂੰ ਵੀ ਇਦਾਂ ਦੇ ਜਿਹੜੇ ਨੇ ਨਾ ਇਹ ਸਿਸਟਮ ਬਣਾਉਣੇ ਚਾਹੀਦੇ ਆ। ਸਾਡੇ ਕੀ ਹੋ ਗਿਆ, ਪਿਛਲੇ ਤੁਸੀਂ 20 ਸਾਲ ਪਿੱਛੇ ਚਲੇ ਜਾਓ, ਪਹਿਲਾਂ ਨਹੀਂ ਸੀ ਕਦੇ ਤੁਹਾਨੂੰ ਸੁਣਨ ਨੂੰ ਮਿਲਦਾ ਕਿ ਸਾਡੇ ਅਕਾਲੀ ਸਰਕਾਰ ਜਿਹੜੀ ਹੈ ਸਰਪੰਚ ਹੈ ਜਾਂ ਕਾਂਗਰਸੀ ਸਰਪੰਚ ਹੈ, ਅਸੀਂ ਇਹਨਾਂ 'ਚ ਵੰਡੇ ਰਹਿ ਗਏ, ਅਸੀਂ ਪੋਲੀਟੀਕਲ ਪਾਰਟੀਆਂ ਤੇ ਡਿਪੈਂਡ ਹੋ ਗਏ। ਸਾਨੂੰ ਇਹ ਸਿਸਟਮ ਹੈ ਜਿਹੜਾ, ਇਹਨੂੰ ਹੋਰ ਅੱਗੇ ਬਿਲਡ ਕਰਨਾ ਚਾਹੀਦਾ। ਸਾਨੂੰ ਜਿਹੜਾ ਕਿਸਾਨ, ਜਿਵੇਂ ਹੁਣ ਜਿਵੇਂ ਇੱਥੋਂ ਜਿੱਤ ਕੇ ਚਲੇ ਜਾਂਦੇ ਆ, ਇਹ ਤੋਂ ਬਾਅਦ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਵੀ ਅਸੀਂ ਇਕੱਠੇ ਕਿਵੇਂ ਰਹਿਣਾ ਗਾਂ ਵਾਸਤੇ। ਸੋ ਇੱਥੋਂ ਤੁਸੀਂ ਬੜਾ ਕੁਛ ਆ, ਉਹਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਸਾਡੇ ਲੀਡਰਾਂ ਨੂੰ ਵੀ। ਉੱਥੋਂ ਬੜੇ ਤੁਹਾਨੂੰ ਆਈਡੀਆਜ਼ ਮਿਲਣਗੇ, ਲੋਕ ਹੋਰ ਜੁੜਨਗੇ ਸਾਡੇ ਨਾਲ।
ਦੇਖੋ ਇਹ ਸੰਘਰਸ਼ ਨੂੰ ਇੱਕ ਵਾਰੀ ਕਿਤੇ ਪੀਕ ਤੇ ਲੈ ਜਾਣਾ ਸੌਖਾ ਹੁੰਦਾ, ਪਰ ਉਹਨੂੰ ਬਣਾਈ ਰੱਖਣਾ ਫਿਰ ਉਹ ਸਾਰਿਆਂ ਦੀ ਸਾਨੂੰ ਲੋੜ ਹੁੰਦੀ ਹੈ। ਸੋ ਅੱਜ ਇਹ ਇੱਥੇ ਕੋਈ ਵੀ ਜਿੱਦਾਂ ਇਹ ਇੱਕ ਧਰਮ ਦਾ ਨਹੀਂਗਾ, ਇਹਨੂੰ ਸਾਰੇ ਇਕੱਠੇ ਹੋ ਕੇ ਲੜਨਗੇ, ਫਿਰ ਮੇਰਾ ਖਿਆਲ ਆ ਕੋਈ ਤਾਕਤ ਇਹਨਾਂ ਨੂੰ ਹਰਾ ਨਹੀਂ ਸਕਦੀ। ਮੈਂ ਥੋੜੀ ਜਿਹੀ ਗੱਲ ਐਡ ਕਰਨਾ ਚਾਹੂੰਗਾ, ਜਿਵੇਂ ਬਲ ਬਹਾਦਰ ਜੀ ਨੇ ਪਹਿਲਾਂ ਗੱਲ ਕੀਤੀ ਵੀ ਦੇਖੋ ਜਿਹੜੇ ਸਾਡੇ ਯੰਗਸਟਰ ਹੁੰਦੇ ਆ, ਬੱਚੇ ਹੁੰਦੇ ਆ, ਉਹ ਸਾਡੇ ਆਪਣੇ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲੋ, ਉਹਨਾਂ ਦੀ ਜਿਹੜਾ ਉਹਨਾਂ ਦਾ ਜੋਸ਼ ਆ ਉਹਨੂੰ ਕੈਸ਼ ਕਰੋ, ਉਹਨੂੰ ਵਧੀਆ ਪਾਸੇ ਲਾਓ। ਕਿਵੇਂ ਇਹ ਲੀਡਰਸ਼ਿਪ ਸੋਚੇ ਬੈਠ ਕੇ, ਹਨਾ, ਸੋ ਇਕੱਠੇ ਮਿਲ ਕੇ ਚਲੋ। ਉਹਨਾਂ ਦੇ ਵਿੱਚ એનર્ਜੀ ਜ਼ਿਆਦਾ ਹੁੰਦੀ ਹੈ, ਸੋ ਉਹ ਵੇਸਟ ਨਾ ਜਾਵੇ, ਉਹਨੂੰ ਵਧੀਆ ਪਾਸੇ ਲਾਓ ਤੇ ਉਹਨੂੰ ਨਾਲ ਬਿਠਾਓ। ਇਹ ਇਦਾਂ ਦੇ ਸਿਸਟਮ ਸਾਨੂੰ ਵੀ ਪੰਜਾਬ ਦੇ ਵਿੱਚ ਬਣਾਉਣੇ ਚਾਹੀਦੇ ਆ। ਇਹ ਜਿਹੜੀ ਬਹੁਤ ਵਧੀਆ ਉਹਨਾਂ ਦੇ ਦੋਨਾਂ ਜਿਹੜੇ ਸੂਬੇ ਨੇ ਉਹਨਾਂ ਕੋਲੇ ਬਹੁਤ ਵਧੀਆ ਸਿਸਟਮ ਨੇ, ਤੇ ਉਹ ਬਹੁਤੀ ਪਰਵਾਹ ਨਹੀਂ ਕਰਦੇ ਪੋਲੀਟੀਕਲ ਪਾਰਟੀਆਂ ਦੀ, ਉਹ ਆਪਣੇ ਉਸ ਸਿਸਟਮ ਦੇ ਅੰਡਰ ਰਹਿੰਦੇ ਆ। ਬਿਲਕੁਲ ਬਿਲਕੁਲ। ਬਲ ਜੀ ਤੁਸੀਂ ਵੀ ਆਪਣਾ ਇਹਦੇ ਦੱਸੋ, ਪੰਜਾਬ ਨੂੰ ਸਮਾਜਿਕ ਤਾਣਾ ਬਾਣਾ ਜੋ ਇਸ ਵਕਤ ਰਾਜਨੀਤਿਕ ਖੇਤਰ ਦੇ ਵਿੱਚ ਬੜਾ ਗੰਧਲਾ ਹੋ ਗਿਆ ਆ, ਇਹ ਸੰਘਰਸ਼ ਪੰਜਾਬ ਦੀ ਜਵਾਨੀ ਨੂੰ ਜਾਂ ਪੰਜਾਬ ਨੂੰ ਕੀ ਮੋੜ ਦੇਗਾ? ਹਾਂਜੀ, ਉਹ ਤੋਂ ਪਹਿਲਾਂ ਮੈਂ ਇੱਕ ਨਵੀਂ ਚੀਜ਼ ਬਾਰੇ ਮੈਂ ਤੁਹਾਨੂੰ ਗੱਲ ਕਰਦਾ। ਜਿੱਦਾਂ ਹੁਣ ਹਰਿਆਣਾ ਨੇ ਸਟੇਟਮੈਂਟ ਦਿੱਤੀ ਆ ਪੰਜਾਬ ਦੇ ਸੰਘਰਸ਼ ਦੇ ਜਿਹੜੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ, ਤੇ ਇਹ ਜਿਹੜੀ ਚੀਜ਼ ਹੈ ਇੱਕ ਹੋਰ ਵੀ ਜ਼ਿਆਦਾ ਨਵੀਂ ਚੀਜ਼ ਪ੍ਰਚਲਿਤ ਹੋਈ ਆ, ਜਿਹਨੂੰ ਕਿ ਬਹੁਤ ਥਾਂ ਤੇ ਸ਼ੇਅਰ ਕੀਤਾ ਜਾ ਰਿਹਾ। ਉਹਦੇ ਤਕਰੀਬਨ ਲੱਖ ਤੋਂ ਉੱਤੇ ਫਾਲੋਅਰ ਨੇ। ਤੇ ਜਿਹੜਾ ਚੱਕਰ ਹੈਗਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤ ਹੈਗੀਆਂ ਉਹ ਜਿਹੜੇ ਹੋਰ ਵੀ ਸਾਹਮਣੇ ਆਉਣਗੀਆਂ, ਤੇ ਮੈਨੂੰ ਲੱਗਦਾ ਹੈ ਕਿ ਸੰਘਰਸ਼ ਤਾਂ ਫਿਰ ਠੱਲ ਨਹੀਂ ਪੈਣੀ। ਮੈਂ ਉਹ ਜਿਹੜੀ ਅੱਜ ਫੋਟੋ ਵੀ ਮੈਂ ਇੱਕ ਸ਼ੇਅਰ ਕੀਤੀ ਸੀਗੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਪਹਿਲੇ ਦਿਨਾਂ ਨਾਲੋਂ ਵੀ ਜ਼ਿਆਦਾ ਦੁੱਗਣਾ ਰਸ਼ ਆ ਉੱਥੇ ਇੰਨਾ ਜ਼ਿਆਦਾ ਕਿਸਾਨ ਇਕੱਠਾ ਹੋ ਰਿਹਾ ਕਿ ਉਹ ਜਿਹੜੇ ਪਹਿਲੇ ਦਰਸ਼ਕ ਸੀਗੇ ਉਹ ਉਹਨਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਤੇ ਮੈਂ ਇਹੀ ਕਹਿਣਾ ਚਾਹਾਂਗਾ, ਬਾਕੀ ਹੋਰ ਵੀ ਚੀਜ਼ਾਂ ਹੈਗੀਆਂ ਨੇ ਸਾਡੇ ਕੋਲ। ਜਿਹੜਾ ਸਿਸਟਮ ਹੈਗਾ ਪਹਿਲਾਂ ਸਾਡਾ ਪੰਜਾਬ ਦਾ, ਉਹਨੂੰ ਥੋੜਾ ਜਿਹਾ ਬਣਤਰ ਪਹਿਲੋਂ ਏਦਾਂ ਹੁੰਦੀ ਸੀਗੀ ਵੀ ਸਿੱਖ ਇਕੱਠੇ ਹੋ ਜਾਂਦੇ ਸੀਗੇ। ਉਹ ਜਿਹੜੇ ਹੁਣ ਅੱਜ ਕੱਲ ਪਾਰਟੀਆਂ ਦੇ ਇੰਨਾ ਕਰ ਲਿਆ ਵੀ ਜਿਹੜੀ ਤੁਹਾਡੀ ਸਰਪੰਚੀ ਦੀ ਨਹੀਂ, ਪੰਚੀ ਦੀ ਵੀ ਜਿਹੜੀ ਇਲੈਕਸ਼ਨ ਹੈ, ਉਹਦੇ ਵਿੱਚ ਉਹਨਾਂ ਨੇ ਪੰਜਾਬ ਕਾਂਗਰਸੀ ਤੇ ਅਕਾਲੀ ਤੇ ਏਦਾਂ ਬਣਾ ਦਿੱਤੇ ਆ। ਦੈਟ ਆਈ ਥਿੰਕ ਸ਼ੁੱਡ ਨਾਟ ਬੀ ਡਨ। ਉਹਦੀ ਉਹ ਪਹਿਲੋਂ ਕਦੀ ਕਿਸੇ ਪਾਰਟੀ ਦੇ ਨਹੀਂ ਸੀ ਹੁੰਦੇ। ਸਰਪੰਚ ਜਿਹੜੇ ਖੜੇ ਹੋਏ, ਉਹਨਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ, ਹੌਲੀ ਹੌਲੀ ਉਹਦੇ ਵਿੱਚ ਉਹ ਜਿਹੜਾ ਪਾਰਟੀਆਂ ਨੇ ਦਖਲ ਅੰਦਾਜ਼ੀ ਕਰਕੇ ਉਹਦੇ ਵਿੱਚ ਆਪਣਾ ਪੈਰ ਜਮਾ ਲਿਆ ਆ। ਤੇ ਹੁਣ ਮੇਰਾ ਖਿਆਲ ਹੈ ਹਰ ਥਾਂ ਤੇ ਹੀ ਆ ਪੰਜਾਬ ਦੇ ਵਿੱਚ ਤਾਂ। ਤੇ ਪਰ ਚਲੋ ਜੋ ਵੀ ਹੈ, ਹੁਣ ਇਹਨਾਂ ਸਿਸਟਮ ਚੇਂਜ ਨਹੀਂ ਕੀਤਾ ਜਾ ਸਕਦਾ, ਪਰ ਸਿਸਟਮ ਨਾਲ ਲੜਨ ਲਈ, ਇਹ ਜਿਹੜੀ ਸਿਸਟਮ ਬਦਲਣ ਲਈ ਜਿਹੜੀ ਆ ਸੋਚ, ਉਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਕਿਉਂਕਿ ਸਿਸਟਮ ਜਿਹੜਾ ਟੋਟਲ ਖਰਾਬ ਹੋਇਆ ਉਹਨੂੰ ਬਦਲਣ ਲਈ ਕੋਈ ਐਸਾ ਰਾਹ ਲੱਭਣਾ ਚਾਹੀਦਾ ਜਿਹੜਾ ਕਿ ਸਿਸਟਮ ਨੂੰ ਚੇਂਜ ਕਰੇ। ਕਿਉਂਕਿ ਕੁਝ ਲਾਜ਼ ਬਦਲਣ ਵਾਲੇ ਆ, ਕੁਝ ਲਾਜ਼ ਨਵੇਂ ਬਣਨ ਵਾਲੇ ਆ। ਬਿਲਕੁਲ ਬਿਲਕੁਲ। ਬਲ ਜੀ ਤੁਸੀਂ ਬੜਾ ਵਧੀਆ ਗੱਲ ਕੀਤੀ ਆ। ਸੋ ਦੋਸਤੋ, ਜੋ ਸਮਾਜਿਕ ਤਾਣਾ ਬਾਣਾ ਹੁੰਦਾ, ਇੱਕ ਬੜੇ ਇਤਿਹਾਸਕਾਰ ਨੇ ਗੱਲ ਕਹੀ ਆ ਕਿ ਕਿਸੇ ਵੀ ਸਮਾਜ ਦਾ ਪ੍ਰਤੀਬੰਧ ਉਹਦਾ ਹੁੰਦਾ ਕਿ ਨੌਜਵਾਨੀ ਕਿਹੜੇ ਕੰਮਾਂ ਦੇ ਵਿੱਚ ਬਿਜ਼ੀ ਆ, ਕੀ ਉਹਨਾਂ ਦਾ ਗਾਣਾ ਵਜਾਉਣਾ ਆ, ਤੇ ਕੀ ਉਹ ਗੱਲਾਂ ਕਰਦੇ ਜਦੋਂ ਜੁੜਦੇ ਆ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ। ਸੋ ਇਹ ਸੰਘਰਸ਼ ਨੇ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਇੱਕ ਨਵਾਂ ਰੂਪ ਦਿੱਤਾ ਆ। ਜੇ ਅਸੀਂ ਮਿਊਜ਼ਿਕ ਇੰਡਸਟਰੀ ਦੀ ਗੱਲ ਕਰ ਲਈਏ, ਤੇ ਜਾਂ ਜੋ ਸਾਡੇ ਪੜ੍ਹਿਆ ਲਿਖਿਆ ਵਰਗ ਕਹਿ ਲਓ, ਜਾਂ ਜੋ ਸਾਡੇ ਲੇਖਕ ਸੀਗੇ, ਜੋ ਉਹ ਲਿਖ ਰਹੇ ਸੀ, ਉਹਨਾਂ ਚੀਜ਼ਾਂ ਦਾ ਬਿਲਕੁਲ ਮਹਾਨ ਹੀ ਚੇਂਜ ਹੋ ਗਿਆ ਆ, ਜਿਨ੍ਹਾਂ ਚੀਜ਼ਾਂ ਨੂੰ ਕਈ ਵਾਰ ਸਦੀਆਂ ਜਾਂ ਦਹਾਕੇ ਲੱਗ ਜਾਂਦੇ ਆ ਜਾਂ ਸਦੀਆਂ ਲੱਗ ਜਾਂਦੀਆਂ। ਕਿਸਾਨੀ ਸੰਘਰਸ਼ ਨੇ ਇਕੱਲਾ ਪੰਜਾਬ ਨਹੀਂ, ਸਾਰੇ ਭਾਰਤ ਦੇ ਵਿੱਚ ਇਹ ਇੱਕ ਬੜਾ ਵੱਡਾ ਮੋੜ ਮੋੜਿਆ ਆ। ਤੇ ਇੱਕ ਨਵੀਂ ਧਿਰ ਕ੍ਰੀਏਟ ਹੋਈ ਆ, ਜਾਂ ਕਹਿ ਲਓ ਉਹਦੀ ਮੌਜੂਦਗੀ ਨੂੰ ਮੰਨਿਆ ਗਿਆ ਆ। ਕਿਉਂਕਿ ਆਮ ਤੌਰ ਦੇ ਉੱਤੇ ਇੱਕ ਸਰਕਾਰ ਹੁੰਦੀ ਹੈ ਤੇ ਜਾਂ ਵਿਰੋਧੀ ਧਿਰ ਹੁੰਦੀ ਆ, ਪਰ ਇੱਕ ਲੋਕਾਂ ਦੇ ਵੱਲੋਂ ਇੱਕ ਸਮਾਜਿਕ ਇੱਕ ਵਰਗ ਹੁੰਦਾ ਜਿਹੜਾ ਸਰਕਾਰ ਨੂੰ ਵੀ ਤੇ ਜਾਂ ਵਿਰੋਧੀ ਧਿਰ ਨੂੰ ਵੀ ਹਮੇਸ਼ਾ ਚੈੱਕ ਐਂਡ ਬੈਲੈਂਸ ਦੀ ਪਾਲਿਸੀ ਤੇ ਰੱਖਦਾ ਆ ਕਿ ਦੋਨੇ ਆਪਣਾ ਰੋਲ ਸਹੀ ਨਿਭਾਉਣ। ਤੇ ਇਹ ਚੀਜ਼
ਪਿਛਲੇ ਕੁਝ ਸਮੇਂ ਦੇ ਵਿੱਚੋਂ ਅਲੋਪ ਹੋ ਰਹੀ ਸੀ, ਤੇ ਇਹ ਸੰਘਰਸ਼ ਨੇ ਆਮ ਲੋਕਾਂ ਨੂੰ ਸਰਕਾਰਾਂ ਦੇ ਵਿਰੁੱਧ ਵੀ, ਤੇ ਜਾਂ ਜੇ ਕੋਈ ਵਿਰੋਧੀ ਧਿਰ ਆਵਾਜ਼ ਨਹੀਂ ਕ੍ਰੀਏਟ ਕਰ ਰਹੀ ਜਾਂ ਆਪਣਾ ਰੋਲ ਸਹੀ ਨਹੀਂ ਨਿਭਾ ਰਹੀ, ਤੇ ਇੱਕ ਸਮਾਜ ਦੇ ਵੱਲੋਂ ਵਿਰੋਧੀ ਧਿਰ ਦਾ ਰੋਲ ਅਦਾ ਕੀਤਾ ਜਾ ਰਿਹਾ ਆ। ਤੇ ਬਲ ਜੀ ਨੇ ਜਿਹੜੀ ਗੱਲ ਰਿਹਾਨਾ ਦੇ ਬਾਰੇ ਕੀਤੀ ਸੀਗੀ, ਉਹ ਇਹ ਸੰਘਰਸ਼ ਨੂੰ ਬੜੀ ਵੱਡੀ ਇੱਕ ਸਥਾਪਤੀ ਦੇ ਵਿੱਚ ਇੱਕ ਬੜਾ ਵੱਡਾ ਮੀਲ ਪੱਥਰ ਹੈ, ਕਿਉਂਕਿ ਰਿਹਾਨਾ ਅਮਰੀਕਾ ਦੀ ਇੱਕ ਪੌਪ ਸਟਾਰ ਹੈ, ਤੇ ਉਸਦੇ ਵੱਲੋਂ ਟਵੀਟ ਕਰਨ ਦੇ ਨਾਲ ਇੱਕ ਜੋ ਕਹਿੰਦੇ ਹੁੰਦੇ ਆ ਕਿ ਇੱਕ ਭੁਚਾਲ ਆ ਗਿਆ ਆ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ। ਚਾਹੇ ਉਹ ਅਮਰੀਕਾ ਹੋਵੇ, ਕੈਨੇਡਾ ਹੋਵੇ ਜਾਂ ਯੂਰਪ ਹੋਵੇ, ਰਿਹਾਨਾ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਨਾਲ ਦੀ ਨਾਲ ਅਮਰੀਕਾ ਦੇ ਵਿੱਚ ਜੋ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ, ਉਹਨਾਂ ਦੀ ਇੱਕ ਭਤੀਜੀ ਆ ਮੀਨਾ ਹੈਰਿਸ, ਉਹਨਾਂ ਦੇ ਵੱਲੋਂ ਵੀ ਕਿਸਾਨ ਸੰਘਰਸ਼ ਦੇ ਬਾਰੇ ਵਿੱਚ ਅੱਜ ਇੱਕ ਟਵੀਟ ਕੀਤਾ ਗਿਆ ਆ। ਤੇ ਦੋਸਤੋ, ਮੀਨਾ ਵੀ ਇੱਕ ਵਕੀਲ ਆ ਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜੀ ਹੋਈ ਆ। ਸੋ ਕਿਸਾਨ ਸੰਘਰਸ਼ ਦੀ ਗੱਲ ਅੱਜ ਇਕੱਲੇ ਪੰਜਾਬ ਜਾਂ ਇੰਡੀਆ ਤੋਂ ਅੱਗੇ ਵੱਧਦੀ ਹੋਈ ਸਮੂਹਿਕ ਸਾਰੇ ਦੇਸ਼ਾਂ ਦੇ ਵਿੱਚ ਹੋ ਕੇ, ਸਾਰੇ ਕੰਟੀਨੈਂਟਸ ਦੇ ਵਿੱਚ ਹੋ ਕੇ, ਜੋ ਸਰਪੰਚ ਆਖਿਆ ਜਾਂਦਾ ਦੁਨੀਆ ਦਾ, ਵਾਈਟ ਹਾਊਸ ਦੇ ਤੱਕ ਵੀ ਪਹੁੰਚ ਚੁੱਕੀ ਆ। ਸੋ ਇਹ ਹਰ ਇੱਕ ਬੰਦੇ ਦਾ ਇਸ ਦੇ ਵਿੱਚ ਬਹੁਤ ਬਹੁਤ ਯੋਗਦਾਨ ਹੈ। ਸੋ ਅੱਗੇ ਵਧਦੇ ਹੋਏ ਸੇਖੋਂ ਸਾਹਿਬ, ਜੋ ਕਿਸਾਨ ਜਥੇਬੰਦੀਆਂ ਦੀ ਕਾਲ ਹੈ ਜੀ 6 ਫਰਵਰੀ ਦੀ, ਚੱਕਾ ਜਾਮ ਦੀ, ਉਸ ਦੇ ਬਾਰੇ ਥੋੜੇ ਆਪਣੇ ਵਿਚਾਰ ਦੱਸੋ ਜੀ। ਦੇਖੋ, ਇਹ ਉਹਨਾਂ ਨੇ 3 ਘੰਟੇ ਲਈ ਮੇਰਾ ਖਿਆਲ ਦਿੱਤੀ ਹੈ ਕਾਲ, ਤੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ। ਇਹਦੇ ਨਾਲ ਬਸ ਇੱਕ ਤੁਸੀਂ ਦਿਖਾਉਣਾ ਹੀ ਹੁੰਦਾ, ਪ੍ਰੈਸ਼ਰ ਬਿਲਡ ਕਰਨਾ ਹੁੰਦਾ, ਜਿਹੜੇ ਤੁਹਾਡੇ ਜਿਨ੍ਹਾਂ ਨਾਲ ਸਰਕਾਰਾਂ ਨਾਲ ਤੁਸੀਂ ਗੱਲ ਕਰ ਰਹੇ ਹੋ। ਦੇਖੋ, ਉਹਨਾਂ ਨਾਲ ਤੁਸੀਂ, ਉਹ ਸਟੇਟ ਆ ਦੂਜੇ ਪਾਸੇ, ਦੇਖੋ ਆਪਾਂ ਕੋਈ ਹਥਿਆਰਬੰਦ ਜਾਂ ਕੋਈ ਹੋਰ ਤਰ੍ਹਾਂ ਦਾ ਉਹਨਾਂ ਨਾਲ ਨਹੀਂ ਆਪਾਂ ਜਿੱਤ ਸਕਦੇ। ਸਿਰਫ ਇੱਕੋ ਹੀ ਸਾਡੇ ਕੋਲ ਤਰੀਕਾ ਹੈ ਵੀ ਅਸੀਂ ਸ਼ਾਂਤਮਈ ਰਹਿ ਕੇ ਮਤਲਬ ਆਪਣਾ ਜਿਹੜਾ ਮਤਲਬ ਕਿੱਦਾਂ ਉਹਨਾਂ ਨੂੰ, ਜਿਹੜਾ ਲੋਕਾਂ ਦਾ ਦਿਲ ਜਿਵੇਂ ਜਿੱਤਣਾ, ਜਿਵੇਂ ਤੁਸੀਂ ਰਿਹਾਨਾ ਦੀ ਗੱਲ ਕੀਤੀ ਹੈ, ਉਹ ਇੱਦਾਂ ਦੇ ਜਿਹੜੇ ਨੇ, ਦੇਖੋ ਇਹਨਾਂ ਬੰਦਿਆਂ ਦਾ ਅਸੀਂ ਦਿਲ ਜਿੱਤਣਾ। ਜੇ ਤੁਸੀਂ ਦੁਨੀਆ ਜਿੱਤ ਲਈ ਤਾਂ ਉਹ ਕੀ ਹੈ, ਜਿਹੜੀ ਸਰਕਾਰ ਆ ਉਹਨੇ ਤਾਂ ਆਪੇ ਹੀ ਗੋਡੇ ਟੇਕਣੇ ਆ ਤੁਹਾਡੇ ਅੱਗੇ, ਹੈ ਨਾ। ਉਹਦਾ ਇੱਕ ਕੰਟਰੀ ਦੀ ਹੈ ਨਾ, ਤੁਹਾਡੀ ਤਾਂ ਗੱਲ ਦੁਨੀਆ ਦੇ ਵਿੱਚ ਚੱਲ ਰਹੀ ਹੈ। ਸੋ ਮੇਰਾ ਖਿਆਲ ਹੈ ਵੀ ਜਿਹੜਾ ਉਹਦਾ ਉੱਥੇ ਦਾ ਮੀਡੀਆ ਮੇਨ ਸਟਰੀਮ ਹੈ, ਜਿੰਨੀ ਉਹ ਨੈਗੇਟਿਵਿਟੀ ਫੈਲਾ ਰਿਹਾ, ਉਹ ਵੀ ਸਾਡੇ ਫੇਵਰ 'ਚ ਜਾਂਦੀ ਹੈ। ਉਹਦੇ ਸਾਨੂੰ ਕੋਈ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਜੇ ਕੋਈ ਦੇਖਦਾ ਤਾਂ ਲੋਕਾਂ ਦੇ ਆਪਣੇ ਦਿਮਾਗ ਹੈਗੇ ਆ, ਉਹ ਸੁਣਦੇ ਆ, ਦੇਖਦੇ ਆ, ਤੇ ਹਰ ਕੋਈ ਬੰਦਾ ਇੱਦਾਂ ਨਹੀਂ ਹੁੰਦਾ ਵੀ ਉਹ ਆਪਣੇ ਐਨਾਲਿਸਿਸ ਵੀ ਕਰਦਾ। ਜਦੋਂ ਲੋਕ ਆਪਣੇ ਐਨਾਲਿਸਿਸ ਕਰਦੇ ਆ, ਗਰਾਊਂਡ ਤੇ ਦੇਖਦੇ ਆ ਜਾ ਕੇ, ਤਾਂ ਉਹ ਦੇਖਦੇ ਆ ਵੀ ਇਹ ਤਾਂ ਯਾਰ ਝੂਠ ਸੀਗਾ। ਸੋ ਉਹ ਵੀ ਕਿਤੇ ਨਾ ਕਿਤੇ ਸਾਡਾ ਫਾਇਦਾ ਹੀ ਕਰ ਰਹੇ ਨੇ, ਕਿਉਂਕਿ ਹਰ ਗੱਲ ਨੂੰ ਵਧਾ ਚੜਾ ਕੇ ਦੱਸਣਾ, ਉਹਨੂੰ ਝੂਠ ਨੂੰ, ਮਤਲਬ ਕਿੰਨਾ ਚਿਰ ਚੱਲਦਾ ਝੂਠ, ਤੇ ਉਹ ਵੀ ਮਤਲਬ ਸਾਨੂੰ ਵੱਧ ਤੋਂ ਵੱਧ ਇਹਦੇ ਵਿੱਚ ਸਾਥ ਦੇਣਾ ਚਾਹੀਦਾ। ਜਿਹੜੀ ਵੀ ਲੀਡਰਸ਼ਿਪ ਦੀ ਕੋਈ ਕਾਲ ਆਉਂਦੀ ਹੈ ਤੇ ਉਹਨੂੰ ਬੜੇ ਧਿਆਨ ਨਾਲ, ਬੜੇ ਠਰਮੇ ਨਾਲ ਲੈਣਾ ਚਾਹੀਦਾ, ਤੇ ਮੇਰਾ ਖਿਆਲ ਹੈ ਵੀ ਇਹਦੇ 'ਚ ਬਹੁਤ ਛੇਤੀ ਕਾਮਯਾਬੀ ਜਿਹੜੀ ਹੈ ਸਾਨੂੰ ਮਿਲੂਗੀ। ਬੜੇ ਜਿਹੜੇ ਨੇ ਫੈਸਲੇ ਬੜੀ ਛੇਤੀ ਆਉਣਗੇ, ਉਹ ਵੀ ਹੋਰ ਜਿਹੜਾ ਲੀਡਰਸ਼ਿਪ ਹੈ, ਬੜੇ ਵਧੀਆ ਪ੍ਰੋਗਰਾਮ ਅੱਗੇ ਲੈ ਕੇ ਆਉਣਗੇ ਲੋਕਾਂ ਨੂੰ। ਬਿਲਕੁਲ ਬਿਲਕੁਲ, ਇਹ ਇੱਕ ਜਿਵੇਂ ਸੰਘਰਸ਼ ਨੂੰ ਚੱਲਦਾ ਰਵਾਂ ਰੱਖਣ ਦੇ ਲਈ ਛੋਟੇ ਛੋਟੇ ਪ੍ਰੋਗਰਾਮ ਦੇਣੇ ਹੁੰਦੇ ਆ, ਕਿਉਂਕਿ ਸੰਘਰਸ਼ ਇੱਕ ਅਜਿਹੀ ਪੀਕ ਤੇ ਪਹੁੰਚ ਗਿਆ ਕਿ ਜੇ ਇਹ ਕਹੀਏ ਕਿ ਹੁਣ ਇਸ ਤੋਂ ਅਗਲਾ ਪ੍ਰੋਗਰਾਮ ਕੀ ਆ, ਤੇ ਇਹ ਮੇਰੇ ਖਿਆਲ 'ਚ ਲੀਡਰਸ਼ਿਪ ਦੇ ਵੀ ਹੁਣ ਵੱਸ ਦੀ ਗੱਲ ਨਹੀਂ ਰਹਿ ਗਿਆ, ਕਿਉਂਕਿ ਵਾਹਿਗੁਰੂ ਜੋ ਕਲਾ ਵਰਤਾ ਰਿਹਾ ਤੇ ਸਮੂਹਕ ਲੋਕ ਜੋ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੈ, ਨਿੱਤ ਤੋਂ ਨਿੱਤ ਨਵੀਂ ਕਲਾ ਵਰਤ ਰਹੀ ਹੈ, ਜਾਂ ਕਹਿ ਲਓ ਕਿ ਇੱਕ ਨਵੇਂ ਤੋਂ ਨਵੇਂ ਮੀਲ ਪੱਥਰ ਇਹ ਸੰਘਰਸ਼ ਸਾਬਤ ਕਰਦਾ ਜਾ ਰਿਹਾ। ਸੋ ਜੋ ਸਮੂਹ ਸਾਰੇ ਭਾਰਤ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ, ਤੇ ਭਾਰਤ ਤੋਂ ਬਾਹਰ ਵੀ ਅਸੀਂ ਇੱਕ ਅਪੀਲ ਕਰਦੇ ਹਾਂ ਕਿ 6 ਫਰਵਰੀ ਨੂੰ ਜੋ ਕਿਸਾਨਾਂ ਨੇ ਚੱਕਾ ਜਾਮ ਕਰਨ ਦੀ, ਚਲੋ ਭਾਰਤ ਦੇ ਵਿੱਚ ਚੱਕਾ ਜਾਮ, ਤੇ ਭਾਰਤ ਤੋਂ ਬਾਹਰ ਵਸਦੇ ਹੋਏ ਵਸਿੰਦਿਆਂ ਨੂੰ, ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਨਾਲ ਭਾਰਤ ਦੇ ਨਾਲ ਹੈਗਾ ਕਨੈਕਸ਼ਨ, ਉਹ ਆਪਣੇ ਆਪਣੇ ਤੌਰ ਤੇ ਇੱਕ ਵਿਰੋਧ ਪ੍ਰਗਟ ਕਰਨ, ਕਿਉਂਕਿ ਇਹ ਅਵੇਅਰਨੈਸ ਦੀ ਇੱਕ ਟੂਲ ਹੈ, ਕਹਿ ਲਓ। ਜੋ 26 ਜਨਵਰੀ ਤੋਂ ਬਾਅਦ ਇੱਕ ਨਿਰਾਸ਼ਾ ਦਾ ਮਾਹੌਲ ਸੀਗਾ, ਉਹ ਵਾਪਸ ਉਸੇ ਪੀਕ ਤੇ ਸੰਘਰਸ਼ ਹੁੰਦਾ ਹੋਇਆ, ਤੇ ਹੁਣ ਇਸ ਨੂੰ ਉਸ ਤੋਂ ਵੀ ਅਗਲੇ ਲੈਵਲ ਤੇ ਜਾਂ ਲੋਕਾਂ ਦੇ ਵਿੱਚ ਕਿਵੇਂ ਲਿਜਾਉਣਾ ਆ। ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ 26 ਫਰਵਰੀ ਤੋਂ ਜੋ 6 ਫਰਵਰੀ ਦਾ ਚੱਕਾ ਜਾਮ ਆ, ਦੁਪਹਿਰ 12 ਤੋਂ 3 ਵਜੇ, ਇਸ ਦੇ ਉੱਤੇ ਅਸੀਂ ਸਾਰੇ ਫੁੱਲ ਚੜਾਈਏ। ਸੋ ਬਲ ਜੀ, ਤੁਸੀਂ ਕੈਲੀਫੋਰਨੀਆ ਤੋਂ ਆਓ, ਤੁਸੀਂ ਅਸੀਂ ਵੱਡੇ ਜੋ ਕੈਲੀਫੋਰਨੀਆ ਦੇ ਵਿੱਚ ਦੇਖ ਰਹੇ ਆ ਇਕੱਠ ਹੋ ਰਹੇ ਆ, ਤੁਸੀਂ ਉਸ ਦੇ ਬਾਰੇ 2 ਸ਼ਬਦ 2 ਚਾਨਣਾ ਪਾਓ।
ਹਾਂਜੀ ਭਾਜੀ, ਉਹ ਮੈਂ ਇਦਾਂ ਕਿਉਂਕਿ ਹੁਣ ਇਕੱਠ ਕਰਨਾ ਇੱਥੇ ਕੋਵਿਡ ਕਰਕੇ ਥੋੜਾ ਡਿਫਿਕਲਟ ਹੈ, ਤੇ ਪਰ ਇਹ ਹੈਗਾ ਵੀ ਜਿੱਦਾਂ ਵੀ 10-12 ਬੰਦੇ 20 ਬੰਦੇ ਤੱਕ 40 ਬੰਦੇ ਤੱਕ ਤੁਸੀਂ ਗਰਾਊਂਡ ਵਿੱਚ ਕਿਤੇ ਵੀ ਇਕੱਠੇ ਹੋ ਕੇ, ਜਿਵੇਂ ਕਿ ਸਾਰੇ ਗੁਰਦੁਆਰਿਆਂ ਨੂੰ ਕਾਲ ਲਾਈ ਜਾਵੇ ਕਿ ਉੱਥੇ ਇਕੱਠੇ ਹੋ ਕੇ 20 ਬੰਦੇ ਆਪਣੇ ਆਪਣੇ ਗੁਰੂ ਘਰ ਵੱਲੋਂ ਵੀ ਜਾਂ ਆਪਣੇ ਲੈਵਲ ਦੇ ਉੱਤੇ ਗਰਾਊਂਡ 'ਚ ਖੜੇ ਹੋ ਕੇ ਉਹ ਇਹ ਜਿਹੜੀ ਵੀਡੀਓ ਪਾ ਸਕਦੇ ਆ, ਜਿਹੜੀ ਕਿ ਅਸੀਂ ਉੱਥੇ ਸੰਘਰਸ਼ ਵਾਲਿਆਂ ਨੂੰ ਭੇਜ ਸਕਦੇ ਹਾਂ ਕਿ ਅਸੀਂ ਤੁਹਾਡੀ ਹਮਾਇਤ ਵਿੱਚ ਖੜੇ ਹਾਂ ਤੇ ਅਸੀਂ ਵੀ ਇੱਥੇ ਵਿਰੋਧ ਕਰ ਰਹੇ ਹਾਂ। ਤੇ ਇਹ ਜਿਹੜੀ ਸਿਰਫ ਇੱਕ ਮੋਰਲ ਸਪੋਰਟ ਹੀ ਆ। ਅਸੀਂ ਇੱਥੋਂ ਜਾਂ ਤਾਂ ਮਾਇਕ ਸਹਾਇਤਾ ਕਰ ਸਕਦੇ ਹਾਂ ਜਾਂ ਮੋਰਲ ਸਪੋਰਟ ਦੇ ਸਕਦੇ ਹਾਂ। ਉੱਥੇ ਜਾਣਾ ਥੋੜਾ ਜਿਹਾ ਔਖਾ ਹੁੰਦਾ, ਹਰ ਇੱਕ ਬੰਦੇ ਨੇ ਆਪਣੀ ਜੌਬ ਵੀ ਕਰਨੀ ਹੁੰਦੀ ਆ, ਰੋਜੀ ਰੋਟੀ ਵੀ ਹੈ, ਤੇ ਇੱਦਾਂ ਦੀਆਂ ਚੀਜ਼ਾਂ ਸਾਨੂੰ ਕਰਨ ਦੀ ਜ਼ਰੂਰਤ ਹੈ। ਜਿਵੇਂ ਕਿ ਪਹਿਲਾਂ ਵੀ ਅਸੀਂ 2 ਵਾਰੀ ਇੱਕ ਆਪਣਾ ਸੈਕਰਾਮੈਂਟੋ ਤੇ ਉਧਰੋਂ ਬੇ ਏਰੀਏ ਦੇ ਵਿੱਚ ਅਸੀਂ ਉਹਨਾਂ ਦੇ ਸੈਨ ਫਰਾਂਸਿਸਕੋ ਜਾ ਕੇ ਐਮਬੈਸੀ ਦੇ ਸਾਹਮਣੇ ਵੀ ਘਿਰਾਓ ਕੀਤਾ ਸੀਗਾ। ਇਹ ਸਾਰਾ ਕੁਝ ਕਰਨ ਦੀ ਜ਼ਰੂਰਤ ਹੈ, ਤੇ ਇਹ ਸਿਰਫ ਜਿਹੜੀ ਸਟੇਟ ਆਪਣੀ ਹੈਗੀ ਆ ਇੰਡੀਆ, ਉਹਦੀ ਜਿਹੜੀ ਹੈਗੀ ਆ ਮਤਲਬ ਵਜ਼ਾਰਤ ਦੇ ਵਿੱਚ ਕਾਬਜ਼ ਪਾਰਟੀ, ਉਹਦੇ ਉੱਤੇ ਅਸੀਂ ਦਬਾਅ ਬਣਾ ਸਕਦੇ ਹਾਂ। ਉਹ ਦਬਾਅ ਬਣਾਉਣ ਨਾਲ ਹੀ ਮੈਨੂੰ ਪਤਾ ਆ ਕਿ ਇਸ ਵੇਲੇ ਉਹ ਕਾਫੀ ਛਛੋਪੰਚ ਹੈ ਕਿ ਕੀ ਕੀਤਾ ਜਾਵੇ। ਉਹਨਾਂ ਨੂੰ ਹੱਥ ਬੰਨ੍ਹ ਕੇ ਸਲਾਹ ਆ ਕਿ ਭਾਈ ਤਿੰਨੇ ਲਾ ਕੈਂਸਲ ਕਰ ਦਿਓ ਤੇ ਪੰਜਾਬੀਆਂ ਨੂੰ, ਬਾਕੀ ਸਾਰੇ ਹਿੰਦੁਸਤਾਨ ਦੀ ਖੜੀ ਜਿਹੜੀ ਉੱਥੇ ਲੁਕਾਈ ਆ, ਉੱਥੇ ਰੁਕੇ ਹੋਏ ਨੇ ਇਹਨੇ ਮੀਂਹ ਵਿੱਚ, ਇਹਨੇ ਉਹਨਾਂ ਨੂੰ ਆਪਣੇ ਘਰ ਜਾਣ ਦੀ ਇਜਾਜ਼ਤ ਦਿਓ, ਕਿਉਂਕਿ ਇਹਦੇ ਵਿੱਚ ਹੀ ਸਾਰੀ ਹਿੰਦੁਸਤਾਨ ਦਾ ਫਾਇਦਾ ਹੋਏਗਾ। ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ, ਜਿੱਦਾਂ ਪਹਿਲੋਂ ਸੀਗਾ ਉੱਦਾਂ ਹੀ ਉਹ ਸਿਸਟਮ ਨੂੰ ਰਹਿਣ ਦਿਓ। ਸੋ ਇਹ ਮੇਰੇ ਵੱਲੋਂ ਸਾਰਿਆਂ ਨੂੰ ਵਿਚਾਰ ਹੈਗੇ। ਥੈਂਕ ਯੂ ਬਹੁਤ ਧੰਨਵਾਦ ਬਲ ਜੀ। ਤੇ ਸੋ ਦੋਸਤੋ, ਅੱਗੇ ਵਧਾਉਂਦੇ ਹੋਏ ਇਸ ਪ੍ਰੋਗਰਾਮ ਨੂੰ, ਜਿਵੇਂ ਬਲ ਜੀ ਨੇ ਕਿਹਾ ਕਿ ਹੁਣ ਸਾਨੂੰ ਏਕਤਾ ਦੀ ਲੋੜ ਆ, ਵੱਧ ਤੋਂ ਵੱਧ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਲੋੜ ਆ। ਜੋ ਸੈਟਬੈਕ ਲੱਗਿਆ ਵੀ ਸੀਗਾ ਉਹ ਰਿਕਵਰ ਕਰਨ ਦੀ ਲੋੜ ਆ, ਕਿਉਂਕਿ ਏਕਤਾ ਦੇ ਵਿੱਚ ਹੀ ਬਲ ਆ। ਸੋ ਇੱਕ ਅਪੀਲ ਆ ਜੀ ਸਾਰੀਆਂ ਜਥੇਬੰਦੀਆਂ ਨੂੰ ਵੀ, ਤੂੰ ਸਾਰੇ ਇਕੱਠੇ ਹੋਵੋ, ਕਿਉਂਕਿ ਏਕਤਾ ਵਿੱਚ ਬਲ ਆ, ਇਕੱਠੇ ਜਿੱਤਣ ਦੀ ਆ। ਯੂਥ ਵੀ ਨਾਲ ਹੋਣਾ ਚਾਹੀਦਾ, ਤੇ ਜੋ ਸਾਡੇ ਬਜ਼ੁਰਗ ਆ, ਸਾਡੇ ਸਤਿਕਾਰਯੋਗ ਆ, ਉਹ ਸੰਘਰਸ਼ ਨੂੰ ਲੀਡ ਕਰਨ, ਕਿਉਂਕਿ ਕਈ ਵਾਰ ਅਸੀਂ ਖੁਦ ਇੰਨੇ ਡਿਫੈਂਸਿਵ ਹੋ ਜਾਂਦੇ ਆ, ਜਾਂ ਅਸੀਂ ਉਹੀ ਕੁਛ ਸੋਚਣ ਜਾਂ ਬੋਲਣ ਲੱਗ ਜਾਂਦੇ ਆ ਜੋ ਗੌਰਮੈਂਟ ਚਾਹੁੰਦੀ ਆ, ਜਾਂ ਗੌਰਮੈਂਟ ਜੋ ਨੈਰੇਟਿਵ ਬੁਣਦੀ ਆ। 26 ਜਨਵਰੀ ਵਾਲੀ ਘਟਨਾ ਨੂੰ ਵੀ ਵਿਦੇਸ਼ੀ ਮੀਡੀਆ ਦੇ ਵਿੱਚ, ਨਿਊਯਾਰਕ ਟਾਈਮਸ, ਨਿਊਯਾਰਕ ਪੋਸਟ, ਇਹਨਾਂ ਦੇ ਵਿੱਚ ਸਿੱਖਾਂ ਦੇ ਇੱਕ ਕਹਿ ਲਓ ਜਾਂ ਇੱਕ ਜੋ ਬਾਗੀ ਧਿਰਾਂ ਹੁੰਦੀਆਂ, ਉਹ ਉਸ ਤਰ੍ਹਾਂ ਦੇ ਪ੍ਰਤੀਬਿੰਬ ਦੇ ਰੂਪ ਵਿੱਚ ਦੇਖਿਆ ਗਿਆ ਸੀਗਾ। ਕਿਉਂਕਿ ਜੋ ਇੰਡੀਆ ਦੇ ਵਿੱਚ ਗੋਦੀ ਮੀਡੀਆ ਨੇ ਜਾਂ ਬੀਜੇਪੀ ਵਾਲਿਆਂ ਨੇ ਜੋ ਚਿੱਠੀਆਂ ਭੇਜੀਆਂ ਜਾਂ ਮੀਡੀਆ ਨੇ ਕਵਰ ਕੀਤਾ ਕਿ ਤਿਰੰਗੇ ਦਾ ਅਪਮਾਨ ਹੋਇਆ ਆ, ਉਹ ਬਿਲਕੁਲ ਨਹੀਂ ਹੋਇਆ। ਉਹ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ। ਇਹ ਇੱਕ ਸੰਘਰਸ਼ ਨੂੰ ਸਰਕਾਰ ਨੇ ਇੱਕ ਆਪਣੇ ਤਰੀਕੇ ਨਾਲ ਬਦਨਾਮ ਕਰਨ ਦੇ ਲਈ ਮਨਘੜਤ ਖਬਰਾਂ ਜੋ ਉੱਥੇ ਬਣਾਈਆਂ, ਪਰ ਕਹਿੰਦੇ ਹੁੰਦੇ ਆ ਕਿ ਸੱਚ ਕੋਲੇ ਹੋਵੇ ਤਾਂ ਝੂਠ ਟਿਕਦਾ ਨਹੀਂ ਆ। ਤੇ ਸੰਘਰਸ਼ ਅੱਗੇ ਨਾਲੋਂ ਤਕੜਾ ਹੋਇਆ, ਮਜ਼ਬੂਤ ਹੋਇਆ। ਇੱਕ ਵਾਰ ਜ਼ਰੂਰ ਲੱਗਿਆ ਸੀਗਾ ਕਿ ਦੁਸ਼ਮਣ ਜਿੱਤ ਰਿਹਾ, ਪਰ ਨਹੀਂ, ਸੰਘਰਸ਼ ਜਿੱਤ ਰਿਹਾ। ਸੰਘਰਸ਼ ਦੇ ਨਾਲ ਸਾਰੇ ਵਰਗਾਂ ਦੇ ਲੋਕ ਜੁੜ ਰਹੇ ਆ। ਸੋ ਸੇਖੋਂ ਸਾਹਿਬ, ਜੋ ਇਸ ਵਕਤ ਅਗਲਾ ਜੋ ਪ੍ਰੋਗਰਾਮ ਆ ਸੰਘਰਸ਼ ਦਾ, ਤੁਹਾਡੇ ਮੁਤਾਬਕ ਕਿਸ ਤਰ੍ਹਾਂ ਲੀਡਰਸ਼ਿਪ ਤੇ ਯੂਥ ਨੂੰ ਕਿਵੇਂ ਰਲ ਕੇ ਚੱਲਣਾ ਚਾਹੀਦਾ? 2 ਸ਼ਬਦ ਪਲੀਜ਼। ਹਾਂਜੀ, ਉਹ ਇਹ ਦੇਖੋ ਬੜਾ ਸੌਖਾ ਜਿਹਾ ਹੈਗਾ। ਜਿਹੜੇ ਯੂਥ ਹੈ ਨਾ, ਉਹ ਅਜੇ ਉੱਥੇ ਤੱਕ ਨਹੀਂ ਪਹੁੰਚਿਆ ਜਿਹੜੇ ਤਜਰਬੇ ਉਹਨਾਂ ਕੋਲ। ਦੇਖੋ, ਉਹਨਾਂ ਦਾ ਫਰਜ਼ ਹੈ, ਉਹ ਜਿਹੜਾ ਯੂਥ ਹੈ ਇਹ ਸਮਝ ਕੇ ਚੱਲੇ ਕਿ ਅਸੀਂ ਜਿਹੜੇ ਬਜ਼ੁਰਗਾਂ ਦਾ ਜਿਹੜਾ ਤਜਰਬਾ ਹੈ ਉਹਨੂੰ ਨਾਲ ਲੈ ਕੇ ਚੱਲਣਾ। ਤੇ ਜਿਹੜੇ ਲੀਡਰਸ਼ਿਪ ਹੈ ਸਾਡੀ, ਉਹਨਾਂ ਦਾ ਫਰਜ਼ ਇਹ ਬਣਦਾ ਕਿ ਜੇ ਤੁਸੀਂ ਗੱਲ ਮੰਨਣੀ ਹੋਰ ਗੱਲ ਹੁੰਦੀ ਹੈ, ਗੱਲ ਸੁਣਨੀ ਇਹ ਬਹੁਤ ਜ਼ਰੂਰੀ ਹੈ। ਵੀ ਗੱਲ ਸੁਣੋ ਜ਼ਰੂਰ, ਹਰੇਕ ਦੀ, ਜਿਹੜਾ ਕਹਿੰਦਾ ਉਹਨਾਂ ਨੂੰ ਨਾਲ ਲਾਓ, ਬਿਠਾਓ। ਤੇ ਉਹ ਦੇਖੋ, ਬਹੁਤ ਕੰਮ ਨੇ ਜਿਹੜੇ ਯੂਥ ਤੋਂ ਲਏ ਜਾ ਸਕਦੇ ਨੇ, ਆਲਰੇਡੀ ਕਰ ਰਹੇ ਨੇ। ਬਹੁਤ ਵਲੰਟੀਅਰ ਹੈ ਜਿਹੜਾ ਉਹ ਯੂਥ ਨੇ ਹੀ ਕਰਨਾ। ਸੋ ਕਈ ਵਾਰੀ ਕੀ ਹੁੰਦਾ,
ਉਹ ਯੂਥ ਨੂੰ ਲੱਗਦਾ ਕਿ ਅੱਜ ਜਿਹੜਾ ਅਸੀਂ ਮਤਲਬ ਛੇਤੀ ਦੇ ਕੇ ਫੈਸਲਾ ਹੋ ਜਾਣਾ ਅੱਜ ਹੀ, ਜਿਵੇਂ 26 ਜਨਵਰੀ ਵਾਲਾ ਜਿਹੜਾ ਐਪੀਸੋਡ ਹੈ, ਦੇਖੋ ਉਹਨੂੰ ਹੁਣ ਉਹਨੂੰ ਇਹ ਕਿਸੇ ਧਰਮ ਨਾਲ ਜੋੜ ਰਹੇ ਆ, ਜਾਂ ਦੇਖੋ ਜਿਹੜਾ ਨਿਸ਼ਾਨ ਸਾਹਿਬ ਹੈ ਨਾ, ਨਿਸ਼ਾਨ ਸਾਹਿਬ ਹਮੇਸ਼ਾ ਇੱਕ ਸਿੱਖ ਦੇ ਨਾਲ ਰਹਿੰਦਾ, ਉਹ ਜਿੱਥੇ ਵੀ ਜਾਂਦਾ ਉਹਦੇ ਨਾਲ ਹੈ, ਕਿਸੇ ਨੇ ਕੋਈ ਨਰਾਦਰ ਨਹੀਂ ਕੀਤਾ। ਨਾਲੇ ਜਿਹੜੀ ਤਿਰੰਗੇ ਦੀ ਕੋਈ ਗੱਲ ਹੈ ਨਾ, ਤਿਰੰਗਾ ਪੰਜਾਬੀਆਂ ਨੂੰ ਨਹੀਂ ਸਿਖਾਇਆ ਜਾ ਸਕਦਾ ਕਿ ਇਹਦਾ ਮਤਲਬ ਕੀ ਮਹੱਤਤਾ ਹੈਗੀ ਆ। ਦਿੱਤਾ ਤਿਰੰਗੇ ਦੇ ਲਈ ਬਹੁਤ ਜਾਨਾਂ ਸਾਡੀਆਂ ਗਈਆਂ ਹੋਈਆਂ ਨੇ, ਬਹੁਤ ਸਿਰ ਅਸੀਂ ਲਾਏ ਨੇ। ਸੋ ਇਹ ਨਹੀਂ ਹੈ ਵੀ ਕਿਸੇ ਨੇ ਕੋਈ ਬੇਅਦਬੀ ਕੀਤੀ ਹੈ ਜਾਂ ਕੋਈ ਏਦਾਂ ਹੋਇਆ। ਦੇਖੋ ਇਹ ਸਾਡਾ, ਦੂਜੇ ਪਾਸੇ ਤੁਸੀਂ ਇਹ ਦੇਖੋ ਵੀ 2 ਮਹੀਨੇ ਤੁਸੀਂ ਦਬਾ ਕੇ ਰੱਖ ਰਹੇ ਹੈ, 2 ਮਹੀਨੇ ਤੋਂ ਤੁਹਾਨੂੰ ਦਿਖ ਨਹੀਂ ਰਹੇ ਬੰਦੇ, ਤੇ ਉਹ ਰੋਸ ਪ੍ਰਗਟ ਕਰਨ ਲਈ ਜੇ ਕਿਸੇ ਨੇ ਕੋਈ ਕੀਤਾ, ਇਹਨੂੰ ਮੈਂ ਗਲਤੀ ਨਹੀਂ ਕਹਿੰਦਾ, ਇਹ ਰੋਸ ਕੀਤਾ ਉਹਨਾਂ ਨੇ। ਜੇ ਹੁਣ ਦੇਖੋ ਜੈਂਗਸਟਰ ਜੇ ਉਹ ਜਿਸ ਤਰ੍ਹਾਂ ਉਹ ਪ੍ਰਚਾਰ ਰਹੇ ਆ, ਤਾਂ ਜਿਹੜੀ 26 ਜਨਵਰੀ ਦੀ ਇੰਡੀਆ ਗੇਟ ਵਾਲੀ ਪਰੇਡ ਸੀ, ਉਹ ਕਿੰਨੀ ਕੁ ਦੂਰ ਸੀ? ਉਹ ਵੀ ਤਾਂ ਉੱਥੋਂ 1.5 ਕਿਲੋਮੀਟਰ ਰਹਿ ਜਾਂਦੀ ਹੈ, ਉਹ ਉੱਥੇ ਤੱਕ ਵੀ ਪਹੁੰਚ ਸਕਦੇ ਸੀ। ਸੋ ਇਹ ਸਾਡੀ ਲੀਡਰਸ਼ਿਪ ਨੂੰ ਇਹ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਇਹ ਤਾਂ ਜੇ ਅਸੀਂ ਰੋਕ ਕੇ ਰੱਖੇ ਹੋਏ ਆ, ਇਹ ਹੋਰ ਵੀ ਅੱਗੇ ਜਾ ਸਕਦੇ ਆ। ਸੋ ਇਹ ਹੁੰਦਾ ਹੀ ਉਹਨਾਂ ਦੇ ਆਪਣੇ ਸੌਰੀ ਭਾਜੀ, ਉਹਨਾਂ ਦੇ ਆਪਣੇ ਜਿਹੜਾ ਉੱਥੇ ਉਹ ਉਹਨਾਂ ਨੇ ਪਰੇਡ ਕੱਢੀ ਆ, ਉਹਦੇ ਵਿੱਚ ਵੀ ਉਹੀ ਝੰਡਾ ਸ਼ਾਮਲ ਸੀਗਾ, ਉਹੀ ਝੰਡਾ ਉੱਥੇ ਉਹਨਾਂ ਨੇ ਵੀ ਸ਼ਾਮਲ ਕੀਤਾ ਹੋਇਆ ਸੀਗਾ। ਦੇਖੋ ਉਹਦੇ ਵਿੱਚ ਕੁਛ ਵੀ ਨਹੀਂ। ਨਿਸ਼ਾਨ ਸਾਹਿਬ ਜਿਹੜਾ ਨਾ, ਜਿਹਨੂੰ ਇਹਦੀ ਵੈਲਿਊ ਦਾ ਪਤਾ, ਨਿਸ਼ਾਨ ਸਾਹਿਬ ਦੀ, ਉਹਨੂੰ ਪਤਾ ਹੈ ਵੀ ਇਹ ਕਿਤੇ ਵੀ ਜਿੱਥੇ ਝੂਲਦਾ ਨਾ, ਇਹਨੇ ਤਾਂ ਲੋਕਾਂ ਨੂੰ ਮਤਲਬ ਇਹ ਤਾਂ ਨਿਸ਼ਾਨੀ ਇਸ ਚੀਜ਼ ਦੀ ਹੈ ਕਿ ਜੇ ਕਿਸੇ ਨੂੰ ਰਹਿਣ ਬਸੇਰਾ ਚਾਹੀਦਾ ਜਾਂ ਕਿਸੇ ਨੂੰ ਕੋਈ ਮਤਲਬ ਨਹੀਂ ਖਾਣ ਨੂੰ ਉਹਨੂੰ ਨਹੀਂ ਮਿਲਦਾ, ਤਾਂ ਉਹਨੂੰ ਲੰਗਰ ਪਾਣੀ ਵੀ ਉੱਥੇ ਮਿਲੂ, ਉਹਨੂੰ ਰਿਹਾਇਸ਼ ਵੀ ਮਿਲੂਗੀ। ਇਹ ਤਾਂ ਇਸ ਚੀਜ਼ ਦੀ ਪ੍ਰਤੀਕ ਹੈਗਾ, ਸਾਂਝੀਵਾਲਤਾ ਦਾ ਪ੍ਰਤੀਕ ਹੈਗਾ। ਸੋ ਇਹਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ। ਹਾਂ, ਉਹ ਰੋਸ ਵਜੋਂ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਕੋਈ ਕਿਸੇ ਦੀ ਧੀ ਭੈਣ ਨੂੰ ਕੋਈ ਮੰਦਾ ਚੰਗਾ ਨਹੀਂ ਬੋਲਿਆ, ਕੋਈ ਉਹਨਾਂ ਨੇ ਕੋਈ ਉੱਥੇ ਲੁੱਟ ਖੋਹ ਨਹੀਂ ਕੀਤੀ, ਕੋਈ ਕਿਸੇ ਦੇ ਕੁਛ ਮਾਰਿਆ ਨਹੀਂ। ਇਹ ਇੱਕ ਬਹੁਤ ਵੱਡੀ ਸਾਡੀ ਪ੍ਰਾਪਤੀ ਹੈ, ਮਤਲਬ ਵੀ ਸਾਡਾ ਜੰਗਸਟਰ ਇੰਨਾ ਕੋਈ ਨਹੀਂਗਾ ਵੀ ਉਹ ਕੋਈ ਮਤਲਬ ਉਦਾਂ ਹੀ ਕੁਛ ਵੀ ਕਰ ਸਕਦਾ। ਉਹਨਾਂ ਨੇ ਇੱਕ ਆਪਣਾ ਰੋਸ ਪ੍ਰਗਟ ਕੀਤਾ, ਤੇ ਜੇ ਉਹ ਕਹਿੰਦੇ ਆ ਵੀ ਉਹਨਾਂ ਨੇ ਗਲਤੀ ਕੀਤੀ ਹੈ, ਚਲੋ ਬੱਚੇ ਗਲਤੀਆਂ ਕਰਦੇ ਨੇ, ਅਸੀਂ ਉਹਨਾਂ ਨੂੰ ਸਮਝਾਵਾਂਗੇ, ਘਰੇ ਬਿਠਾ ਕੇ ਸਮਝਾਵਾਂਗੇ, ਬਜ਼ੁਰਗਾਂ ਨੂੰ ਸਾਡਿਆਂ ਨੂੰ ਚਾਹੀਦਾ ਉਹਨਾਂ ਨੂੰ। ਪਰ ਜਿਹੜੇ ਹੁਣ ਉੱਥੇ ਲਾਪਤਾ ਨੇ, ਜਾਂ ਜਿਹੜੀਆਂ ਪੁਲਿਸ ਨੇ ਵਧੀਕੀਆਂ ਕੀਤੀਆਂ ਨੇ, ਜਾਂ ਜਿਵੇਂ ਸਾਡੇ ਇੱਕ ਨੌਜਵਾਨ ਮੁੰਡੇ ਦੇ ਉਹਨਾਂ ਨੇ ਗੋਲੀ ਜਿਹੜੀ ਮਾਰੀ ਆ, ਉਹ ਜਿਹੜੇ ਉਹਨਾਂ ਚੀਜ਼ਾਂ ਦੇ ਹਿਸਾਬ ਕਰਨੇ ਚਾਹੀਦੇ। ਲੀਡਰਸ਼ਿਪ ਨੂੰ ਅੱਗੇ ਆ ਕੇ ਉਹਨਾਂ ਦੀ ਜਿਹੜੀ ਪੈਰਵਾਈ ਕਰਨੀ ਚਾਹੀਦੀ ਹੈ। ਜਿਹੜੇ ਪੇਰੈਂਟਸ ਨੇ ਬੱਚੇ ਜਿਹੜੇ ਉਹ ਲੀਡਰਸ਼ਿਪ ਦੇ ਸਪੁਰਦ ਕੀਤੇ ਸੀਗੇ, ਉਹਨਾਂ ਦੇ ਕਰਕੇ ਉੱਥੇ ਉਹ ਗਏ ਸੀ, ਉਹਨਾਂ ਦੀ ਕਾਲ ਤੇ ਗਏ ਸੀ। ਇਸੇ ਕਰਕੇ ਉਹਨਾਂ ਨੂੰ ਜਿਹੜਾ ਮਤਲਬ ਲੀਡਰਸ਼ਿਪ ਦਾ ਹੁਣ ਇਹ ਪਹਿਲ ਦੇ ਆਧਾਰ ਤੇ ਫਰਜ਼ ਚਾਹੀਦਾ ਕਿ ਉਹਨਾਂ ਬੱਚਿਆਂ ਨੂੰ ਸੇਫ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਵੇ, ਤਾਂ ਜਿਹੜੇ ਆ ਵੀ ਹੋਰ ਲੋਕ ਇਹ ਅੱਗੇ ਤੋਂ ਤੁਰਨ ਕਿ ਨਹੀਂ, ਜੇ ਕੋਈ ਗਲਤੀ ਕਿਸੇ ਨੇ ਕੀਤੀ ਹੈ ਜਾਂ ਉਹਨੂੰ ਕਿਹਾ ਜਾਂਦਾ ਕਿ ਉਹਨਾਂ ਨੇ ਗਲਤੀ ਕੀਤੀ ਹੈ, ਤਾਂ ਉਹਦੀ ਪੈਰਵਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ, ਮਤਲਬ ਜਿਹੜੀ ਲੀਡਰਸ਼ਿਪ ਹੈ। ਸੋ ਅਸੀਂ ਬਾਹਰ ਬੈਠੇ ਹੀ ਬੇਨਤੀ ਕਰ ਸਕਦੇ ਹਾਂ, ਜੇ ਕਿਤੇ ਕੋਈ ਸਾਡੀਆਂ ਸੇਵਾਵਾਂ ਦੀ ਲੋੜ ਹੈ, ਅਸੀਂ ਹਾਜ਼ਰ ਹਾਂ। ਮਤਲਬ ਇਹ ਜੇ ਕੋਈ ਵਕੀਲ ਜਿਹੜੇ ਚੰਗੇ ਨੇ ਉਹ ਹਾਇਰ ਕਰਨੇ ਚਾਹੀਦੇ ਆ। ਸੋ ਸੰਘਰਸ਼ਾਂ ਦੇ ਵਿੱਚ ਇਦਾਂ ਹੁੰਦਾ, ਸਾਰੀ ਦੁਨੀਆ ਦੇ ਵਿੱਚ ਬੜੀਆਂ ਗੱਲਾਂ ਹੋ ਜਾਂਦੀਆਂ ਸੰਘਰਸ਼ਾਂ ਦੇ ਵਿੱਚ। ਸੋ ਇਸ ਤਰ੍ਹਾਂ ਨਹੀਂ, ਇਹਨੂੰ ਨੈਗੇਟਿਵ ਨਹੀਂ ਲੈਣਾ ਚਾਹੀਦਾ। ਇਹ ਜੋ ਹੋਇਆ ਚੰਗਾ ਹੀ ਹੋਇਆ, ਉਹਦੇ ਤੋਂ ਸਮਾਂ ਹੋਰ ਬਲ ਮਿਲਿਆ ਸੰਘਰਸ਼ ਨੂੰ। ਬਿਲਕੁਲ ਬਿਲਕੁਲ, ਕਿਉਂਕਿ ਗੱਲ ਤਾਂ ਜੀ ਹੋਣੀ ਚਾਹੀਦੀ ਸੀ ਕਿ 200 ਕਿਸਾਨਾਂ ਦੀ ਜੋ ਸ਼ਹੀਦੀ ਹੋ ਗਈ ਹੈ ਸੰਘਰਸ਼ ਦੇ ਵਿੱਚ 26 ਨਵੰਬਰ ਤੋਂ ਦਿੱਲੀ ਬੈਠਿਆਂ ਨੂੰ, ਜਾਂ ਫਿਰ ਇੱਕ ਜੋ ਨਵਰੀਤ ਸਿੰਘ ਜਿਨ੍ਹਾਂ ਦੀ ਉਸ ਦਿਨ 26 ਜਨਵਰੀ ਨੂੰ ਮੌਤ ਹੁੰਦੀ ਆ। ਜਵਾਬ ਤਾਂ ਸਰਕਾਰ ਨੂੰ ਇਹਨਾਂ ਦੇ ਦੇਣੇ ਬਣਦੇ ਸੀ, ਨਾ ਕਿ ਅਸੀਂ ਸਰਕਾਰ ਦੇ ਜਵਾਬ ਦੇ ਹੁੰਦੇ। ਇਹੀ ਇੱਕ ਜੋ ਇੱਕ ਨਿਸ਼ਾਨੀਆਂ ਹੁੰਦੀਆਂ ਕਿ ਗਵਰਨਮੈਂਟ ਕਿਵੇਂ ਉਹਨੂੰ ਫਲਿੱਪ ਕਰ ਦਿੰਦੀ ਹੈ, ਕਹਿ ਲਓ। ਗਵਰਨਮੈਂਟ ਜਵਾਬਦੇਹ ਹੋਣ ਦੇ ਨਾਲੋਂ, ਇਸ ਗੱਲ ਨਾਲੋਂ ਕਿ ਲੱਖਾਂ ਲੋਕ ਆਏ ਕਿਉਂ ਉੱਥੇ 26 ਜਨਵਰੀ ਨੂੰ, ਉੱਥੇ ਉਹ ਕੋਈ ਉਹਨਾਂ ਦਾ ਕੋਈ ਉਹ ਖੁਸ਼ੀ ਨਾਲ ਨਹੀਂ ਆਏ ਸੀਗੇ, ਜਾਂ ਉਹ ਪਰੇਡ ਨਹੀਂ ਕਰਨ ਆਏ ਸੀ। 70 ਸਾਲ ਹੋ ਗਏ, ਪਰੇਡਾਂ ਤਾਂ ਹੋ ਹੀ ਜਾਂਦੀਆਂ। ਇਹ ਕਿ ਰੋਸ ਮਾਰਚ ਸੀਗਾ 200 ਕਿਸਾਨਾਂ ਦੀਆਂ ਜੋ ਸ਼ਹੀਦੀਆਂ ਹੋਈਆਂ ਉਹਦੇ ਮਾਮਲੇ ਵਿੱਚ, ਜਾਂ ਜੋ 3 ਕਾਲੇ ਕਾਨੂੰਨ ਲਿਆਂਦੇ ਗਏ ਆ ਉਹਨਾਂ ਨੂੰ ਵਾਪਸ ਕਰਾਉਣ ਦੇ ਲਈ ਜੋ ਰੋਸ ਮਾਰਚ ਸੀਗਾ। ਤੇ ਬਾਕੀ ਕੋਈ ਬੇਅਦਬੀ ਨਹੀਂ ਹੋਈ ਤਿਰੰਗੇ ਦੀ। ਇੱਕ ਚਿੰਨ ਕਹਿ ਲਓ ਜੋ
ਕਿਉਂਕਿ ਹਰ ਇੱਕ ਜਾਤੀ ਸਮੂਹ ਆਪਦੇ ਇੱਕ ਚਿੰਨ੍ਹ ਥੱਲੇ ਲੜਦੀ ਹੁੰਦੀ ਹੈ, ਇੱਕ ਨਿਸ਼ਾਨ ਥੱਲੇ ਲੜਦੀ ਹੁੰਦੀ ਆ। ਤੇ ਇਹ ਨੌਜਵਾਨਾਂ ਨੇ ਆਪਣਾ ਇੱਕ ਨਿਸ਼ਾਨ, ਇੱਕ ਰੋਸ ਮਾਰਚ, ਜੋ ਰੋਸ ਦੇ ਵਜੋਂ ਜੇ ਉੱਥੇ ਕੁਝ ਲਾਇਆ ਆ, ਆਪਣਾ ਨਿਸ਼ਾਨ ਸਾਹਿਬ ਦੇ ਨਾਲ ਤਿਰੰਗਾ ਵੀ ਉੱਥੇ ਲਾਏ ਆ ਉਹਨਾਂ ਨੇ, ਤੇ ਉੱਥੇ ਕਿਸਾਨੀ ਝੰਡੇ ਵੀ ਲਾਏ ਆ। ਸੋ ਗੌਰਮੈਂਟ ਦੀਆਂ ਪਾਲਿਸੀਆਂ ਦੇ ਵਿੱਚ ਜਾਂ ਗੌਰਮੈਂਟ ਦੇ ਏਜੰਡੇ ਦੇ ਹਿਸਾਬ ਨਾਲ ਸਾਨੂੰ ਬਾਹਲਾ ਇਸ ਚੀਜ਼ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਇਹ ਵੀ ਇੱਕ ਸੰਘਰਸ਼ ਦਾ ਪੜਾਅ ਸੀਗਾ, ਤੇ ਇਹ ਕੂਣੀ ਮੋੜ ਕਹਿ ਲਓ, 26 ਜਨਵਰੀ ਨੂੰ ਇੱਕ ਕੂਣੀ ਮੋੜ ਕਹਿ ਲਓ। ਸਰਕਾਰ ਚਾਹੁੰਦੀ ਸੀ ਤਿਲਕ ਜਾਣ, ਪਰ ਇਹ ਕੂਣੀ ਮੋੜ ਫੇਰ ਵੀ ਆਉਣਗੇ, ਤੇ ਇਹਦੇ ਲਈ ਲੋੜ ਆ ਲੀਡਰਸ਼ਿਪ ਨੂੰ ਇਕੱਠੇ ਰਹਿਣ ਦੀ, ਤੇ ਨੌਜਵਾਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਰੱਖਣ ਦੀ। ਕਿਉਂਕਿ ਜਿਹੜਾ ਨੌਜਵਾਨਾਂ ਨੂੰ ਜੋ ਤਜਰਬੇ ਦੀ ਲੋੜ ਆ, ਉਹ ਬਜ਼ੁਰਗ ਲੀਡਰਸ਼ਿਪ ਦੇ ਕੋਲ ਆ, ਕਿਉਂਕਿ ਉਹਨਾਂ ਨੇ ਪਿਛਲੇ 50 ਸਾਲਾਂ ਤੋਂ ਸੰਘਰਸ਼ ਕੀਤੇ ਹੋਏ ਆ। 70ਵਿਆਂ ਦੇ ਵਿੱਚ, 80ਵਿਆਂ ਦੇ ਵਿੱਚ ਕਾਲਾ ਦੌਰ ਵੀ ਦੇਖਿਆ, ਸਾਰਾ ਸਮਾਂ ਦੇਖਿਆ। ਤੇ ਜੋ ਗੌਰਮੈਂਟ ਡਰਦੀ ਹੁੰਦੀ ਆ ਯੂਥ ਤੋਂ, ਕਿ ਜੋ ਲੋਕ ਰੋਹ ਆ, ਕਿਉਂਕਿ ਇਹ ਗੱਲਾਂ ਨੂੰ ਗਾਹਾਂ ਲੋਕਾਂ ਦੇ ਵਿੱਚ ਲੈ ਕੇ ਜਾਣ ਲਈ, ਪਿੰਡਾਂ ਦੇ ਵਿੱਚ ਲੈ ਕੇ ਜਾਣ ਦੇ ਲਈ, ਜਾਂ ਘਰਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਨੌਜਵਾਨੀ ਦਾ ਬੜਾ ਵੱਡਾ ਯੋਗਦਾਨ। ਹਾਂ, ਪਰ ਮੈਂ ਤੁਹਾਡੀ ਗੱਲ ਦੇ ਵਿੱਚ ਐਡ ਕਰੂੰਗਾ ਵੀ ਦੇਖੋ, ਇਹ ਜਿਹੜਾ ਨਾ, ਜੇ ਆਪਾਂ ਕਹੀਏ ਵੀ ਇਹ ਲੀਡਰਸ਼ਿਪ ਵੀ ਹੈ ਜਿਹੜੀ ਸਾਡੀ ਨਾ, ਉਹਨਾਂ ਨੇ ਐਡੇ ਸੰਘਰਸ਼ ਨਹੀਂ ਦੇਖੇ ਪਹਿਲਾਂ। ਇਹ ਬਹੁਤ ਪਹਿਲੀ ਵਾਰੀ ਦੁਨੀਆ ਲੈਵਲ ਤੇ, ਇਹ ਪਹਿਲੀ ਵਾਰੀ ਐਡਾ ਕੋਈ ਸੰਘਰਸ਼ ਹੋਇਆ, ਐਡਾ ਇਕੱਠ ਹੋਇਆ, ਇੰਨੇ ਚਿਰ ਲੰਬਾ ਚੱਲਿਆ, ਜਿਹੜਾ ਮਤਲਬ ਉਹ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਰਹੇ ਹੋਣ। ਇਹਦਾ ਤਜਰਬਾ ਨਹੀਂ ਹੈਗਾ ਉਹਨਾਂ ਕੋਲ ਵੀ ਇੰਨਾ ਵੱਡਾ। ਸੋ ਇਹ ਸਾਰਿਆਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਖਾਸ ਕਰਕੇ ਜਿਹੜੇ ਸਾਡੇ ਸੱਜਣ ਮਿੱਤਰ ਸੋਸ਼ਲ ਮੀਡੀਆ ਤੇ ਬਹੁਤ ਛੇਤੀ, ਮਤਲਬ ਦਿਨ ਦੇ ਵਿੱਚ 2-2, 3-3 ਵਾਰੀ ਪਤਾ ਨਹੀਂ ਕਿਹੜੇ ਤਗਮਿਆਂ ਦੇ ਨਾਲ ਸਨਮਾਨਿਤ ਕਰ ਦਿੰਦੇ ਆ। ਸੋ ਇਹਦੇ ਵਿੱਚ ਬੜਾ એનર્ਜੀ ਲੱਗਦੀ ਹੈ। ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਦੇ ਨਾ ਬੰਦੇ, ਉਹ ਦੇਖੋ ਉਹਨਾਂ ਦੀਆਂ 70, 75 ਸਾਲ ਦੀ ਕਈਆਂ ਦੇ ਵਿੱਚ ਉਮਰ ਹੈ, ਤੇ ਉਹ ਬੰਦਾ ਥੱਕ ਵੀ ਜਾਂਦਾ, ਸਟਰੈਸ ਬਹੁਤ ਹੁੰਦੀ ਹੈ। ਫਿਰ ਗਵਰਨਮੈਂਟ ਦਾ ਪ੍ਰੈਸ਼ਰ, ਤੇ ਨਾਲੇ ਇਹ ਜਿਹਦੇ ਨਾਲ ਅਸੀਂ ਦੁਸ਼ਮਣ ਨਾਲ ਲੜ ਰਹੇ ਹਾਂ ਨਾ, ਇਹ ਛਾਤਰ ਕਿਸਮ ਦੇ ਕਮਜ਼ੋਰ ਬੰਦਿਆਂ ਨਾਲ ਅਸੀਂ ਲੜ ਰਹੇ ਹਾਂ। ਜੇ ਕਿਸੇ ਦਲੇਰ ਨਾਲ ਲੜਨਾ ਹੋਵੇ ਨਾ, ਫਿਰ ਤੁਸੀਂ ਬੇਫਿਕਰ ਹੋ ਕੇ ਲੜ ਸਕਦੇ ਆ ਵੀ ਕੋਈ ਗੱਲ ਨਹੀਂ, ਉਹਨੇ ਕੋਈ ਏਦਾਂ ਦਾ ਕੰਮ ਨਹੀਂ ਕਰਨਾ, ਉਹ ਸਾਡਾ ਮਤਲਬ ਆ ਕੇ ਹਿੱਕ 'ਚ ਵੱਜੂਗਾ। ਇਹਨਾਂ ਨੇ ਉੱਦਾਂ ਨਹੀਂ ਕਰਨਾ, ਇਹਨਾਂ ਨੇ ਤਾਂ ਆਹ ਕਰਨੇ ਆ ਵੀ ਸੜਕਾਂ ਪੱਟਤੀਆਂ, ਮਤਲਬ ਉਹ ਕੋਈ ਕਿੱਲ ਗੱਡ ਤੇ, ਇਹ ਮਤਲਬ ਗੱਲ ਹੈਗੀ ਆ। ਦੇਖੋ, ਇੱਕ ਗੌਰਮੈਂਟ ਜਿਹੜੀ ਆ ਆਪਣੇ ਹੀ ਲੋਕਾਂ ਤੋਂ ਡਰ ਰਹੀ ਹੈ, ਤੇ ਉਹ ਇੱਕ ਮਤਲਬ ਦਿੱਲੀ ਇੱਕ ਸ਼ਹਿਰ ਹੈ, ਇੱਕ UT ਹੈ, ਉਹਨੂੰ ਇਸ ਤਰ੍ਹਾਂ ਬਣਾ ਰਹੀ ਆ ਉਹ, ਜਿਵੇਂ ਕਿਲਾ, ਮਤਲਬ ਉਹਨੂੰ ਬਣਾ ਲਿਆ, ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ। ਦੇਖੋ, 5 ਹਿੱਸਿਆਂ ਦੇ ਵਿੱਚ ਦੇਸ਼ ਨੂੰ ਵੰਡਦਾ। ਬੇਅਦਬੀ ਤਾਂ ਇਹ ਹੈ, ਇਹਨੂੰ ਬੇਅਦਬੀ ਤੁਸੀਂ ਕਹਿ ਸਕਦੇ ਹੋ, ਵੀ ਤਿਰੰਗੇ ਦੀ ਬੇਅਦਬੀ ਉਹ ਕਰ ਰਹੇ ਨੇ। ਜਦੋਂ ਸਾਡਾ ਜਿਹੜਾ ਪ੍ਰਧਾਨ ਮੰਤਰੀ ਲੋਕਾਂ ਨੇ ਚੁਣਿਆ ਹੋਇਆ, ਉਹ 26 ਜਨਵਰੀ ਨੂੰ ਤਿਰੰਗੇ ਨੂੰ ਸਲੂਟ ਕਰ ਰਿਹਾ ਹੈ, ਉਹਨੂੰ ਉਸ ਟਾਈਮ ਤੇ ਉਹਦੇ 1 ਮਿੰਟ ਲਈ ਵੀ ਨਹੀਂ ਉਹ ਸੋਚ ਸਕਿਆ ਕਿ 5 ਲੱਖ ਬੰਦਾ ਮੇਰੇ ਦਿੱਲੀ ਦੇ ਬਾਰਡਰਾਂ ਤੇ ਬੈਠਿਆ, ਉਹਨੂੰ ਮਤਲਬ ਸ਼ਰਮ ਆਉਣੀ ਚਾਹੀਦੀ, ਉਹਨੂੰ ਸਲੂਟ ਕਰਦੇ। ਉਹਨੂੰ ਬੇਅਦਬੀ ਮੈਂ ਸਮਝਦਾ। ਇਹ ਕੋਈ ਬੇਅਦਬੀ ਨਹੀਂ ਹੈ ਵੀ ਕਿਸੇ ਰੋਸ ਵਜੋਂ ਕੋਈ ਇਹ ਨਹੀਂ ਹੈ ਵੀ ਉਹ ਸਾਂਝੀਵਾਲਤਾ ਦਾ ਪ੍ਰਤੀਕ ਜਿਹੜਾ ਨਿਸ਼ਾਨ ਸਾਹਿਬ ਉਹ ਝਲਾਇਆ, ਨਾ ਕਿ ਕੋਈ ਕਿਸੇ ਦੇਸ਼ ਦਾ ਝੰਡਾ ਜਿਹੜਾ ਝਲਾਇਆ, ਜਿਹੜਾ ਉਹ ਵਾਰ-ਵਾਰ ਪ੍ਰਚਾਰ ਰਹੇ ਆ ਵੀ ਇਹ ਖਾਲਿਸਤਾਨੀ ਨੇ, ਇਹ ਹੋਣਗੇ ਬੜੇ ਉੱਥੇ ਬੜੇ ਤਰ੍ਹਾਂ ਦੇ ਨੇ। ਪਰ ਇਸ ਟਾਈਮ ਜਿਹੜੀ ਸਾਡੀ ਗੱਲ ਹੈ, ਉਹ ਸਿਰਫ ਇਹ ਹੈ ਵੀ ਤੁਸੀਂ ਸਾਡੇ ਹੁਣ ਰੋਟੀ ਵੀ ਤੁਸੀਂ ਸਾਡੀ ਜਿਹੜੀ ਆ ਉਹ ਖੋਹਣ ਜਾ ਰਹੇ ਆ, ਤੇ ਦੂਜੇ ਪਾਸੇ ਤੁਸੀਂ ਕਹਿੰਦੇ ਆ ਵੀ ਅਸੀਂ ਤੁਹਾਨੂੰ ਮਤਲਬ ਰੋਟੀ ਵੀ ਤੁਹਾਡੀ ਖੋਹਣੀ ਆ, ਤੇ ਤੁਹਾਨੂੰ ਰੋਣ ਵੀ ਨਹੀਂ ਦੇਣਾ, ਕੁੱਟਣਾ, ਰੋਣ ਵੀ ਨਹੀਂ ਦੇਣਾ। ਸੋ ਹੁਣ ਇੰਨਾ ਕੁ ਤਾਂ ਹੋਊਗਾ ਹੀ ਨਾ। ਬਿਲਕੁਲ। ਸੋ ਦੋਸਤੋ, ਜੋ ਇਹ ਤੁਹਾਨੂੰ ਇੱਕ ਜਾਣਕਾਰੀ 'ਚ ਵਾਧਾ ਕਰੀਏ, ਜੋ BJP ਦਾ ਜਿਹੜਾ ਦਫ਼ਤਰ ਹੈ, ਇਹਨਾਂ ਦੇ ਉੱਤੇ ਖੁਦ ਤਿਰੰਗਾ ਨਹੀਂ ਲੱਗਿਆ ਹੋਇਆ, ਇਹਨਾਂ ਦਾ ਆਪਣਾ ਝੰਡਾ ਲੱਗਿਆ ਹੋਇਆ ਆ, ਜਾਂ RSS ਦਾ ਆਫਿਸ ਕਹਿ ਲਓ। ਤੇ ਲਾਲ ਕਿਲਾ ਕੋਈ ਸਰਕਾਰੀ ਧਰੋਹਰ ਨਹੀਂ ਕਹਿ ਸਕਦੇ ਹੁਣ, ਇਹ ਹੈਗੀ ਸੀ ਸਾਡੀ ਸਰਕਾਰ। ਲਾਲ ਕਿਲਾ ਇੱਕ ਸਾਡਾ ਇਤਿਹਾਸਕ ਚਿੰਨ੍ਹ ਸੀ ਜਾਂ ਹੈ, ਪਰ ਇਸ ਵਕਤ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਆ। ਗੌਰਮੈਂਟ ਨੇ ਡਾਲਮੀਆ ਗਰੁੱਪ ਨੂੰ 2 ਸਾਲ ਪਹਿਲਾਂ ਵੇਚ ਦਿੱਤਾ ਆ। ਸੋ ਜੇ ਇਹ ਚੀਜ਼ ਗਾਹਾਂ ਜਾ ਕੇ ਜੋ ਕਾਨੂੰਨੀ ਤੌਰ ਤੇ ਟਿਕਦੀ ਨਹੀਂ ਹੈਗੀ, ਇਹ ਕੋਰਟਾਂ ਦੇ ਵਿੱਚ ਵੀ। ਦੇਖੋ, ਇੱਥੇ ਪਹਿਲਾਂ ਨਾ ਮਿਲਟਰੀ ਦਾ ਆਫਿਸ ਹੁੰਦਾ ਸੀ, 1956 ਤੋਂ ਲੈ ਕੇ 2003 ਤੱਕ ਜਿਹੜਾ ਉਹ ਮਿਲਟਰੀ ਦਾ ਆਫਿਸ ਵਜੋਂ ਜਿਹੜਾ ਯੂਜ਼ ਕੀਤਾ ਗਿਆ ਲਾਲ ਕਿਲੇ ਨੂੰ। ਸੋ ਫਿਰ ਇਹ 2003 ਦੇ ਵਿੱਚ 1 ਦਸੰਬਰ ਦੇ ਵਿੱਚ ਬਹੁਤ ਵੱਡਾ ਫੰਕਸ਼ਨ ਕਰਕੇ ਮਿਲਟਰੀ ਨੇ ਜਿਹੜਾ ਇਹ ਜਿਹੜਾ ਆਪਣਾ ਹੈਗਾ ਲੋਕ ਸੰਪਰਕ ਵਿਭਾਗ ਆਪਾਂ ਕਹਿ ਲਓ, ਜਾਂ ਜਿਹੜਾ ਇਹ ਪਬਲਿਕ ਰਿਲੇਸ਼ਨ, ਹਾਂਜੀ, ਉਹਨਾਂ ਨੂੰ ਜਿਹੜਾ ਇਹ ਦੇ ਦਿੱਤਾ ਸੀਗਾ ਕਿ ਪਬਲਿਕ ਲਈ ਓਪਨ ਕਰ ਦਿੱਤਾ ਜਾਵੇ ਇਹਨੂੰ।
ਸੋ ਉਹਨਾਂ ਤੋਂ ਵੀ ਇਹ ਨਹੀਂ ਚੱਲਿਆ। ਤੇ ਉਹ ਫਿਰ ਇਹਨਾਂ ਨੇ ਹੁਣ ਮੈਨੂੰ ਤਾਂ ਪਤਾ ਲੱਗਿਆ ਵੀ ਆਹ 2 ਸਾਲ ਤੋਂ ਇਹ ਪ੍ਰਾਈਵੇਟ ਉਹਨੂੰ ਕਰਤਾ। ਚਲੋ ਉਹ ਇੱਕ ਕੋਈ ਮਾੜੀ ਗੱਲ ਨਹੀਂ, ਉਹ ਚੰਗੀ ਵੀ ਹੈ ਇੱਕ ਪਾਸੇ, ਕਿਉਂਕਿ ਗਵਰਨਮੈਂਟ ਨੂੰ ਰੈਵਨਿਊ ਆਉਂਦਾ ਉੱਥੋਂ ਤੇ ਉਹ ਸੰਭਾਲ ਵੀ ਵਧੀਆ ਤਰੀਕੇ ਨਾਲ ਕਰਨਗੇ। ਉਹ ਇੱਕ ਮਤਲਬ ਇਤਿਹਾਸਕ ਚੀਜ਼ ਹੈ ਜਿਹੜੀ ਉਹ ਸਾਂਭੀ ਵੀ ਜਾ ਸਕਦੀ ਜਾਊਗੀ ਇਸ ਤਰ੍ਹਾਂ। ਪਰ ਮਤਲਬ ਇਹਨੂੰ ਇਸ ਤਰ੍ਹਾਂ ਪ੍ਰਚਾਰ ਨਾ ਕਿ ਕੋਈ ਮਤਲਬ ਉਹਨਾਂ ਨੇ ਕੋਈ ਉੱਥੇ ਉਹਨਾਂ ਨੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ, ਕੋਈ ਬੰਦਾ ਨਹੀਂ ਮਤਲਬ ਸਮਾਂ ਉਹ ਇਹਨਾਂ ਨੇ ਗੋਲੀ ਚਲਾਈ ਹੈ। ਤੇ ਫਿਰ ਦੂਜੇ ਪਾਸੇ ਇਹ ਵੀ ਹੈ, ਦੇਖੋ ਇਹ ਗਵਰਨਮੈਂਟ ਦੀ ਨਲਾਇਕੀ ਹੈ। ਜੇ ਉਹ 26 ਜਨਵਰੀ ਵਾਲੇ ਦਿਨ ਕੋਈ ਉੱਥੇ ਜਾ ਕੇ ਨਿਸ਼ਾਨ ਸਾਹਿਬ ਚੜਾ ਸਕਦਾ ਹੈ ਜਾਂ ਕੋਈ ਵੀ, ਫਿਰ ਤਾਂ ਕੁਝ ਵੀ ਉੱਥੇ, ਫਿਰ ਤਾਂ ਚਾਈਨਾ ਵਾਲੇ ਵੀ ਆ ਸਕਦੇ ਆ, ਪਾਕਿਸਤਾਨ ਵਾਲੇ ਵੀ ਆ ਸਕਦੇ ਆ। ਫਿਰ ਇਹ ਤਾਂ ਆਪਣੀ ਉਹ ਨਲਾਇਕੀ ਮੰਨਣ। ਇਹ ਤਾਂ ਬੈਠੇ ਸੀ, ਤਾਂ ਇਹਨਾਂ ਨੇ ਤਾਂ ਦੱਸ ਕੇ ਕਿਹਾ ਨਾ, ਇਹਨਾਂ ਨੇ ਕਿਹਾ ਵੀ ਅਸੀਂ ਆਉਣਾ, ਅੱਜ ਅਸੀਂ ਦਿੱਲੀ ਦੇ ਵਿੱਚ ਸਾਡਾ ਮਾਰਚ ਹੈ। ਤੇ ਦੂਜੇ ਪਾਸੇ ਇਹਨਾਂ ਨੇ ਜਿਹੜੇ ਨਾ ਸਾਡੇ ਪੰਜਾਬ ਤੋਂ ਵੀ ਬਹੁਤ ਜਿਹੜਾ ਆਪਾਂ ਪਰਸੈਂਟੇਜ ਕਹਿ ਦਈਏ ਜਿਨ੍ਹਾਂ ਨੂੰ ਦਿੱਲੀ ਬਾਰੇ ਨਹੀਂ ਪਤਾ, ਜਿਹੜੇ ਦਿੱਲੀ ਕਦੇ ਆਏ ਹੀ ਨਹੀਂ, ਉਹ ਇਹਨਾਂ ਨੇ ਵੀ ਭਟਕਾਇਆ ਹੈ। ਮਤਲਬ ਰੋਡਾਂ ਦਾ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ, ਉੱਥੇ ਰੂਟ ਦਾ ਸਾਨੂੰ ਵੀ ਨਹੀਂ। ਬਿਲਕੁਲ ਜੋ ਕਿਸਾਨੀ ਰਾਊਟ ਸੀਗਾ, ਉਹ ਰਾਊਟ ਤਾਂ ਬੈਰੀਕੇਡਿੰਗ ਕਰਕੇ ਪੁਲਿਸ ਵੱਲੋਂ ਬੰਦ ਕੀਤਾ ਗਿਆ ਸੀ। ਇਹਨਾਂ ਨੂੰ ਖਰਾਬ ਕਰਨ ਦਾ ਪੂਰਾ ਇਹਨਾਂ ਦੀ ਸਾਜ਼ਿਸ਼ ਸੀਗੀ ਉੱਥੇ। ਤੇ ਸੋ ਦੋਸਤੋ, ਇੱਕ ਹੋਰ ਜਾਣਕਾਰੀ ਜੋ ਦੇਣੀ ਅਸੀਂ ਇਸ ਮਾਧਿਅਮ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਦੱਸਣੀ ਚਾਹੁੰਦੇ ਆ ਕਿ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀਗੀ ਉੱਥੇ ਯੂਕੇ ਦੇ ਸਿੱਖਾਂ ਦੇ ਵੱਲੋਂ ਜਾਂ ਯੂਕੇ ਦੇ ਭਾਰਤੀਆਂ ਦੇ ਵੱਲੋਂ। ਉਹਨੂੰ 1 ਲੱਖ ਸਿਗਨੇਚਰ ਦੀ ਲੋੜ ਸੀ ਤੇ ਉਹਨੇ ਉਹ ਵੈਲ ਓਵਰ ਉਸ ਤੋਂ ਉੱਪਰ ਉਹ ਚੱਲ ਗਈ ਹੈਗੀ ਆ। ਸੋ ਇਹ ਮੁੱਦਾ ਹੁਣ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਵੀ ਇੱਕ ਡਿਬੇਟ ਦਾ ਹਿੱਸਾ ਬਣ ਜਾ ਰਿਹਾ ਆ। ਤੇ ਇੱਕ ਬੜਾ ਵੱਡਾ ਅਨਫੋਰਚੂਨੇਟ ਇਹ ਗੱਲ ਆ ਕਿ ਇਹ ਭਾਰਤ ਦੀ ਸੰਸਦ ਦੇ ਵਿੱਚ ਜਾਂ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ ਇਸ ਚੀਜ਼ ਦੇ ਬਾਰੇ ਗੱਲ ਨਹੀਂ ਹੋ ਰਹੀ, ਕਿਉਂਕਿ ਮੁੱਦਾ ਤਾਂ ਭਾਰਤੀਆਂ ਦਾ ਹੀ ਹੈ ਨਾ, ਇਹ ਭਾਰਤ ਦੇ ਵਰਗ ਦੇ ਨਾਲ ਜੁੜਿਆ ਹੋਇਆ ਆ, ਜਦੋਂ ਕਿ ਵਿਦੇਸ਼ਾਂ ਦੇ ਵਿੱਚ ਗੱਲ ਹੋ ਰਹੀ ਆ। ਸੋ ਇਹ ਇੱਕ ਸੰਘਰਸ਼ ਦੇ ਲਈ ਇੱਕ ਨਵਾਂ ਮੀਲ ਪੱਥਰ ਹੋਊਗਾ ਜੇਕਰ ਇਹ ਗੱਲ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਟੇਬਲ ਹੋ ਜਾਂਦੀ ਆ। ਇੱਥੇ ਵੀ ਇੱਕ ਸਾਂਝੀ ਕਰੋ ਵੀ ਇਹ ਮੈਂ ਭੇਜਿਆ ਵੀ ਸੀ ਮੇਰੇ ਖਿਆਲ ਤੁਹਾਨੂੰ ਸਾਰਿਆਂ ਨੂੰ, 2 ਪਟੀਸ਼ਨਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਇੱਕ ਆਪਣੇ ਸਿੱਖ ਕੋਲੀਸ਼ਨ ਵੱਲੋਂ ਜਿਹੜੀ ਆ ਉਹ ਬਣਾਈ ਗਈ ਹੈ ਪਟੀਸ਼ਨ। ਉਹ ਤੁਸੀਂ ਜਦੋਂ ਭਰਦੇ ਹੋ ਉਹਦੇ ਵਿੱਚ ਆਪਣੀ ਇਨਫੋਰਮੇਸ਼ਨ ਭਰਦੇ ਹੋ, ਉਹ 3 ਜਿਹੜੀਆਂ ਈਮੇਲਾਂ ਉਹ ਸੈਂਡ ਕਰ ਦਿੰਦੇ ਆ, ਉਹ ਸਿੱਧੀ ਵਾਈਟ ਹਾਊਸ ਨੂੰ, ਤੇ ਇੱਕ ਜਿਹੜੀ ਹੈਗੀ ਆ ਤੁਹਾਡੇ ਸੈਨੇਟਰ ਨੂੰ, ਇੱਕ ਤੁਹਾਡੇ ਕਾਂਗਰਸਮੈਨ ਨੂੰ। ਉਹ 3 ਜਿਹੜੀਆਂ ਈਮੇਲਾਂ ਮਤਲਬ ਆਪਣੇ ਆਪ ਉਹਨਾਂ ਨੂੰ ਚਲੇ ਜਾਂਦੀ ਹੈ। ਤੁਸੀਂ ਸਿਰਫ ਉਹ ਕਲਿੱਕ ਕਰਨਾ ਲਿੰਕ ਤੇ ਉਹਦੇ ਵਿੱਚ ਆਪਣੀ ਇਨਫੋਰਮੇਸ਼ਨ ਭਰਨੀ ਹੈ। ਸੇਮ ਕਾਈਂਡ ਆਫ ਜਿਹੜੀ ਆ ਉਹ ਸਿੱਖ ਕੌਕਸ ਵੱਲੋਂ ਵੀ ਜਿਹੜੀ ਆ ਉਹ ਚਲਾਈ ਗਈ ਹੈ ਮੁਹਿੰਮ। ਸੋ ਉਹ ਵੀ ਸਾਨੂੰ ਵੱਧ ਤੋਂ ਵੱਧ ਜਿਹੜੀ ਉਹ ਈਮੇਲਸ ਕਰਨੀਆਂ ਚਾਹੀਦੀਆਂ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਜਿਹੜੇ 200 ਉੱਥੇ ਸ਼ਹੀਦ ਹੋਏ ਨੇ, ਜਿਨ੍ਹਾਂ ਦੇ ਧੀਆਂ ਪੁੱਤ ਜਾਂ ਘਰ ਵਾਲੇ ਜਾਂ ਭਰਾ ਭੈਣ ਉੱਥੇ ਮਰੇ ਨੇ, ਉਹਨਾਂ ਸਾਰਿਆਂ ਨੂੰ ਸਾਨੂੰ ਰਜਮਾ ਸਲੂਟ ਕਰਨਾ ਚਾਹੀਦਾ ਤੇ ਉਹਨਾਂ ਦੇ ਪਰਿਵਾਰਾਂ ਨਾਲ ਜਿਹੜਾ ਸਹਿਨਭੂਤੀ ਜਿਹੜੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਉਹਨਾਂ ਦੇ ਦੁੱਖ ਵਿੱਚ ਦੁੱਖ ਵੰਡਾਉਂਦੇ ਹਾਂ। ਇਹ ਕਹਿਣਾ ਚਾਹੀਦਾ, ਜ਼ਰੂਰੀ ਆ, ਕਿਉਂਕਿ ਉਹਨਾਂ ਨੇ ਕਿਸੇ ਆਪਣੇ ਵਾਸਤੇ ਉੱਥੇ ਜਾਨਾਂ ਨਹੀਂ ਗਵਾਈਆਂ, ਉਹ ਸਾਰੇ ਸੰਘਰਸ਼ ਲਈ ਉਹਨਾਂ ਨੇ ਗਵਾਈਆਂ ਹੈਗੀਆਂ। ਤੇ ਉਸ ਤੋਂ ਬਾਅਦ ਜਿਹੜੇ ਕੰਢੇ ਤੇ ਜਿਹੜੀਆਂ ਟੋਏ ਪੁੱਟੇ ਜਾ ਰਹੇ ਨੇ, ਇਹ ਦੇਖੋ ਜਿਹੜਾ ਗੌਰਮੈਂਟ ਦਾ ਫਰਜ਼ ਇਹ ਹੁੰਦਾ ਕਿ ਨਵੀਆਂ ਤੋਂ ਨਵੀਆਂ ਸਹੂਲਤਾਂ ਆਪਣੀ ਜਿਹੜੀ ਸਰਕਾਰ ਉਹ ਆਪਣੇ ਵਸਿੰਦਿਆਂ ਨੂੰ ਦੇਵੇ, ਤੇ ਉਹਦੇ ਉਲਟ ਬਣੀਆਂ ਹੋਈਆਂ ਸੜਕਾਂ ਉੱਤੇ ਕਿੱਲ ਗੱਡਣੇ, ਦੁਬਾਰਾ ਕੱਢਣੀਆਂ ਤੇ ਟੋਏ ਪੁੱਟਣੇ ਕਿੱਡੀ ਕੁ ਵੱਡੀ ਇੱਕ ਚੰਗੀ ਗੱਲ ਹੋ ਸਕਦੀ ਆ। ਇਹਨੂੰ ਜਿੰਨਾ ਵੀ ਨਿਖੇਧਿਆ ਜਾਏ ਉਹ ਘੱਟ ਹੈ। ਤੇ ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਦੇਖੋ ਗੌਰਮੈਂਟ ਕੀ ਏਦਾਂ ਕਰ ਸਕਦੀ ਆ। ਕਦੀ ਕਿਸੇ ਹੋਰ ਦੇਸ਼ ਜਾਂ ਸ਼ਹਿਰ ਜਾਂ ਕਿਸੇ ਹੋਰ ਮੁਲਕ ਵਿੱਚ ਏਦਾਂ ਦੀ ਗੱਲ ਹੋਈ ਹੈ? ਲੋਕਾਂ ਨੇ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਨੂੰ ਗਾਰਬੇਜ ਕੈਨਾਂ ਵਿੱਚ ਸੁੱਟਿਆ, ਤਾਂ ਵੀ ਨਹੀਂ ਏਦਾਂ ਦਾ ਕੰਮ ਹੋਇਆ। ਤੇ ਇਹ ਨਿੱਕੀ ਜਿਹੀ ਗੱਲ ਪਿੱਛੇ 3 ਕਾਨੂੰਨ ਜਿਹੜੇ ਬਣਾਏ ਆ, ਜਦੋਂ ਲੋਕੀ ਨਹੀਂ ਉਹਨਾਂ ਨੂੰ ਪਸੰਦ ਕਰ ਰਹੇ, ਜਿਨ੍ਹਾਂ ਲਈ ਤੁਸੀਂ ਬਣਾ ਰਹੇ ਹੋ, ਤੇ ਕਿਸ ਕਰਕੇ ਤੁਸੀਂ ਉਹਨੂੰ ਲਾਗੂ ਕਰਨਾ ਚਾਹੁੰਦੇ ਹੋ ਬਈ? ਤੇ ਜੇ ਉਹਦੇ ਵਿੱਚ ਤੁਹਾਡਾ ਪ੍ਰੋਫਿਟ ਗਿਆ ਤਾਂ ਹੀ ਤੁਸੀਂ ਇਹ ਗੱਲ ਕਰ ਰਹੇ ਹੋ ਨਾ। ਤੇ ਇਹ ਤਾਂ ਗੱਲ ਆਪਣੇ ਆਪ ਸਾਫ਼ ਕਰ ਰਹੇ ਨੇ ਵੀ ਇਹਦੇ ਵਿੱਚ ਤੁਹਾਡਾ ਪ੍ਰੋਫਿਟ ਨਹੀਂ,
ਇਹ ਸਾਡਾ ਪ੍ਰੋਫਿਟ ਹੋਣਾ, ਇਸ ਕਰਕੇ ਅਸੀਂ ਇਹ ਕੰਮ ਕਰਨਾ ਜ਼ਰੂਰ ਹੈ। ਤੇ ਇਹ ਚੀਜ਼ਾਂ ਜਿਹੜੀਆਂ ਉਹਨਾਂ ਕੋਲੋਂ ਮੁਆਵਜ਼ਾ ਲਿਆ ਹੈ ਵੱਡੀਆਂ ਤਾਕਤਾਂ ਤੋਂ, ਉਹਨਾਂ ਨੂੰ ਆਪਣੇ ਮੁਆਵਜ਼ੇ ਵਾਪਸ ਕਰ ਦਿਓ ਤੇ ਇਹ ਜਿਹੜੇ ਕਾਨੂੰਨ ਰੱਦ ਕਰਕੇ ਸਾਰੇ ਦੇਸ਼ ਨੂੰ ਜਿਹੜਾ ਸ਼ਾਂਤੀ ਵਿੱਚ ਰਹਿਣ ਦਿਓ। ਬਿਲਕੁਲ ਬਿਲਕੁਲ ਜੀ। ਸੋ ਦੋਸਤੋ, ਇੱਕ ਨਵੀਂ ਹੋਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਪੱਛਮੀ ਬੰਗਾਲ ਦੀ ਜੋ ਮੁੱਖ ਮੰਤਰੀ ਮਮਤਾ ਬੈਨਰਜੀ ਹੈ, ਉਹਨਾਂ ਨੇ ਆਪਣੇ ਇੱਕ ਬੜਾ ਵੱਡਾ ਸਮਾਰੋਹ ਕਹਿ ਕੇ ਉਸੇ ਲੱਖਾਂ ਬੰਦੇ ਜੋ ਉਹਨਾਂ ਦੇ ਪਾਰਟੀ ਵਰਕਰ ਸੀ ਜਾਂ ਲੀਡਰਸ਼ਿਪ ਸੀਗੀ, ਉਹਨਾਂ ਨੇ ਸਾਰਿਆਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਇੱਕ ਬੜਾ ਵੱਡਾ ਇਕੱਠ ਕੀਤਾ ਆ ਵੈਸਟ ਬੰਗਾਲ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ। ਤੇ ਉਹਨਾਂ ਨੇ ਇੱਕ ਪ੍ਰਤੀਬੱਧਤਾ ਦੁਹਰਾਈ ਆ ਸੰਯੁਕਤ ਭਾਰਤ ਦੇ ਲਈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਲਈ ਤੇ ਕਿਸਾਨੀ ਸੰਘਰਸ਼ ਦੇ ਲਈ। ਬਹੁਤ ਵਧੀਆ ਜੀ, ਹਾਂ, ਬਹੁਤ ਵਧੀਆ ਜੀ, ਬਹੁਤ ਵਧੀਆ ਹੋਇਆ। ਕਿਉਂਕਿ ਇਸ ਵਕਤ ਜੋ ਭਾਰਤ ਦਾ ਹਾਕਮ ਹੈ ਨਾ, ਉਹ ਸਮਾਜ ਨੂੰ ਇੱਕ ਵੰਡੀਆਂ ਧਾਰਮਿਕ ਤੌਰ ਤੇ ਜੋ ਵੰਡੀਆਂ ਪਾ ਰਿਹਾ ਹੈ, ਸਾਨੂੰ ਉਸ ਨੂੰ ਮੋੜਨ ਦੀ ਲੋੜ ਆ। ਉਹ ਮੁਹਾਰ ਸਾਡੇ ਦੇਸ਼ ਦੇ ਲਈ ਵੀ ਸਹੀ ਨਹੀਂ ਹੈਗਾ। ਸੋ ਇਸ ਤਰ੍ਹਾਂ ਸਾਰੀ ਪੋਲੀਟੀਕਲ ਲੀਡਰਸ਼ਿਪ ਜੋ ਬਜਟ ਹੋਇਆ ਸੀਗਾ ਤੇ ਜੋ ਰਾਸ਼ਟਰਪਤੀ ਦਾ ਭਾਸ਼ਣ ਸੀਗਾ, 22 ਦਲਾਂ ਨੇ, 22 ਜਿਹੜੇ ਮੇਨ ਪ੍ਰੋਮੀਨੈਂਟ ਉੱਥੇ ਵਿਰੋਧੀ ਧਿਰ ਦੇ ਵਿੱਚ ਦੋ ਦਲ ਆ ਜਾਂ ਪੋਲੀਟੀਕਲ ਪਾਰਟੀਆਂ ਆ, ਉਹਨਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਵੀ ਬਾਈਕਾਟ ਕੀਤਾ ਸੀਗਾ। ਸੋ ਇਹ ਕਿਸਾਨਾਂ ਦੀ ਹੱਕਾਂ ਦੀ ਗੱਲ ਆ ਨਾ, ਜੋ ਉਹ ਪਹੁੰਚ ਤਾਂ ਰਹੀ ਆ, ਪਰ ਇਹ ਗੂੰਗੇ ਬੋਲੇ ਕੰਨ ਜਿਹੜੇ ਕਿ ਲੰਬੇ ਸਮੇਂ ਦੇ ਉੱਤੋਂ ਨਾ ਸੁਣਨ ਦੇ ਆਦੀ ਹੋ ਚੁੱਕੇ ਆ। ਇਹ ਸਮਾਂ ਜ਼ਰੂਰ ਲੱਗੂਗਾ, ਪਰ ਇਹ ਸੰਘਰਸ਼ ਜਿੱਤਿਆ ਜਾਊਗਾ। ਕਿਸਾਨਾਂ ਦਾ ਲੀਡਰਸ਼ਿਪ ਜੋ ਪੰਜਾਬ ਦੀ ਜਾਂ ਜੋ ਸਮੂਹਕ ਲੀਡਰਸ਼ਿਪ ਆ ਉਹਦੇ ਨਾਲ ਰਲ ਕੇ। ਸੋ ਇਹੀ ਸਾਡੀ ਦੁਆ ਆ ਤੇ ਇੱਕ ਸਾਰਿਆਂ ਨੂੰ ਅਪੀਲ ਆ ਕਿ ਸੰਘਰਸ਼ ਲੰਬਾ ਜ਼ਰੂਰ ਹੋ ਸਕਦਾ ਆ, ਪਰ ਸੰਘਰਸ਼ ਦੇ ਵਿੱਚ ਅੰਤਿਮ ਜਿੱਤ ਲੋਕਾਂ ਦੀ ਹੋਈ ਹੋਣੀ ਆ। ਸੋ ਸਾਡੇ ਸੇਖੋਂ ਸਾਹਿਬ, ਜੋ ਇਸ ਵਕਤ ਜੇਲ੍ਹਾਂ ਦੇ ਵਿੱਚ ਬੰਦ ਕਿਸਾਨ ਆ, ਉਹਦੇ ਬਾਰੇ ਇੱਕ ਨਿਊਜ਼ ਆ ਰਹੀ ਹੈ ਕਿ ਸੰਯੁਕਤ ਮੋਰਚੇ ਨੇ ਜੋ ਇੱਕ ਸਟ੍ਰਿਕਟਲੀ ਮੰਗਾਂ ਰੱਖੀਆਂ। ਪਹਿਲੀ ਤਾਂ ਇੱਕ ਗੱਲਬਾਤ ਗਵਰਨਮੈਂਟ ਦੇ ਨਾਲ ਬਿਲਕੁਲ ਬੰਦ ਰਹੂਗੀ ਜਿੰਨਾ ਚਿਰ ਸਾਡੇ ਜੋ ਲਾਪਤਾ ਨੌਜਵਾਨ ਆ ਉਹ ਨਹੀਂ ਮਿਲ ਜਾਂਦੇ, ਤੇ ਉਸਦੇ ਲਈ ਵਕੀਲਾਂ ਦਾ ਵੀ ਬੜਾ ਵਧੀਆ ਯੋਗਦਾਨ ਆ। ਤੇ ਬਾਕੀ ਜੋ ਦਿੱਲੀ ਦੇ ਵਿੱਚ ਪਾਰਟੀ ਆ ਜੋ ਰਾਜ ਕਰ ਰਹੀ ਆ, ਜਾਂ ਸਟੇਟ ਦੀ ਆ ਜਾਂ ਕੇਂਦਰ ਸਰਕਾਰ ਆ, ਉਹਨੂੰ ਵੀ ਲੀਡਰਸ਼ਿਪ ਮਿਲ ਰਹੀ ਆ। ਸੋ ਪੰਜਾਬ ਦੇ ਜੋ ਨੌਜਵਾਨ ਆ ਜਾਂ ਜਿਨ੍ਹਾਂ ਦੇ ਮਾਪੇ ਆ, ਜਿਹੜੇ ਨੌਜਵਾਨ ਮਿਸਿੰਗ ਆ, ਉਹਨਾਂ ਦੇ ਲਈ ਤੁਹਾਡੇ ਦੋ ਬੋਲ ਕਿ ਉਹਨਾਂ ਨੂੰ ਕਿਵੇਂ ਕੀ ਚਾਹੀਦਾ ਕਿ ਕਿਸ ਤਰ੍ਹਾਂ ਉਹ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਤੇ ਕਿਵੇਂ ਉਹ ਫੋਲੋ ਅਪ ਕਰ ਸਕਦੇ ਆ ਇਸ ਚੀਜ਼ ਦੇ ਲਈ, ਜਾਂ ਜਿਹੜੇ ਪਿੰਡਾਂ ਦੇ ਨੌਜਵਾਨ ਮਿਸਿੰਗ ਆ ਜਾਂ ਜਿਹੜੇ ਇਲਾਕੇ ਦੇ ਬੱਚੇ ਮਿਸਿੰਗ ਆ। ਦੇਖੋ, ਉਹਨਾਂ ਨੇ ਨੰਬਰ ਜਾਰੀ ਕੀਤੇ ਆ, ਉਹ ਮੇਰੇ ਖਿਆਲ ਗੱਲ ਨਹੀਂ ਕਰ ਸਕਦੇ। ਉਹ ਕੁਝ ਨੰਬਰ ਹੈਗੇ ਨੇ, ਉਹਨਾਂ ਤੇ WhatsApp ਮੈਸੇਜ ਕੀਤਾ ਜਾ ਸਕਦਾ। ਤੇ ਪਹਿਲੀ ਗੱਲ ਤਾਂ ਉਹਨਾਂ ਦੀ ਲਿਸਟ ਮੇਰੇ ਖਿਆਲ ਬਣ ਕੇ ਤਿਆਰ ਹੋ ਗਈ ਵੀ ਕਿਹੜੇ ਉਹ ਸਾਰੇ। ਇਹ ਗਵਰਨਮੈਂਟ ਇਦਾਂ ਕਰਦੀਆਂ ਹੁੰਦੀਆਂ ਸੰਘਰਸ਼ ਦਾ। ਇਹ ਵੀ ਇੱਕ ਪੜਾਅ ਹੈ ਕਿ ਕੁਝ ਬੰਦੇ ਅਰੈਸਟ ਕੀਤੇ ਜਾਣ ਤੇ ਬਾਅਦ ਚ ਉਹਨੂੰ ਛਡਾਉਣ ਦੇ ਲਈ ਲੋਕ ਲੱਗ ਜਾਣ। ਸੋ ਇਹ ਖੈਰ ਇਹਨਾਂ ਨੇ ਕਦਮ ਬੜਾ ਵਧੀਆ ਚੱਕਿਆ, ਜਿਹੜੀ ਪੈਰਵਾਈ ਕਰ ਰਹੇ ਨੇ ਖੁਦ ਆਪ। ਤੇ ਪਹਿਲਾਂ ਵਕੀਲ ਅੱਗੇ ਆਏ ਨੇ, ਵਕੀਲ ਸਾਰੇ ਜਿਹੜੇ ਉਹ ਫ੍ਰੀ ਸੇਵਾ ਦੇ ਰਹੇ ਨੇ। ਸੋ ਮੇਰਾ ਖਿਆਲ ਉਹ ਛੇਤੀ ਬਾਹਰ ਆ ਜਾਣਗੇ, ਕਿਉਂਕਿ ਕੋਈ ਕ੍ਰਾਈਮ ਨਹੀਂ ਉਹਨਾਂ ਨੇ ਕੀਤਾ। ਸੋ ਉਹਨਾਂ ਤੇ ਕੇਸ ਜਿਹੜਾ ਇਹ ਕੇਸ ਪਾਉਣੇ ਬੜੇ ਸੌਖੇ ਹੁੰਦੇ ਆ, ਪਰ ਕੇਸਾਂ ਨੂੰ ਅੱਗੇ ਪਰਸੂ ਕਰਨਾ ਬੜਾ ਔਖਾ ਹੁੰਦਾ। ਉਹਦੇ 'ਚ ਗਵਾਹੀਆਂ ਕਿੱਥੋਂ ਲੈ ਕੇ ਆਉਣੀਆਂ? ਸਾਰਾ ਕੁਝ ਕੋਰਟ ਨੇ ਤਾਂ ਸਿਸਟਮ ਦੇ ਉਹ ਸਾਰਾ ਉਹ ਦੇਖਣਾ ਹੈ ਨਾ ਵੀ ਕਿੱਦਾਂ ਉਹਨੂੰ ਅੱਗੇ ਲੈ ਕੇ ਜਾਣਾ। ਸੋ ਅਕਸਰ ਜਿਹੜੀਆਂ ਗਵਰਨਮੈਂਟਾਂ ਇਹਨਾਂ ਕੇਸਾਂ ਦੇ ਵਿੱਚ ਹਾਰ ਜਾਂਦੀਆਂ ਹੁੰਦੀਆਂ। ਕੋਈ ਉਹਨਾਂ ਨੇ ਕੋਈ ਅੱਜ ਕੱਲ੍ਹ ਦਾ ਉੱਥੇ ਹਰ ਇੱਕ ਦੇ ਬੰਦੇ ਕੈਮਰਾ ਹੱਥ ਦੇ ਵਿੱਚ ਆ, ਕੋਈ ਕਿਸੇ ਦੇ ਉਹਨਾਂ ਨੇ ਹੱਥ ਨਹੀਂ ਚੱਕਿਆ, ਕਿਸੇ ਨੂੰ ਮਾਰਿਆ ਨਹੀਂ, ਕੋਈ ਕ੍ਰਾਈਮ ਹੀ ਨਹੀਂ ਹੈ। ਸੋ ਇਹ ਤਾਂ ਰੋਸ ਮਾਰਚ ਆ। ਰੋਸ ਮਾਰਚ ਦੇ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ। ਸੋ ਜਿਹੜੇ ਆ ਉਹ ਛੇਤੀ ਤੋਂ ਛੇਤੀ ਜਿਹੜੇ ਆ ਬਾਹਰ ਆਉਣੇ ਚਾਹੀਦੇ ਆ। ਸੋ ਆਪਣੇ ਘਰੇ ਠੀਕ ਠਾਕ ਪਹੁੰਚਣੇ ਚਾਹੀਦੇ ਆ। ਇਹ ਜਥੇਬੰਦੀਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਸੋ ਜਿਹੜੇ ਵੀ ਜੇ ਕੋਈ ਵਕੀਲਾਂ ਦੀ ਕੋਈ ਫੀਸ ਵਗੈਰਾ ਹੈਗੀ ਆ, ਇੱਥੇ ਵੀ ਜੇ ਕੋਈ ਸੰਸਥਾ ਚਾਹੁੰਦੀ ਆ, ਅਸੀਂ ਇਹਦੇ ਵਿੱਚ ਮਦਦ ਕਰ ਸਕਦੇ ਹਾਂ। ਤੇ ਜਿਹੜੀ ਬਲ ਬਹਾਦਰ ਜੀ ਨੇ ਗੱਲ ਕੀਤੀ ਆ ਵੀ ਜਿਹੜੇ ਉੱਥੇ ਇੰਨੇ ਸ਼ਹੀਦ ਹੋ ਚੁੱਕੇ ਨੇ, ਸਾਨੂੰ ਜਿਹੜੇ ਇੱਧਰ ਬੈਠਿਆਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਵੀ ਕੋਈ ਮਤਲਬ ਥੋੜਾ ਵੇਟ ਕਰਨੀ ਚਾਹੀਦੀ ਹੈ। ਬਾਅਦ 'ਚ ਉਹਨਾਂ ਦੀ ਜ਼ਰੂਰ ਫਾਈਨੈਂਸ਼ਲੀ ਵੀ ਸਾਨੂੰ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਹੈ, ਜਿੰਨੇ ਵੀ ਸਾਡੇ ਬਾਹਰ ਭਰਾ ਬੈਠੇ ਨੇ। ਪਰ ਇਹਦੇ ਨਾਲ ਇੱਕ ਗੱਲ ਜ਼ਰੂਰ ਖਿਆਲ ਰੱਖਣੀ ਚਾਹੀਦੀ ਹੈ ਵੀ ਪਹਿਲਾਂ ਜਦੋਂ ਵੀ ਕਿਤੇ ਇੱਦਾਂ ਪੈਸਾ ਗਿਆ, ਕਿਸੇ ਨੂੰ ਉਹਨਾਂ ਦੇ ਨਾਂ ਤੇ ਪੈਸਾ ਨਾ ਦਿਓ। ਆਪ ਇਕੱਠਾ ਕਰਕੇ ਕੋਈ ਇੱਦਾਂ ਦੇ ਹੱਥਾਂ ਦੇ ਵਿੱਚ ਜਾਵੇ ਜਿਹੜਾ ਸਹੀ ਜਗ੍ਹਾ ਤੇ ਪੈਸਾ ਜਿਹੜਾ ਉਹ ਪਹੁੰਚੇ।
ਬਹੁਤ ਜਿਹੜਾ ਮਿਸਯੂਜ ਪੈਸੇ ਦਾ ਹੁੰਦਾ ਤੇ ਹੁਣ ਵੀ ਧਿਆਨ ਰੱਖਿਆ ਜਾਵੇ। ਕਈ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਕੋਈ ਫੇਕ ਜਿਹੜੀਆਂ ਨੇ ਜਥੇਬੰਦੀਆਂ ਰਜਿਸਟਰ ਕਰਕੇ, ਕਿਸਾਨ ਜਥੇਬੰਦੀਆਂ ਹੁਣ ਮਤਲਬ ਇਹ ਸੰਘਰਸ਼ ਦੇ ਵਿੱਚ ਰਜਿਸਟਰ ਹੋ ਕੇ ਇੱਦਾਂ ਦੇ ਵੀ ਖਬਰਾਂ ਮਿਲ ਰਹੀਆਂ ਕਿ ਉਹ ਪੈਸਾ ਇਕੱਠੇ ਕਰ ਰਹੇ। ਜਿਹੜੀਆਂ ਅਸਲੀ ਜਿਹੜੀਆਂ ਉੱਥੇ ਕੰਮ ਕਰ ਰਹੀਆਂ ਨੇ ਉਹ ਬਾਰ-ਬਾਰ ਮਨਾ ਕਰ ਰਹੇ ਵੀ ਸਾਨੂੰ ਪੈਸੇ ਨਾ ਦਿਓ, ਹਨਾ। ਸੋ ਬਹੁਤ ਤਰੀਕੇ ਨੇ ਜਿਨ੍ਹਾਂ ਨਾਲ ਮਦਦ ਕੀਤੀ ਜਾ ਸਕਦੀ ਹੈ, ਪਰ ਜਿਹੜੇ ਉੱਥੇ ਸ਼ਹੀਦ ਹੋਏ ਨੇ ਮੋਰਚੇ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਜ਼ਰੂਰ ਜਿਹੜੀ ਆ ਫਾਈਨੈਂਸ਼ਲੀ ਹੈਲਪ ਮਿਲਣੀ ਚਾਹੀਦੀ ਹੈ। ਹਾਂਜੀ, ਸੋ ਦੋਸਤੋ ਇੱਕ ਨਵੀਂ ਅਪਡੇਟ ਆ ਰਹੀ ਹੈ, ਸ਼ਾਇਦ ਤੁਸੀਂ ਤੁਹਾਡੇ ਤੱਕ ਪਹੁੰਚੇ ਤੇ ਥੋੜਾ ਟਾਈਮ ਲੱਗ ਜੇ, ਕਿਉਂਕਿ ਦਿੱਲੀ ਦੇ ਵਿੱਚ ਆਊਟਸਕਰਟਸ ਦੇ ਵਿੱਚ ਜਿੱਥੇ ਮੋਰਚਾ ਹੈਗਾ ਉੱਥੇ ਕਿਸਾਨਾਂ ਦਾ ਆਵਾਜ਼ ਨੂੰ ਦਬਾਉਣ ਦੇ ਲਈ ਸਰਕਾਰ ਨੇ ਇੰਟਰਨੈਟ ਜਾਂ ਲਾਈਟ ਵਗੈਰਾ ਬੰਦ ਕੀਤੇ ਹੋਏ ਆ, ਇੰਟਰਨੈਟ ਸਹੂਲਤ ਬੰਦ ਕੀਤੀ ਹੋਈ ਆ। ਪਰ ਦਿੱਲੀ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੇ ਕਿਸਾਨ ਮੋਰਚੇ ਨੂੰ ਉਹਨਾਂ ਤੱਕ ਪਹੁੰਚ ਕੀਤੀ ਹੈ ਤੇ ਉਹਨਾਂ ਨੂੰ ਇੱਕ 115 ਬੰਦਿਆਂ ਦੀ ਲਿਸਟ, ਜੋ ਤਿਹਾੜ ਜੇਲ੍ਹ ਦੇ ਵਿੱਚ ਇਸ ਵਕਤ ਨੌਜਵਾਨ ਬੰਦ ਨੇ, 115 ਉਹਨਾਂ ਦੀ ਲਿਸਟ ਸੰਯੁਕਤ ਮੋਰਚੇ ਨੂੰ ਦਿੱਤੀ ਆ। ਸੋ ਇਹ ਇੱਕ ਬੜਾ ਵੱਡਾ ਕਦਮ ਆ, ਕਿਉਂਕਿ ਹੁਣ ਤੱਕ ਸਾਡੇ ਕੋਲ ਸ਼ਾਇਦ 63 ਨੌਜਵਾਨਾਂ ਤੱਕ ਜੋ ਮਿਸਿੰਗ ਸੀਗੇ ਉਹਨਾਂ ਦਾ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਕਿ ਉਹ ਕਿਹੜੇ ਥਾਣੇ ਦੇ ਵਿੱਚ ਆ ਜਾਂ ਕਿੱਥੇ ਆ। ਸੋ 115 ਲੋਕਾਂ ਦੀ ਜੋ ਨੌਜਵਾਨਾਂ ਦੀ ਜਿਹੜੇ ਮਿਸਿੰਗ ਆ 26 ਜਨਵਰੀ ਤੋਂ ਲੈ ਕੇ, ਉਹਨਾਂ ਦੀ ਇੱਕ ਲਿਸਟ ਦਿੱਲੀ ਗਵਰਨਮੈਂਟ ਦੇ ਵੱਲੋਂ ਸੰਘਰਸ਼ ਮੋਰਚੇ ਨੂੰ ਪ੍ਰੋਵਾਈਡ ਕੀਤੀ ਗਈ ਆ। ਤੇ ਇੱਕ ਹੋਰ ਵੀ ਉਹਨਾਂ ਨੇ ਭਰੋਸਾ ਦਿੱਤਾ ਕਿ ਜੇ ਕਈ ਚੀਜ਼ਾਂ ਜਿਹੜੀਆਂ ਦਿੱਲੀ ਗਵਰਨਮੈਂਟ ਦੇ ਅਧੀਨ ਨਹੀਂ ਹੈਗੀਆਂ, ਉਸ ਦੇ ਲਈ ਉਹ ਅਮਿਤ ਸ਼ਾਹ ਜੀ ਨੂੰ ਲਿਖਣਗੇ ਤੇ ਇੰਟਰਨੈਟ ਨੂੰ ਫੌਰੀ ਤੌਰ ਤੇ ਲਾਗੂ ਕਰਵਾਉਣ ਦਾ ਇੱਕ ਭਰੋਸਾ ਸਰਕਾਰ ਦੇ ਰਹੀ ਆ। ਸੋ ਇਸ ਦੇ ਲਈ ਜੋ ਵੀ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਇਸ ਗੱਲ ਦੇ ਲਈ। ਤੇ ਇਹ ਸੋਰਸ ਸਾਡਾ ਏਬੀਪੀ ਸਾਂਝਾ ਹੈ ਜੀ, ਉਹਨਾਂ ਵੱਲੋਂ ਇਹ ਨਿਊਜ਼ ਆ ਰਹੀ ਹੈ, ਕਿਉਂਕਿ ਆਮ ਮੀਡੀਆ 'ਚ ਫਲੈਸ਼ ਨਹੀਂ ਹੋ ਰਹੀ। ਇਹ ਹੋਪਫੁਲੀ ਵਿਦਨ ਐਨ ਆਵਰ ਔਰ ਲਿਟਲ ਲੇਟਰ ਇਹ ਆ ਜਾਊਗੀ, ਪਰ ਐਟਲੀਸਟ ਸਾਡੇ 115 ਨੌਜਵਾਨ ਜੋ ਮਿਸਿੰਗ ਹੈ ਉਹ ਸਹੀ ਸਲਾਮਤ ਨੇ, ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ, ਪਰ ਉਹ ਚੜ੍ਹਦੀ ਕਲਾ ਦੇ ਵਿੱਚ ਨੇ। ਜਿਹੜੀ ਤੁਹਾਡੀ ਇੰਟਰਨੈਟ ਵਾਲੀ ਗੱਲ ਕਰ ਰਹੇ ਹੋ, ਉਹ ਮੇਰੇ ਕੋਲ ਵੀ ਇੱਕ ਜਿਹੜੀ ਨਿਊਜ਼ ਪਹੁੰਚੀ ਆ, ਉਹ ਇਹ ਜਿਹੜੇ ਉੱਥੇ ਲਾਗਲੇ ਘਰਾਂ ਦੇ ਲੋਕ ਨੇ, ਜਿਹੜੇ ਲਾਗਲੇ ਪਿੰਡਾਂ ਦੇ ਲੋਕ ਨੇ, ਉਹਨਾਂ ਨੇ ਆਪਣੇ ਵਾਈਫਾਈ ਦੇ ਪਾਸਵਰਡ ਜਿਹੜੇ ਨੇ ਨਾ ਉਹ ਘਰਾਂ ਤੋਂ ਬਾਹਰ ਲਿਖ ਕੇ ਲਾ ਦਿੱਤੇ ਹੋਏ ਆ ਕਿ ਤੁਸੀਂ ਇਹ ਯੂਜ਼ ਵੀ ਅਸੀਂ ਧੰਨਵਾਦ ਕਰਦੇ ਹਾਂ ਲੋਕਾਂ ਦਾ, ਜਿਹੜੇ ਉਹ ਇੰਨਾ ਮਤਲਬ ਇੰਨੇ ਸਾਡੀ ਮਦਦ ਕਰਦੇ। ਅਸੀਂ ਉਹਨਾਂ ਦੇ ਸਦਾ ਹੀ ਅਹਿਸਾਨਮੰਦ ਰਹਾਂਗੇ। ਕਦੇ ਪੰਜਾਬ ਜਿਹੜਾ ਉਹ ਕਿਸੇ ਦੇ ਕੀਤੇ ਅਹਿਸਾਨਾਂ ਨੂੰ ਕਦੇ ਭੁੱਲਦਾ ਨਹੀਂ। ਇਹ ਤੁਸੀਂ ਦੇਖਿਓ, ਇਹ ਸਾਨੂੰ ਇੱਕ ਵਾਰੀ ਸੰਘਰਸ਼ ਜਿਹੜਾ ਇਹ ਤਾਂ ਹਰ ਸਾਲ ਜਿਹੜਾ ਇਹ ਇੱਕ ਤਰ੍ਹਾਂ ਦਾ ਮੇਲਾ ਬਣ ਜਾਣਾ, ਮਤਲਬ ਲੋਕ ਇੱਥੇ ਬਿਲਕੁਲ ਜੀ ਬਿਲਕੁਲ। ਇਹ ਜੋ ਦਿੱਲੀ ਦੇ ਲੋਕਲ ਲੋਕ ਨੇ ਜਾਂ ਹਰਿਆਣੇ ਦੇ ਲੋਕ ਨੇ, ਜਿਹੜੇ ਉਹ ਆਊਟਸਕਰਟਸ ਕਹਿ ਲਓ ਜਾਂ ਉੱਥੇ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਦੇ ਨੇੜੇ ਪਿੰਡਾਂ ਦੇ ਲੋਕ ਨੇ, ਤੇ ਦਿੱਲੀ ਦੇ ਲੋਕਲ ਜੋ ਮੋਰਚੇ ਦੇ ਨੇੜੇ ਨੇ, ਉਹਨਾਂ ਦਾ ਬਹੁਤ ਧੰਨਵਾਦ ਹੈ ਜੀ। ਉਹ ਬੜਾ ਵੱਡਾ ਯੋਗਦਾਨ ਦੇ ਰਹੇ ਆ। ਜੋ ਬੀਜੇਪੀ ਦੇ ਗੁੰਡਿਆਂ ਨੇ ਕਹਿ ਲਓ ਜਾਂ ਵਰਕਰਾਂ ਨੇ ਜਾਂ ਇਹਨਾਂ ਦੇ ਵਿੱਚ ਲੀਡਰ ਵੀ ਇਨਵੋਲਵ ਸੀਗੇ, ਜੋ ਹਮਲੇ ਕੀਤੇ ਗਏ ਸੀ ਪਿਛਲੇ ਦਿਨੀ ਸੰਘਰਸ਼ ਦੇ ਉੱਤੇ ਜਾਂ ਉੱਥੇ ਬੈਠੇ ਹੋਏ ਲੋਕਾਂ ਦੇ ਉੱਤੇ, ਤੇ ਇਹਨਾਂ ਨੇ ਉਹਦਾ ਜੋ ਜ਼ਿੰਮੇਵਾਰੀ ਥੋਪੀ ਸੀ ਕਿ ਉੱਥੋਂ ਦੇ ਲੋਕਲ ਉਹਨਾਂ ਨੇ ਕੀਤੇ ਆ। ਤੇ ਆਮ ਲੋਕ ਉੱਥੇ ਅੱਗੇ ਆਏ ਆ ਜੀ, ਕੋਈ ਰੇਹੜੀ ਵਾਲਾ, ਕੋਈ ਫੜੀ ਵਾਲਾ, ਕੋਈ ਕਿਸੇ ਵੀ ਤਰ੍ਹਾਂ ਦਾ ਆਦਮੀ, ਉਹਨਾਂ ਨੇ ਅੱਗੇ ਆ ਕੇ ਮੀਡੀਆ ਨੂੰ ਇੰਟਰਵਿਊ ਦਿੱਤੀਆਂ ਕਿ ਨਹੀਂ, ਇਹ ਅਸੀਂ ਬਿਲਕੁਲ ਸਹਿਮਤ ਹਾਂ, ਗਵਰਨਮੈਂਟ ਇਹਨਾਂ ਨੂੰ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ। ਸੋ ਉਹ ਹਮਲੇ ਜੋ ਇੱਕ ਸਰਕਾਰ ਦੇ ਜੋ ਮੀਡੀਆ ਦੇ ਥਰੂ ਆ ਰਿਹਾ ਕਿ ਆਮ ਲੋਕ ਕਰ ਰਹੇ ਆ, ਬਿਲਕੁਲ ਨਹੀਂ। ਉਹ ਇੱਕ ਬੜੇ ਪਲੈਨਡ ਹਮਲੇ ਆ, ਗਵਰਨਮੈਂਟ ਦੇ ਵੱਲੋਂ ਹਮਲੇ ਆ। ਲੋਕ ਸਾਡੇ ਸੰਘਰਸ਼ ਦੇ ਨਾਲ ਨੇ। ਤੇ ਇੱਕ ਵਧੀਆ ਅਪਡੇਟ ਆ ਰਹੀ ਹੈ ਜੀ, ਉਹ ਵੀ ਸ਼ੇਅਰ ਕਰਦੇ ਆ। ਮਨਦੀਪ ਪੁਨੀਆ ਜੋ ਜਰਨਲਿਸਟ ਸੀਗੇ ਹਰਿਆਣੇ ਤੋਂ, ਜਿਨ੍ਹਾਂ ਨੂੰ ਪਿਛਲੇ 27 ਜਾਂ 28 ਦੀ ਰਾਤ ਨੂੰ ਚੱਕਿਆ ਗਿਆ ਸੀ ਸੰਘਰਸ਼ ਤੋਂ ਰਿਪੋਰਟਿੰਗ ਕਰਨ ਦੇ ਲਈ, ਲੋਕਾਂ ਦੇ ਹੱਕਾਂ ਦੀ ਗੱਲ ਕਰਨ ਦੇ ਲਈ, ਉਹਨਾਂ ਦੀ ਜ਼ਮਾਨਤ ਦੀ ਖਬਰ ਆ ਰਹੀ ਹੈ। ਸੁਪਰੀਮ ਕੋਰਟ ਨੇ ਜ਼ਮਾਨਤ ਦੀਆਂ ਕੁਝ ਸ਼ਰਤਾਂ ਆ, ਉਹ ਪੂਰੀਆਂ ਹੁੰਦੇ ਹੀ ਉਹਨਾਂ ਨੂੰ ਜ਼ਮਾਨਤ ਮਿਲ ਜਾਊਗੀ। ਸੋ ਇਹ ਵੀ ਇੱਕ ਸੰਘਰਸ਼ ਦੀ ਬੜੀ ਵੱਡੀ ਜਿੱਤ ਆ, ਆਮ ਲੋਕਾਂ ਦੀ ਜਿੱਤ ਆ। ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ, ਜੋ ਜਰਨਲਿਸਟ ਨੂੰ ਦਬਾਉਣ ਦਾ ਜਾਂ ਉੱਥੋਂ ਡਰਾਉਣ ਦਾ ਤੇ ਜਾਂ ਭਜਾਉਣ ਦਾ ਜੋ ਸਰਕਾਰ ਕੰਮ ਕਰ ਰਹੀ ਸੀਗੀ, ਸਰਕਾਰ ਨੂੰ ਉਹ ਵੀ ਇੱਕ ਮੂੰਹ ਦੇ ਉੱਤੇ ਇੱਕ ਚਪੇੜ ਆ ਮਨਦੀਪ ਪੁਨੀਆ ਦੀ ਰਿਹਾਈ ਜੋ ਹੋਣ ਰਹੀ ਆ। ਦੇਖੋ, ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ
ਉੱਥੇ ਬੀਜੇਪੀ ਦੇ ਐਮਐਲਏ, ਉਹ ਤਾਂ ਉਹਨਾਂ ਨੇ ਪਛਾਣ ਲਏ ਨਾ ਟਕੈਤ ਸਾਹਿਬ ਨੇ, ਨਹੀਂ ਤਾਂ ਉਹ ਧੋਖਾ ਹੋ ਜਾਣਾ ਸੀ। ਇਹਨਾਂ ਨੂੰ ਅੱਗੇ ਨਾ ਇਸ ਤਰ੍ਹਾਂ ਦੇ ਕੰਮ ਇਹਨਾਂ ਨੇ ਕੀਤੇ ਹੋਏ ਆ, ਜਿਵੇਂ 84 ਵੇਲੇ ਵੀ ਜਿਹੜੇ ਇਹਨਾਂ ਦੇ ਆਪਣੇ ਐਮਪੀ ਐਮਐਲਏ ਸੀ ਉਹਨਾਂ ਨੇ ਲੋਕਾਂ ਨੂੰ ਭੜਕਾਇਆ। ਇਸ ਵਾਰੀ ਇੱਕ ਮਤਲਬ ਅਜੀਬੋ ਗਰੀਬ ਮੈਂ ਦੇਖਣ ਨੂੰ ਮਤਲਬ ਮੈਨੂੰ ਮਿਲੀ, ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ। ਉਹ 27 ਤਰੀਕ ਦੇ ਆਪਣੇ ਭਾਸ਼ਣ ਦੇ ਵਿੱਚ ਟੇਢੇ ਢੰਗ ਨਾਲ ਲੋਕਾਂ ਨੂੰ ਉਕਸਾ ਰਹੇ ਨੇ ਕਿ ਉਹ ਇਹ ਆਪਣੇ ਭਾਸ਼ਣ ਦੇ ਵਿੱਚ ਕਹਿ ਰਹੇ ਨੇ ਵੀ ਜਿਹੜੇ ਪਹਿਲਾਂ ਮਾਓਵਾਦੀ ਹੁੰਦੇ ਸੀ, ਨਕਸਲੀ ਹੁੰਦੇ ਸੀ, ਉਹ ਜਿਹੜੇ ਸਥਾਨਕ ਲੋਕਾਂ ਨੇ ਹੀ ਉਹਨਾਂ ਨੂੰ ਜਿਹੜਾ ਕੰਟਰੋਲ ਕਰ ਲਿਆ ਸੀ, ਉਹ ਅੱਜ ਕਿਤੇ ਨਹੀਂ। ਮਤਲਬ ਉਹ ਤੁਹਾਨੂੰ ਟੇਢੇ ਢੰਗ ਨਾਲ ਇਹ ਕਹਿ ਰਹੇ ਨੇ ਵੀ ਤੁਸੀਂ ਜਿਹੜੇ ਸਥਾਨਕ ਲੋਕ ਹੋ ਉੱਥੇ ਜਾ ਕੇ ਹਮਲਾ ਕਰੋ। ਮਤਲਬ ਦੇਖੋ ਕਿੱਡੀ ਇਹ ਕੀ ਇਹਨੂੰ ਕਿਹਾ ਜਾਵੇ ਵੀ ਮਤਲਬ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਹੀ ਲੋਕਾਂ ਨੂੰ ਆਪਸ ਦੇ ਵਿੱਚ ਕਹਿੰਦਾ ਵੀ ਤੁਸੀਂ ਮਤਲਬ ਲੜੋ, ਹਨਾ। ਸੋ ਇਹ ਬਹੁਤ ਘਟੀਆ ਜਿਹੜੀ ਉਹਨਾਂ ਦੀ ਹਰਕਤ ਜਿਹੜੀ ਹੈ, ਇਹ ਨਹੀਂ ਏਦਾਂ ਹੋਣਾ ਚਾਹੀਦਾ। ਦੇਖੋ ਜੇ ਕਿਸੇ ਨੇ ਗਲਤੀ ਕੀਤੀ ਹੈ, ਚਲੀ ਗਲਤੀ ਨਹੀਂ ਹੈਗੀ, ਉਹ ਇੱਕ ਰੋਸ ਮਾਰਚ ਵਜੋਂ ਹੋਇਆ, ਪਰ ਜੇ ਕਿਸੇ ਨੇ ਕੀਤੀ ਆ ਉਹ ਤਾਂ ਤੁਸੀਂ ਅੰਦਰ ਫੜ ਕੇ ਰੱਖੇ ਹੋਏ ਆ, ਉਹਨਾਂ ਨੂੰ ਜੋ ਤੁਸੀਂ ਤੁਹਾਡੀ ਕਾਨੂੰਨ ਤੁਹਾਡਾ ਕਹਿੰਦਾ ਉਹਨਾਂ ਨੂੰ ਤੁਸੀਂ ਸਜ਼ਾ ਦਿਓ। ਪਰ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਨੂੰ ਤੁਸੀਂ ਆ ਕੇ ਪੱਥਰ ਮਾਰਦੇ ਹੋ, ਇੱਟਾਂ ਮਾਰਦੇ ਹੋ। ਤੇ ਨਾਲੇ ਇਹ ਇੱਟਾਂ ਤੋਂ ਡਰਨ ਵਾਲੇ ਲੋਕ ਨਹੀਂ ਗੇ, ਇੱਟਾਂ ਨਾਲ ਸਾਡਾ ਬਹੁਤ ਪੁਰਾਣਾ ਨਾਲ ਨੀਹਾਂ ਦੇ ਵਿੱਚ ਸਾਡੇ ਗੁਰੂ ਦੇ ਬੱਚੇ ਚਿਣਤੇ ਸੀ। ਉਸੇ ਸ਼ਹਿਰ ਦੀ, ਮੈਂ ਉੱਥੋਂ ਬਿਲੋਂਗ ਕਰਦਾ, ਉਸੇ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਤੀ ਸੀ ਸਾਡੇ ਗੁਰੂ ਦੇ ਸਿੰਘਾਂ ਨੇ। ਸੋ ਇਹ ਇੱਟਾਂ ਤੋਂ ਨਹੀਂ ਡਰਦੇ। ਇਹ ਤਾਂ ਜਦੋਂ ਘਰੋਂ ਤੁਰੇ ਆ ਉਹ ਇਹ ਕਹਿ ਕੇ ਤੁਰੇ ਆ, ਅਰਦਾਸ ਕਰਕੇ ਤੁਰਦੇ ਆ, ਅਸੀਂ ਅਰਦਾਸ ਕਰਕੇ ਤੁਰੇ ਹੋਏ ਆ ਉਹ ਵੀ ਜਿੱਤ ਕੇ ਆਵਾਂਗੇ, ਨਹੀਂ ਤਾਂ ਉਹ ਬਹੁਤ ਸਟੇਟਮੈਂਟਾਂ ਮੈਂ ਉੱਥੇ ਸੁਣੀਆਂ ਲੋਕਾਂ ਦੀਆਂ ਵੀ ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਘਰੋਂ ਆਪਣੇ ਬੱਚਿਆਂ ਦੇ ਸਿਰ ਪਲੋਸ ਕੇ ਆਏ ਆ। ਸੋ ਕਿੱਡੀ ਵੱਡੀ ਗੱਲ ਹੈ ਵੀ ਉਹ ਕਹਿੰਦੇ ਵੀ ਆਹ ਹਾਰ ਨੇ, ਜੇ ਅਸੀਂ ਆਏ ਤਾਂ ਸਾਡੇ ਗਲਾਂ 'ਚ ਪਾ ਦਿਓ, ਨਹੀਂ ਤਾਂ ਸਾਡੀ ਫੋਟੋ ਤੇ ਪਾ ਦਿਓ। ਸੋ ਉਹਨਾਂ ਲੋਕਾਂ ਨੂੰ ਕਿੱਥੇ ਕੋਈ ਹਰਾ ਲੂਗਾ? ਉਹ ਨਹੀਂ ਹਾਰਦੇ ਕਿਸੇ ਤੋਂ, ਜਿਹੜੇ ਮਤਲਬ ਕਿਉਂਕਿ ਇਹ ਮਨੁੱਖਤਾ ਦੇ ਲਈ ਜਿਉਂਦੇ ਆ। ਇਹ ਕੌਮ ਜਿਹੜੀ ਆ ਇਹ ਸਿਰਜਤੀ ਗੁਰੂ ਸਾਹਿਬ ਨੇ। ਇਹ ਮੈਂ ਇੱਥੇ ਬਹੁਤ ਕਈ ਵਾਰੀ ਹੋਰ ਜਿਹੜੇ ਮੂਲ ਦੇ ਬੰਦੇ ਉਹਨਾਂ ਨੂੰ ਇਹ ਕਹਿਣਾ ਹੁੰਦਾ ਵੀ ਜੇ ਕਿਸੇ ਦੇ ਪੱਗ ਸਿਰ ਤੇ ਤੁਸੀਂ ਦੇਖਦੇ ਹੋ ਨਾ, ਕੋਈ ਮਦਦ ਦੀ ਲੋੜ ਆ ਉਹਦੀ ਜਾ ਕੇ ਬਾਂਹ ਫੜ ਲਿਆ ਕਰੂਗਾ, ਬਾਂਹ ਫੜ ਲਿਆ ਕਰੋ ਤੇ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰੂਗਾ ਉਹ, ਜਿੰਨੇ ਯੋਗਾ ਵੀ ਹੋਇਆ। ਬਿਲਕੁਲ ਬਿਲਕੁਲ। ਜੇ ਆਪਾਂ ਇਤਿਹਾਸ ਵੱਲ ਦੇਖੀਏ, ਇਹ ਜਰਵਾਣਿਆਂ ਨੂੰ ਇਹ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ ਕਿ ਜੋ ਸਾਡੀ ਕੌਮ ਨੇ, ਇਹਨਾਂ ਨੇ ਜੋ ਚੜ੍ਹਾਈਆਂ ਜੰਗਾਂ ਦੀ ਫਿਰ ਜਵਾਬ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਖੁਦ ਲੜਾਈ ਸ਼ੁਰੂ ਨਹੀਂ ਕੋਈ ਵੀ ਕੀਤੀ, ਪਰ ਜਿੰਨੀਆਂ ਵੀ ਲੜਾਈਆਂ ਲੜੀਆਂ ਆਪਣੀ ਕੌਮ ਦੇ ਲਈ ਜਾਂ ਦੂਸਰੀਆਂ ਲੋਕਾਂ ਦੇ ਲਈ, ਸਾਰੀਆਂ ਜੰਗਾਂ ਜਿੱਤੀਆਂ ਆ ਤੇ ਆਮ ਲੋਕਾਂ ਨੂੰ ਲੈ ਕੇ ਜਿੱਤੀਆਂ ਸੀਗੀਆਂ। ਤੇ ਜੇ ਸਾਡਾ ਸਬਰ ਪਰਖਣਾ ਤਾਂ ਠੰਡੇ ਬੁਰਜ ਵੱਲ ਦੇਖ ਲਓ, ਤੇ ਜੇ ਸਾਡੀ ਕੁਰਬਾਨੀ ਵੇਖਣੀ ਹੈ ਤਾਂ ਗੁਰੂ ਤੇਗ ਬਹਾਦਰ ਦੇਖ ਲਓ। ਇਸੇ ਹਿੰਦੂ ਧਰਮ ਦੇ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਸੀ। ਤੇ ਅੱਜ ਵੀ ਹਿੰਦੂ ਧਰਮ ਦੇ ਜੋ ਅਸਲੀ ਲੋਕ ਹੈ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਵੀ ਆ ਤੇ ਸਾਡੇ ਨਾਲ ਵੀ ਆ। ਸਿਰਫ ਕੁਝ ਪਰਸੈਂਟੇਜ ਲੋਕ ਜੋ ਸੱਤਾ ਦਾ ਹੰਕਾਰ ਦੇ ਵਿੱਚ ਅੰਨੇ ਹੋ ਕੇ ਲੋਕਾਂ ਨੂੰ ਕੁਚਲਣ ਲੱਗੇ ਹੋਏ ਆ, ਉਹਨਾਂ ਨੂੰ ਇਹ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਕਿ ਇਹ ਸੰਘਰਸ਼ ਫੇਲ ਨਹੀਂ ਹੋਊਗਾ। ਇਹ ਸੰਘਰਸ਼ ਜਿੱਤ ਕੇ ਲੋਕ ਜਾਣਗੇ। ਤੇ ਜਿਵੇਂ ਫਤਿਹ ਦਿਵਸ ਮਨਾਇਆ ਜਾਂਦਾ ਨਾ, ਮੈਂ ਉਹ ਵੀ ਗੱਲ ਹੁਣ ਦੁਬਾਰੇ ਕਰਦਾ ਕਿ ਲਾਲ ਕਿਲੇ ਦੇ ਉੱਤੇ ਹਰ ਸਾਲ ਨਿਸ਼ਾਨ ਸਾਹਿਬ ਝੁਲਦੇ ਆ ਫਤਿਹ ਦਿਵਸ ਦੇ ਯਾਦਗਾਰ ਦੇ ਵਜੋਂ। ਜਦੋਂ ਇਹ ਸੰਘਰਸ਼ ਜਿੱਤਿਆ ਜਾਊਗਾ, ਇਹ ਵੀ ਇਤਿਹਾਸ ਦੇ ਵਿੱਚ ਜੋ ਘਟਨਾਵਾਂ ਇੱਕ ਸ਼ਾਮਲ ਹੋ ਜਾਣ, ਕਿਵੇਂ ਕੋਈ ਉਸ ਨੂੰ ਦੇਖਦਾ, ਉਹ ਆਉਣ ਵਾਲਾ ਸਮਾਂ ਦੱਸੇਗਾ। ਤੇ ਸਾਡਾ ਟਾਈਮ ਦੋਸਤੋ ਹੁੰਦਾ ਜਾਂਦਾ ਆ। ਤੇ ਸੋ ਅੰਤ ਦੇ ਵਿੱਚ ਸਾਰੇ ਦੋਸਤਾਂ ਦਾ ਧੰਨਵਾਦ ਜੋ ਵੀ ਸਾਡੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਏ ਆ। ਤੇ ਇੱਕ ਸਾਡੀਆਂ ਜੋ ਵਿਸ਼ਵ ਪੱਧਰੀ ਸੰਸਥਾਵਾਂ ਆ, ਖਾਲਸਾ ਏਡ, ਯੂਨਾਈਟਿਡ ਸਿੱਖਸ ਤੇ ਹੋਰ ਜੋ ਵੀ ਸੰਸਥਾਵਾਂ, ਸਿੱਖ ਕਲੀਜ਼ਨ, ਸਿੱਖ ਪੰਚਾਇਤ, ਜਾਂ ਵੱਖੋ ਵੱਖਰੇ ਦੇਸ਼ਾਂ ਵਿੱਚ ਹੋ ਸਕਦਾ ਕੋਈ ਨਾਮ, ਇੱਕ ਬੜੀ ਵੱਡੀ ਲਿਸਟ ਹੈ ਇਸ ਵਕਤ ਜੋ ਸੰਘਰਸ਼ ਦੀ ਸਾਡੀ ਹੈਲਪ ਕਰ ਰਹੇ ਆ, ਉਹਦੇ ਵਿੱਚ ਰਹਿ ਗਏ ਹੁਣ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਅਤੇ ਇੱਕ ਜੋ ਨਵੀਆਂ ਸਾਡੀਆਂ ਟੀਮਾਂ ਬਣੀਆਂ ਹੋਈਆਂ ਆ ਨੌਜਵਾਨਾਂ ਦੀਆਂ ਵੀ ਕਹਿ ਲਓ, ਟਰੈਕਟ ਟੂ ਟਵਿੱਟਰ ਵਾਲੇ ਆ, ਪੰਜਾਬ ਕੇਅਰ ਵਾਲੇ ਆ, ਝੂਲ ਦੇ ਝੰਡੇ, ਇਹ ਬਹੁਤ ਸਾਰੇ ਜੋ ਨਵੇਂ ਨੌਜਵਾਨਾਂ ਦੇ ਵੱਲੋਂ ਛੋਟੇ ਛੋਟੇ ਜੋ ਇੱਕ
ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਏ ਜਾ ਰਹੇ ਆ। ਸਾਰਿਆਂ ਨੂੰ ਅਸੀਂ ਸਲੂਟ ਕਰਦੇ ਹਾਂ, ਰੈਕੋਗਨਾਈਜ਼ ਕਰਦੇ ਹਾਂ। ਤੇ ਅੰਤ ਦੇ ਵਿੱਚ ਸੇਖੋਂ ਸਾਹਿਬ 2 ਸ਼ਬਦ, ਫਿਰ ਬਲ ਜੀ ਤੁਹਾਡੇ 2 ਸ਼ਬਦ ਪਲੀਜ਼। ਹਾਂਜੀ, ਮੈਂ ਤੁਹਾਨੂੰ ਥੋੜਾ ਦੱਸਣਾ ਚਾਹੂੰਗਾ ਵੀ ਆਪਣੀ ਇੱਥੇ 2017 ਦੇ ਵਿੱਚ ਸੰਸਥਾ ਬਣੀ ਸੀ ਸਿਕਸ ਫਰੋਮ ਹਿਊਮੈਨਿਟੀ, ਉਹਨੇ ਵੀ ਉੱਥੇ ਗਰਾਊਂਡ ਤੇ ਕਾਫੀ ਕੰਮ ਕੀਤਾ। ਸੋ ਐਵਰੀ ਡੇ ਜਿਹੜਾ ਉੱਥੇ ਮਤਲਬ ਕੰਮ ਕਰਦੇ, ਆਪਣੀ ਟੀਮ ਉੱਥੇ ਕੰਮ ਕਰਦੀ ਹੈ। ਸੋ ਕਾਫੀ ਕੰਮਾਂ ਦਾ ਜਿਹੜਾ ਉਹ, ਚਲੋ ਆਪਾਂ ਬੇਰਵਾ ਨਹੀਂ ਦੇਣਾ ਚਾਹੁੰਦੇ, ਪਰ ਜਿੰਨਾ ਵੀ ਗਰਾਊਂਡ ਲੈਵਲ ਤੇ ਰਹਿ ਕੇ ਅਸੀਂ ਕਰ ਸਕੇ ਹਾਂ, ਅਸੀਂ ਕੋਸ਼ਿਸ਼ ਕੀਤੀ ਹੈ। ਸੋ ਅੱਗੋਂ ਵੀ ਕਰਦੇ ਰਹਾਂਗੇ। ਸੋ ਬਲ ਬਹਾਦਰ ਜੀ ਨੂੰ ਪਤਾ ਇਹ ਵੀ ਹੈਗੇ ਵਿੱਚ। ਸੋ ਇੱਥੇ ਹੈਗਾ ਵਿੱਚ ਮਤਲਬ ਇੱਥੇ ਵੀ ਆਮ ਕੰਮ ਕਰਦੀ ਹੈ ਸਾਰੀ ਟੀਮ। ਸੋ ਬਿਲਕੁਲ ਦੋਸਤੋ, ਸਿੱਖ ਫॉर ਹਿਊਮੈਨਿਟੀ ਸਹਾਇਤਾ ਤੇ ਸਾਡੇ ਕੈਲੀਫੋਰਨੀਆ ਤੋਂ ਅਸੀਂ ਚਲੋ ਪ੍ਰੋਗਰਾਮ ਕਰ ਰਹੇ ਹਾਂ, ਤੇ ਸਾਡਾ ਇੱਕ ਜੋ ਉੱਥੇ ਨੌਜਵਾਨ ਡਾਕਟਰ ਸਵਾਈਮਾਨ ਸਿੰਘ, ਉੱਥੇ ਉਹਨਾਂ ਤੇ ਹਮਲਾ ਵੀ ਹੋਇਆ ਸੀਗਾ, ਉਹ ਵੀ ਉੱਥੇ ਮੌਜੂਦ ਨੇ। ਸਾਡੇ ਇੱਕ ਪ੍ਰਤੀਬੱਧ ਦੇ ਕਹਿ ਲਓ, ਜਾਂ ਸਾਡੇ ਇੱਕ ਉੱਥੇ ਇਸ ਵਕਤ ਕੈਲੀਫੋਰਨੀਆ ਕਲੀਨਿਕ ਚਲਾ ਰਹੇ ਨੇ ਲੋਕਲ ਉੱਥੇ ਗਰਾਊਂਡ ਦੇ ਉੱਤੇ। ਬਲ ਬਹਾਦਰ ਜੀ। ਹਾਂਜੀ, ਮੈਂ ਸਾਰਿਆਂ ਨੂੰ ਅਖੀਰ ਵਿੱਚ ਇਹ ਕਹਾਂਗਾ ਕਿ ਭਾਈ ਜਿਹੜੇ ਉੱਥੇ ਅਜੇ ਨਹੀਂ ਗਏ, ਹਿਮਾਚਲ ਪ੍ਰਦੇਸ਼ ਚੋਂ, ਰਾਜਸਥਾਨ ਤੋਂ, ਹਰਿਆਣੇ ਚੋਂ, ਪੰਜਾਬ ਚੋਂ, ਹਰ ਥਾਂ ਤੋਂ, ਉੱਤਰ ਪ੍ਰਦੇਸ਼ ਤੋਂ, ਉਹ ਜ਼ਰੂਰ ਜਾ ਕੇ ਆਉਣ। ਕਿਉਂਕਿ ਇੱਕ ਕੋਈ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਹੈ, ਇਹ ਹਰ ਇੱਕ ਵਰਗ ਦੇ ਉੱਤੇ ਇਫੈਕਟ ਕਰੇਗਾ। ਜੇ ਮਹਿੰਗਾਈ ਵਧੇਗੀ ਤੇ ਹਰ ਇੱਕ ਲਈ ਵਧਣੀ ਆ, ਕਿਸੇ ਦੀ ਘਟਣੀ ਨਹੀਂ। ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਕ ਵਾਰੀ ਜ਼ਰੂਰ ਉੱਥੇ ਜਾ ਕੇ ਆਉਣ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜਾ ਇਹ ਪ੍ਰੋਗਰਾਮ ਕਰਦੇ ਹੋ, ਇਹਦੀ ਵਾਹਿਗੁਰੂ ਤਰੱਕੀ ਤੇ ਇਹਨਾਂ ਨੂੰ ਲੈ ਕੇ ਜਾਵੇ। ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ, ਤੇ ਹਰ ਵਾਰੀ ਇਸ ਸੰਘਰਸ਼ ਦੇ ਉੱਤੇ ਇਹ ਮੁੱਦਾ ਰੱਖਿਆ ਜਾਂਦਾ। ਤੇ ਮੈਂ ਤੁਹਾਡੇ ਸਾਰਿਆਂ ਦਾ ਜਿਹੜੇ ਤੁਸੀਂ ਕਰ ਰਹੇ ਹੋ ਇੱਥੇ, ਊਬੀ ਸਾਹਿਬ, ਅਮਰਜੀਤ ਸਿੰਘ ਜੋ ਸੈਕਰਾਮੈਂਟੋ, ਇਹ ਸਾਰਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਤੇ ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਤੁਹਾਡਾ ਬਲ ਜੀ, ਤੁਸੀਂ ਆਪਣਾ ਅੱਜ ਸਮੇਂ ਵਿੱਚੋਂ ਸਮਾਂ ਕੱਢਿਆ। ਤੇ ਸੇਖੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਅੰਤ ਦੇ ਵਿੱਚ ਇਹੀ ਸਾਡੀ ਦੁਆ ਆ ਤੇ ਅਰਦਾਸ ਆ ਮਹਾਰਾਜ ਵਾਹਿਗੁਰੂ ਦੇ ਅੱਗੇ ਕਿ ਸੰਘਰਸ਼ ਅਸੀਂ ਜਿੱਤੀਏ। ਤੇ ਸਾਨੂੰ ਪੂਰਾ ਭਰੋਸਾ, ਪੂਰਨ ਭਰੋਸਾ ਆ, ਕਿਉਂਕਿ ਇਹ ਜੋ ਅਰਦਾਸਾਂ ਲੱਖਾਂ ਲੋਕਾਂ ਦੀਆਂ ਆ, ਕਿ ਇਹ ਸੰਘਰਸ਼ ਜਿੱਤਿਆ ਵੀ ਜਾਊਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਇਤਿਹਾਸ ਇਹ ਸੰਘਰਸ਼ ਬਣੂਗਾ, ਇਕੱਲੇ ਪੰਜਾਬ ਦੇ ਲਈ ਜਾਂ ਭਾਰਤ ਦੇ ਲਈ ਨਹੀਂ, ਪੂਰੇ ਏਸ਼ੀਆ ਦੇ ਲਈ ਜਾਂ ਪੂਰੇ ਦੁਨੀਆ ਦੇ ਲਈ। ਕਿਉਂਕਿ ਪੰਜਾਬ ਨੇ ਆ ਕੇ ਫੇਰ ਨੱਕਾ ਲਾ ਦਿੱਤਾ ਜੀ। ਜੇ ਕਹਿ ਲਓ ਤਾਂ ਜੋ ਕਾਰਪੋਰੇਟ ਵਰਲਡ ਯੂਰਪ ਨੂੰ ਜਾਂ ਉੱਤਰੀ ਅਮਰੀਕਾ ਜਾਂ ਆਸਟ੍ਰੇਲੀਆ, ਉਹ ਕਾਰਪੋਰੇਟ ਵਰਲਡ ਇੱਕ ਕਲਾਵੇ ਦੇ ਵਿੱਚ ਲੈਣ ਲੱਗਿਆ ਸੀਗਾ। ਸੋ ਐਂਡ ਦੇ ਉੱਤੇ ਇਹਨਾਂ ਨੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ ਅੱਖ ਰੱਖੀ ਸੀਗੀ, ਤੇ ਪੰਜਾਬ ਨੇ ਮੋੜਵਾਂ ਵਾਰ ਦਿੱਤਾ ਆ। ਤੇ ਇੱਕ ਹਮੇਸ਼ਾ ਜੋ ਸਾਡਾ ਇਤਿਹਾਸ ਚੱਲਿਆ ਆ ਰਿਹਾ ਕਿ ਅਸੀਂ ਹਮੇਸ਼ਾ ਚੜ੍ਹ ਕੇ ਆਏ ਨੂੰ ਭਾਜੀ ਮੋੜਦੇ ਹਾਂ। ਸੋ ਇਹ ਇੱਕ ਫੇਰ ਇਤਿਹਾਸ ਹੋਇਆ ਆ, ਜੋ ਪੰਜਾਬ ਨੂੰ ਉੜਤਾ ਪੰਜਾਬ ਦੇ ਨਾਲ ਕਹਿ ਲਓ ਜਾਂ ਬਦਨਾਮ ਕੀਤਾ ਜਾ ਰਿਹਾ ਸਾਡੀ ਨੌਜਵਾਨੀ ਨੂੰ। ਕਿਉਂਕਿ ਇੱਕ ਪੀੜ੍ਹੀ ਸਾਡੀ 84 ਤੋਂ ਬਾਅਦ, ਸਾਡੀ ਇੱਕ ਪੀੜ੍ਹੀ ਦਾ ਨੁਕਸਾਨ ਜੋ ਹੋਇਆ ਸੀਗਾ, ਉਸ ਤੋਂ ਬਾਅਦ ਅਗਲੀ ਪੀੜ੍ਹੀ ਜੋ ਗੌਰਮੈਂਟ ਦੇ ਮਾੜੇ ਸਿਸਟਮ ਦੇ ਕਰਕੇ ਕਹਿ ਲਓ, ਜੋ ਵਿਦੇਸ਼ਾਂ ਨੂੰ ਭੱਜ ਰਹੀ ਸੀਗੀ, ਤੇ ਪੰਜਾਬ ਜੋ ਖਾਲੀ ਹੋ ਰਿਹਾ ਸੀਗਾ, ਇਹ ਸੰਘਰਸ਼ ਨੇ ਉਹ ਸਾਰੀਆਂ ਸਾਰੇ ਧੱਬੇ ਲਾ ਦਿੱਤੇ ਆ। ਜੋ 70 ਸਾਲਾਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਜਰਾਇਮ ਪੇਸ਼ਾ ਸਾਡੀ ਕੌਮ ਨੂੰ ਕਿਹਾ ਗਿਆ ਸੀਗਾ, ਅਸੀਂ ਸਾਬਤ ਕਰ ਦਿਆਂਗੇ ਇਸ ਸੰਘਰਸ਼ ਤੋਂ ਬਾਅਦ, ਤੇ ਇਸ ਸੰਘਰਸ਼ ਦੇ ਨਾਲ, ਤੇ ਸੰਘਰਸ਼ ਦੀਆਂ ਜਿੱਤਾਂ ਦੇ ਨਾਲ, ਕਿ ਸਾਡੇ ਵਿੱਚ ਦੁਨੀਆ ਨੂੰ ਅਗਵਾਈ ਦੇਣ ਦੇ ਲਈ ਸਾਡੇ ਵਿੱਚ ਦਮ ਹੈ। ਸਾਡੀ ਕੌਮ ਦੇ ਵਿੱਚ ਅਸੀਂ ਲੋਕਾਂ ਨੂੰ ਲੀਡ ਕਰ ਸਕਦੇ ਹਾਂ। ਤੇ ਜੋ ਸਾਡੀ ਕੌਮ ਦਾ ਸ਼ੁਰੂ ਤੋਂ ਲੈ ਕੇ ਇਹੀ ਆ ਕਿ ਗੁਰੂ ਗਊ ਤੇ ਗਰੀਬ ਦੀ ਰੱਖਿਆ, ਕਿਤੇ ਵੀ ਨਾ ਇਨਸਾਫ ਹੋਵੇ, ਸਾਡੇ ਲੋਕਾਂ ਨੇ ਅੱਗੇ ਆ ਕੇ ਲੜਨਾ ਹੀ ਲੜਨਾ ਆ। ਤੇ ਧੰਨਵਾਦ ਕਰਦੇ ਹਾਂ ਜਗਮੀਤ ਸਿੰਘ ਜੋ ਕੈਨੇਡਾ ਤੋਂ ਨੇ, ਤਨਮਨਜੀਤ ਸਿੰਘ ਢੇਸੀ, ਜੋ ਇਹ 2 ਨਾਮ ਮੈਂ ਤਾਂ ਲਏ ਨੇ, ਇੰਗਲੈਂਡ ਤੋਂ ਨੇ, ਤੇ ਰਵੀ ਖਾਲਸਾ, ਤੇ ਹੋਰ ਹਰ ਇੱਕ ਆਗੂ, ਚਾਹੇ ਉਹ ਸਿਰਫ ਇੱਕ ਟਵਿੱਟਰ ਤੇ ਟਵੀਟ ਕਰ ਰਿਹਾ ਜਾਂ ਫੇਸਬੁੱਕ ਤੇ ਕਮੈਂਟ ਵੀ ਕਰ ਰਿਹਾ, ਤੇ ਬਾਕੀ ਸਾਡੇ ਲੋਕ, ਜਾਂ ਜਿਵੇਂ ਰਿਹਾਨਾ ਆ, ਜਾਂ ਇੱਕ ਮੈਂ ਨਾਮ ਲਿਆ, ਉਹਨਾਂ ਨੇ ਟਵਿੱਟਰ ਦੇ ਉੱਤੇ ਜਿਵੇਂ ਸਪੋਰਟ ਕੀਤੀ ਹੈ। ਸੋ ਹਰ ਇੱਕ ਬੰਦੇ ਦਾ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਸਪੋਰਟ ਕਰ ਲਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹਨਾਂ ਸ਼ਬਦਾਂ ਦੇ ਨਾਲ ਹੀ ਸਾਡਾ ਪ੍ਰੋਗਰਾਮ ਅਸੀਂ ਖਤਮ ਕਰਦੇ ਹਾਂ। ਤੇ ਕੱਲ ਫੇਰ 7:30 ਵਜੇ ਕੈਲੀਫੋਰਨੀਆ ਦੇ ਟਾਈਮ ਦੇ ਹਿਸਾਬ ਨਾਲ, ਤੇ 9 ਵਜੇ ਇੰਡੀਆ ਦੇ ਹਿਸਾਬ ਨਾਲ ਫੇਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ।